ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਆਪਣੇ ਸਮੇਂ ਮੁਤਾਬਕ ਅਸੀਂ ਹਰ ਰੋਜ਼ ਪਹੁੰਚ ਜਾਈਦਾ। ਅੱਜ ਵੀ ਗੱਲਾਂ ਬਾਤਾਂ ਕਰਾਂਗੇ ਕੁਝ ਖਬਰਾਂ ਦੇ ਨਾਲ ਰਿਲੇਟਡ, ਕੁਝ ਇੱਧਰ ਉੱਧਰ ਦੀਆਂ ਤੋਂ ਭਾਵ ਇਹ ਹੋ ਗਿਆ ਕਿ ਵੀ ਜਿਹੜੀਆਂ ਅਸਲ 'ਚ ਵਾਕਈ ਆਪਾਂ ਨੂੰ ਫਰਕ ਪਾਉਂਦੀਆਂ ਨੇ, ਆਪਣੇ ਨਾਲ ਮਤਲਬ ਰੱਖਦੀਆਂ ਨੇ, ਸੋ ਉਹਨਾਂ ਖਬਰਾਂ ਦੇ ਉੱਪਰ ਗੱਲਬਾਤ ਵੀ ਕਰਾਂਗੇ। ਅੱਜ ਗੱਲਾਂ ਬਾਤਾਂ ਕਰਨੀਆਂ ਆਪਣੇ ਨਾਲ ਪਰਮਵੀਰ ਬਾਠ ਹੋਰੀ ਨੇ, ਤੇ ਵਿਆਹ ਦੀ ਤਿਆਰੀ 'ਚ ਨੇ। ਹੋਰ ਬਾਠ ਸਾਹਿਬ ਕੀ ਹਾਲ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਇੱਦਾਂ ਫਿਰ ਮਤਲਬ ਚੱਲ ਜੂ ਕੰਮ ਇੱਦਾਂ? ਦੇਖੋ ਤੁਹਾਡੇ ਨਾਲ ਹੀ ਆ, ਤੁਸੀਂ ਕਿਹਾ ਲਾ ਲਈ, ਇਕੱਠਿਆਂ ਨੇ ਜਾਣਾ ਦੋਨਾਂ ਭਰਾਵਾਂ ਨੇ। ਨਹੀਂ ਉਹ ਠੀਕ ਹੈ ਗੱਲ, ਪਰ ਫਰਕ ਵੀ ਤੇ ਪੈਂਦਾ ਨਾ, ਮਤਲਬ ਤਿਆਰੀ ਫਰਕ ਹੁੰਦਾ। ਇੱਕ ਹੁੰਦਾ ਵੀ ਸੋਮੋ ਦੀ ਅਗਲੀ ਸੀਟ ਵਾਲਾ, ਇੱਕ ਹੁੰਦਾ ਵੀ ਸੋਮੋ ਦੇ ਜਿਹੜੇ ਮਗਰਲੀ ਸੀਟਾਂ ਨੇ ਉਹਦੇ 'ਚ ਬਿਠਾ ਦੇਣਾ ਮੇਰੇ ਨੂੰ। ਦੇਖੋ ਗੱਲ ਪਤਾ ਕੀ ਆ ਸੰਧਾਲੀਆ ਸਾਹਿਬ, ਸਾਨੂੰ ਥੋੜ੍ਹਾ ਜਿਹਾ ਸੈੱਟ ਬੈਟ ਜਿਹਾ ਹੋ ਕੇ ਜਾਣਾ ਪੈਂਦਾ ਵੀ ਉੱਥੇ ਕੋਈ ਬੰਦਾ ਇਹ ਨਾ ਕਹੇ ਯਾਰ ਕਿੱਦਾਂ ਆ ਗਿਆ। ਤੁਸੀਂ ਜਿੱਦਾਂ ਮਰਜ਼ੀ ਚਲੋ ਲੀਡਰ ਬੰਦੇ ਆ, ਤੁਹਾਨੂੰ ਅਗਲੀ ਕੁਰਸੀ ਮਿਲਣੀ ਹੈ। ਮੈਂ ਤੇ ਕਹਿਣ ਇਹ ਨਾ ਕਿਹਾ ਵੀ ਲੀਡਰ ਦੇ ਨਾਲ ਬੰਦਾ ਕਿੱਦਾਂ ਤੁਰਿਆ ਫਿਰਦਾ ਯਾਰ, ਕੱਪੜੇ ਦੇ ਚੰਗੇ ਪਾਉਂਦਾ, ਲੀਡਰ ਬੰਦੇ ਨਾਲ ਆਉਣਾ ਸੀ ਮਾੜਾ ਜਿਹਾ ਇੰਨਾ ਤਾਂ ਦੇਖਿਆ ਕਰ। ਤੁਹਾਨੂੰ ਤਾਂ ਅਗਲਿਆਂ ਨੇ ਦੂਰੋਂ ਹੀ ਲੈ ਕੇ ਜਾਣਾ, ਪਹਿਲੇ ਕਦੋਂ ਆ ਰਿਹਾ ਮੂਹਰੇ ਆਉਣਾ, ਘਰਦਿਆਂ ਨੇ ਖੜੇ ਹੋਣਾ ਕਿ ਭਾਈ ਇਹਨਾਂ ਨੂੰ ਲਿਜਾ ਕੇ ਅੱਗੇ ਬਿਠਾਉਣਾ। 5-7 ਬੰਦੇ ਤੁਹਾਡੇ ਲਈ ਪਹਿਲੇ ਮੂਹਰਲੀਆਂ ਕੁਰਸੀਆਂ 'ਤੇ ਬਿਠਾਏ ਹੁੰਦੇ ਵੀ ਭਾਈ ਜਦੋਂ ਲੀਡਰ ਸਾਹਿਬ ਉਦੋਂ ਤੁਸੀਂ ਉੱਠ ਪਏ ਉਹਨਾਂ ਨੂੰ ਅੱਗੇ ਬਿਠਾਉਣਾ। ਹਾਏ ਤਾਂ ਇਹ ਵੈਸੇ ਵਧੀਆ ਨਾ ਸਕੀਮ, ਮਤਲਬ ਵੀ VIP ਕੁਰਸੀਆਂ ਪਹਿਲਾਂ ਆਪਣੇ ਬੰਦੇ ਬਿਠਾ ਛੱਡੋ, ਜਾਂ ਮਤਲਬ ਕਿ ਕਈ ਵੇਲੇ ਹੁੰਦਾ ਵੀ ਇਹ ਹੁਣ ਧਾਰਮਿਕ ਸਮਾਗਮ ਇੱਥੇ ਕਿਸੇ ਨੂੰ ਕਹਿ ਦੇ ਸਕਦੇ ਨਹੀਂ ਹੈ ਨਾ, ਵੀ ਮਤਲਬ ਇੱਥੇ ਕਿਹੜਾ ਕੋਈ ਕੁਰਸੀ ਹੈ ਵੀ ਲੋਕਾਂ ਵੈਸੇ ਬਹਿਣਾ, ਉਦੋਂ ਵੈਸੇ 10 ਬੰਦੇ ਉੱਥੇ ਬਿਠਾ ਦਿਓ, ਉਹ ਜਦੋਂ ਆ ਗਏ ਤੁਸੀਂ ਹੌਲੀ ਉੱਠ ਕੇ ਪਿਛਾਂਹ ਹੋ ਜਾਣਾ ਤੇ ਉਹਨਾਂ ਨੂੰ ਬਿਠਾ ਦੇਣਾ, ਤੇ ਉੱਥੇ ਉਹਨਾਂ ਨੇ ਬਹਿ ਜਾਣਾ ਆਰਾਮ ਹੈ ਨਾ। ਉਹਨਾਂ ਨੇ ਕਿ ਤੁਸੀਂ ਆਪਣੇ ਬੰਦੇ ਵੀ ਛੱਡੇ ਹੁੰਦੇ, ਮੰਨ ਲਓ ਤੁਸੀਂ ਮੈਨੂੰ ਅੱਜ ਅੱਧਾ ਘੰਟਾ ਪਹਿਲਾਂ ਭੇਜ ਦਿਓ। ਨਹੀਂ ਅੱਧਾ ਘੰਟਾ ਪਹਿਲਾਂ ਨਹੀਂ ਭੇਜਣਾ, ਕਿਉਂਕਿ ਮੈਨੂੰ ਪਤਾ ਪਿਛਲੀ 1-2 ਵਾਰ ਤੁਸੀਂ ਗਏ ਆ ਥੋੜਾ ਜਿਹਾ ਪਹਿਲਾਂ, ਤੇ ਛਕਾ ਕੇ ਬੰਦਾ ਮੁੜ ਕੇ ਪਤਾ ਵੀ ਨਹੀਂ ਕਰਦਾ ਵੀ ਹਾਂ ਯਾਰ ਉਹਨੇ ਵੀ ਕੁਝ ਖਾਣਾ ਹੋਊ। ਯਾਰ ਉਹ ਤੇ ਮੈਂ ਆਖਰੀ ਟਾਈਮ ਤੇ ਆਇਆ, ਉਦੋਂ ਮੜੀ ਚਾਹ ਲੱਗੀ ਸੀ ਤੇ ਮੈਂ ਕਿਹਾ ਚੱਲ ਚਲੋ 2 ਪਕੌੜੇ ਖਾ ਲੈਂਦੇ ਆ। ਨਹੀਂ ਜਾਂ ਕੁਰਸੀ ਮਿਲਣੀ ਆ ਜਾਂ ਪਕੌੜੇ, ਤੁਸੀਂ ਡਿਸਾਈਡ ਕਰ ਲਓ। ਮੈਂ ਦੋਨੋਂ 'ਚ ਇੱਕ ਚੀਜ਼ ਨੱਪ ਰੱਖੂਗਾ। ਹੁਣ ਮੈਂ ਉਧਰ ਪਕੌੜਿਆਂ ਲਾ ਕੇ ਕੁਰਸੀ ਤੁਹਾਡੀ ਨਾਲ ਚੱਕੀ ਫਿਰ ਇਦਾਂ ਗੱਲ ਨਹੀਂ ਬਣਦੀ। ਨਹੀਂ ਬੰਦਾ ਪਕੌੜੇ ਲਿਆਣ ਕੇ ਵੀ ਤੇ ਕੁਰਸੀ ਤੇ ਬਹਿ ਖਾ ਹੀ ਸਕਦਾ ਨਾ। ਨਹੀਂ ਗੱਲ ਤਾਂ ਚਲੋ ਠੀਕ ਹੈ, ਇਹਦੇ ਗੱਲ ਤੇ ਜੇ ਕਰਨਾ ਹੋਵੇ ਤੇ ਕਹਿੰਦੇ ਹੁੰਦੇ ਕਰਨ ਵਾਲੇ ਕਰ ਲੈਂਦੇ। ਲਿਆਉਣਾ ਮੈਂ ਹੈਗਾ ਆਪਣੇ ਖਾ ਕੇ ਤੁਹਾਡੇ ਲਈ ਲਿਆਉਣਾ, ਪਰ ਮੇਰੇ ਤੋਂ ਬੈਠੇ ਤੋਂ ਫੇਰ ਖਾ ਹੋ ਜਾਂਦੇ, ਬੰਦਾ ਕਰੇ ਕੀ ਦੱਸ। ਚਲੋ ਠੀਕ ਹੈ, ਗੱਲ ਇਹ ਆ ਕਿ ਵੀ ਉਧਰੋਂ ਕਹਿੰਦੇ ਵੀ ਖਿਡਾਰੀ ਮੁੜਨ ਲੱਗ ਪਏ ਨੇ। ਕਾਮਨਵੈਲਥ ਖੇਡਾਂ ਖਤਮ ਹੋ ਗਈਆਂ, ਸਮਾਪਤ ਹੋ ਗਈਆਂ। ਮੈਡਲ ਕਹਿੰਦੇ ਵੀ ਕੁੱਲ ਮਿਲਾ ਕੇ 61 ਦੇ ਕਰੀਬ ਭਾਰਤ ਦੇ ਹਿੱਸੇ ਆ ਗਏ। ਚਲੋ ਚੰਗੀ ਗੱਲ ਹੈ। ਤੁਸੀਂ ਵੇਖੋ ਵੀ ਗੋਲਡ ਵਾਲੇ ਵੀ ਵਾਹਵਾ ਨੇ, ਸਿਲਵਰ ਵਾਲੇ ਘੱਟ ਨੇ, ਤੇ ਕਾਂਸੇ ਵਾਲੇ ਫਿਰ ਵੱਧ ਨੇ। ਗੋਲਡ ਵਾਲੇ ਤੇ ਕਾਂਸੇ ਵਾਲੇ ਲਗਭਗ ਬਰਾਬਰ ਨੇ, ਸਿਲਵਰ ਵਾਲੇ ਥੋੜ੍ਹੇ ਜਿਹੇ ਘੱਟ ਨੇ। ਤੇ ਵਾਹਵਾ ਇਸ ਚੀਜ਼ ਨੂੰ ਐਤਕੀ ਮਤਲਬ ਦੇਸ਼ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਵੀ ਕਾਮਨਵੈਲਥ ਖੇਡਾਂ ਦੇ ਵਿੱਚ ਭਾਰਤ 4ਥੇ ਨੰਬਰ ਤੇ ਮੈਡਲ ਤਾਲਿਕਾ ਕਹਿੰਦੇ ਹੁੰਦੇ ਨੇ, ਕੀ ਕਹਿੰਦੇ? ਨਹੀਂ ਉਹ ਦੇਖੋ ਤਾਲਿਕਾ ਤੇ ਨਹੀਂ, ਮੈਡਲ ਸੂਚੀ ਲਾ ਲਓ, ਲਿਸਟ ਲਾ ਲਓ, ਕਿਉਂਕਿ ਜਿਹੜੀ ਉਹ ਤਾਲਿਕਾ ਹੁੰਦੀ ਉਹਦੇ ਮੂਹਰੇ ਕੁਛ ਹੋਰ ਲੱਗਦਾ ਹੁੰਦਾ। ਆਹੋ ਹੈ ਨਾ। ਨਹੀਂ ਚਲੋ ਚੰਗੀ ਗੱਲ ਆ, ਕਹਿਣ ਤੋਂ ਭਾਵ ਇਹ ਹੋ ਗਿਆ ਕਿ ਵੀ ਹੁਣ ਜੇ ਇਹ ਤੁਹਾਡਾ ਕਿਤੇ ਹੁਣ ਕੇਂਦਰ ਦੀ ਰਾਜਨੀਤੀ ਜਾਣ ਨੂੰ ਚਾਹੀਦਾ ਨਹੀਂ ਕਰਦਾ, ਤੁਸੀਂ ਹਿੰਦੀ ਨੂੰ ਹੌਲੀ ਹੌਲੀ ਜਾਂ ਗਾਂਹ ਨੂੰ ਜਾਂਦੇ ਹੋ। ਇਹ ਤੁਹਾਡੇ ਕਰਕੇ ਮਹਾਰਾਜ ਜੀ, ਹਿੰਦੀ ਦੇ ਪ੍ਰੋਫੈਸਰ ਤੇ ਤੁਸੀਂ ਰਹੇ, ਨਾ ਮੇਰਾ ਲਾਈ ਜਾਣਾ। ਮੈਨੂੰ ਕਹਿੰਦਾ ਵੀ ਮੈਂ ਵੀ ਕੁਛ ਸਿੱਖਾਂ ਵੀਰ ਕੋਲੋਂ, ਕਿਉਂਕਿ ਕਈ ਵੇਲੇ ਬੰਦਾ ਕਹਿੰਦਾ ਵੀ ਯਾਰ ਤੂੰ ਵੀ ਤੇ ਕੁਛ ਸਿੱਖ, ਹੈ ਨਾ, ਕੋਈ ਚੰਗੀ ਗੱਲ ਸਿੱਖ ਕੋਈ। ਆਂਦਾ ਸੁਆਦ ਹੋ ਗਈ। ਸੰਧਾਲੀਆ ਸਾਹਿਬ ਦੇਖੋ ਜਿਹੜੇ ਜਿੱਤੇ ਨੇ ਉਹਨਾਂ ਨੂੰ ਵਧਾਈ, ਨਹੀਂ ਹਾਰਿਆਂ ਨੂੰ ਵਧਾਈ। ਮੈਂ ਕਹਿਣ ਲੱਗਾ ਸੀ ਵੀ ਜਿਹੜੇ ਹਾਰੇ ਉਹਨਾਂ ਨੂੰ ਇਸ ਗੱਲ ਦੀ ਵਧਾਈ ਕਿ ਤੁਸੀਂ ਘੱਟੋ ਘੱਟ ਕੰਪੀਟ ਕੀਤਾ, ਉੱਥੇ ਤੱਕ ਪਹੁੰਚਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ, ਕਿਉਂਕਿ ਉਸ ਪੱਧਰ ਤੱਕ ਪਹੁੰਚੇ। ਜਿਹੜੇ ਨਹੀਂ ਜਾ ਸਕੇ ਥੋੜ੍ਹੇ ਜਿਹਾ ਫਰਕ ਨਾਲ ਰਹਿ ਗਏ ਸੀ, ਤੁਸੀਂ ਤਿਆਰੀ ਖਿੱਚੋ ਅਗਲੀ ਵਾਰੀ ਦੀ। ਪਰ ਇੱਕ ਗੱਲ ਜਾਣੀ ਜਦੋਂ ਅਸੀਂ ਨਾ ਕਹਿੰਦੇ ਆ ਕਿ ਵਧੀਆ ਭਾਈ ਕਾਰਗੁਜ਼ਾਰੀ ਚੰਗੀ ਰਹੀ, ਠੀਕ ਹੈ, ਜੇ ਦੇਸ਼ ਦੇ ਪੱਖ ਤੋਂ ਆਪਾਂ ਦੇਖਣਾ ਹੋਵੇ, ਕਿੰਨੇ ਕੁ ਸੱਜਣ ਨੇ ਜਿਨ੍ਹਾਂ ਨੇ ਪਿਛਲੀ ਵਾਰ ਦੀ ਜਿਹੜੀ ਉਹ ਤਾਲਿਕਾ ਜਿਹੜੀ ਤੁਸੀਂ ਕਹੀ ਮੈਡਲ ਟੈਲੀ ਹੈ ਨਾ, ਮੈਡਲ ਸੂਚੀ ਜਿਹੜੀ ਹੈ 4 ਸਾਲ ਪਹਿਲਾਂ ਜਦੋਂ ਇਹ ਖੇਡਾਂ ਹੋਈਆਂ ਸੀ, ਮੈਨੂੰ ਲੱਗਦਾ ਬਹੁਤ ਘੱਟ ਸੱਜਣ ਆਪਣੇ 'ਚ ਹੋਣਗੇ ਅੱਜ ਇਮਾਨਦਾਰੀ ਨਾਲ ਟਿੱਪਣੀ ਕਰਨ ਕਿ ਪਿਛਲੀ ਵਾਰ ਭਾਰਤ ਦੇ ਕੁੱਲ ਮੈਡਲ ਕਿੰਨੇ ਸੀ। ਸੋਨੇ ਦੇ ਐਤਕੀ ਨਾਲੋਂ ਵੱਧ ਸੀ ਕਿ ਘੱਟ ਸੀ, ਚਾਂਦੀ ਦੇ ਐਤਕੀ ਨਾਲੋਂ ਵੱਧ ਸੀ ਕਿ ਘੱਟ ਸੀ, ਇੱਦਾਂ ਹੀ ਕੰਨ ਸੀ। ਤੇ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਅਸਲੀ ਕੰਪੈਰੀਜ਼ਨ ਤਾਂ ਫਿਰ ਉਦੋਂ ਹੀ ਪਤਾ ਲੱਗੂਗਾ ਨਾ ਕਿ ਅਸੀਂ ਪਿਛਲੀ ਵਾਰ ਦੇ ਮੁਕਾਬਲੇ ਐਤਕੀ ਖਲੋਤੇ ਕਿੱਥੇ ਕਾਂ। ਕੀ ਕੁੱਲ ਮਿਲਾ ਕੇ ਮੈਡਲ ਟੈਲੀ ਦੇ ਵਿੱਚ ਐਤਕੀ 4ਥੇ ਤੇ ਆ, ਪਿਛਲੀ ਵਾਰੀ 5ਵੇਂ ਤੇ ਸੀ ਕਿ 3ਜੇ ਤੇ ਸੀ। ਕਿਸੇ ਦੇਸ਼ ਨੂੰ ਅਸੀਂ ਐਤਕੀ ਪਛਾੜ ਦਿੱਤਾ ਕਿ ਕੋਈ ਹੋਰ ਦੇਸ਼ ਸਾਨੂੰ ਪਛਾੜ ਕੇ ਅੱਗੇ ਨਿਕਲ ਗਿਆ। ਜੇ ਆਪਾਂ ਉੱਥੇ ਕਾ ਜਾਾਂਗੇ ਤਾਂ ਸਾਨੂੰ ਆਪਦੀਆਂ ਕਮੀਆਂ, ਆਪਦੀਆਂ ਮਜ਼ਬੂਤੀਆਂ, ਆਪਦੀ ਤਾਕਤ ਚੰਗੇ ਤਰੀਕੇ ਪਤਾ ਲੱਗ ਜੂ। ਇਹ ਤਾਂ ਹੈ। ਵੈਸੇ ਇੱਕ ਚੀਜ਼ ਜਿਹੜੀ ਮਤਲਬ ਜੇ ਆਖਰੀ ਮੌਕੇ ਵਾਲਾ ਕੰਮ ਹੱਲਾ ਵੱਜ ਜਾਂਦਾ, ਜਿਹੜਾ ਕਿ ਆਸਟ੍ਰੇਲੀਆ ਨੇ 7-0 ਵਾਲਾ ਕੰਮ ਕਰਤਾ ਜੀ, ਤੁਸੀਂ ਇਹ ਨੋਟਿਸ ਕਰੋ ਵੀ 골ਡ ਮੈਡਲ ਆਉਣਾ ਸੀ, ਚਰਚਾ ਚੱਲਣੀ ਸੀ ਵੀ ਹਾਕੀ 'ਚ 골ਡ ਮੈਡਲ ਆਇਆ, ਪਰ ਉਹ ਇੱਕ 골ਡ ਮੈਡਲ ਹੋਣਾ ਸੀ ਨਾ 11 ਪੰਜਾਬੀ ਖਿਡਾਰੀਆਂ ਦਾ ਵੱਜਣਾ ਸੀ, ਕਿਉਂਕਿ ਟੀਮ ਦੇ ਵਿੱਚ 11 ਪੰਜਾਬੀ ਖਿਡਾਰੀ ਖੇਡਦੇ ਆ।
ਚਲੋ ਮੇਰੇ ਖਿਆਲ ਨਾਲ ਐਤਕੀ ਰਹਿ ਗਿਆ ਕੰਮ, ਗਾਂ ਅਗਲੀ ਰਾਂ ਕਸਰ ਪੂਰੀ ਕਰ ਲੈਣਗੇ। ਨਹੀਂ ਕਰ ਲੈਣਗੇ ਜੀ, ਦੇਖੋ ਵਧੀਆ ਖੇਡੇ ਨੇ, ਹਾਰ ਜਿੱਤ ਚੱਲਦੀ ਰਹਿੰਦੀ ਹੈ। ਮੈਂ ਫਿਰ ਕਹਿਣਾ ਕਿ ਖੇਡ ਭਾਵਨਾ ਬੜੀ ਜ਼ਰੂਰੀ ਹੈ। ਕਈ ਵਾਰੀ ਕ੍ਰਿਕਟ 'ਚ ਹਾਕੀ ਦਾ ਮੈਚ ਚੱਲਦਾ ਹੋਵੇ, ਟੀਵੀ ਟੁੱਟਦੇ ਹੁੰਦੇ ਆ, ਜਿਹੜੇ ਮੈਦਾਨ 'ਚ ਆ ਨਾ ਉਹਨਾਂ ਨੇ ਹਾਰਨਾ ਵੀ ਹੈ ਤੇ ਉਹਨਾਂ ਨੇ ਜਿੱਤਣਾ ਵੀ ਹੈ। ਜੇ ਜਿੱਤ ਗਏ ਉੱਥੇ ਬਰਕਰਾਰ ਕਿੱਦਾਂ ਰਹਿਣਾ, ਹਾਰ ਗਿਆ ਤਾਂ ਉੱਥੇ ਤੱਕ ਪਹੁੰਚਣਾ ਕਿੱਦਾਂ, ਟੀਚੇ ਤਾਂ ਦੋ ਹੀ ਨੇ। ਹੁਣ ਆਸਟ੍ਰੇਲੀਆ ਵਾਲੇ, ਕਿਉਂਕਿ ਪਰਿਵਾਰ 'ਚ ਵੀ ਕਈ ਜੀ ਹੁੰਦੇ ਆ, ਆਲੇ ਦੁਆਲੇ ਸੱਜਣਾ ਮਿੱਤਰਾਂ 'ਚ ਵੀ ਕਈ ਜੀ ਹੁੰਦੇ, ਨਹੀਂ ਯਾਰ ਆਪਣੇ ਹਾਰ ਗਏ, ਆਸਟ੍ਰੇਲੀਆ ਵਾਲੇ ਤਾਂ ਜਿੱਤੇ ਹੀ ਆ, ਆਪਣੀ ਕਿੰਨੀ ਜਨਤਾ ਆਸਟ੍ਰੇਲੀਆ ਰਹਿੰਦੀ ਆ ਪੰਜਾਬੀਆਂ ਦੀ। ਯਾਨੀ ਉਸ ਵੇਲੇ ਮੈਦਾਨ ਦੇ ਵਿੱਚ ਜਿਹੜੇ 22 ਪਲੇਅਰ ਆ ਨਾ, ਆਪਾਂ ਉਹਨਾਂ ਦੀ ਖੇਡ ਦੇਖਣੀ ਆ ਕਿ ਭਾਈ ਵਧੀਆ ਕਿਹੜਾ ਖੇਡਦਾ, ਕਿਉਂਕਿ ਅੱਜ ਕੋਈ ਵਧੀਆ ਖੇਡੂਗਾ ਤਾਂ ਅਗਲੀ ਵਾਰੀ ਆਪਣੇ ਉੱਥੇ ਤੱਕ ਪਹੁੰਚਣਗੇ। ਕੋਈ ਗੱਲ ਨਹੀਂ, ਹਾਰ ਜਿੱਤ ਦਾ ਨਹੀਂ ਮਸਲਾ ਹੈਗਾ, ਮੈਚ ਵਧੀਆ ਹੋਇਆ ਨਾ, ਲੜੇ ਫਸੇ ਤਾਂ ਨਹੀਂ ਨਾ ਆਪਸ, ਖੇਡ ਭਾਵਨਾ ਜ਼ਰੂਰੀ ਹੈ। ਇਹ ਬਿਲਕੁਲ ਜ਼ਰੂਰੀ ਆ। ਮੈਨੂੰ ਲੱਗਦਾ ਵੀ ਇਸੇ ਖੇਡ ਭਾਵਨਾ ਦਾ ਕਰਕੇ ਹੀ ਹੁਣ ਵਾਲੇ ਜਿਹੜੇ ਖੇਡ ਮੰਤਰੀ ਨੇ ਮੀਤ ਏਰੂਰੀ, ਉਹ ਕਹਿੰਦੇ ਵੀ ਆਪਾਂ ਖੇਡ ਨੂੰ ਪ੍ਰਫੁੱਲਤ ਕਰਨਾ। ਪਹਿਲਾਂ ਤੇ ਕਹਿੰਦੇ ਵੀ ਜਿਹੜਾ ਬੰਦਾ ਚਾਂਦੀ ਦੇ ਤਮਗੇ ਵਾਲਾ ਨੂੰ 50 ਲੱਖ, ਕਾਂਸੀ ਵਾਲੇ ਨੂੰ 40 ਲੱਖ, ਤੇ ਨਾਲੇ ਕਹਿੰਦੇ ਵੀ ਇਹਦੇ ਨਾਲ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਅਫਜ਼ਾਈ ਮਿਲੂਗੀ, ਤੇ ਨਾਲੇ ਕਹਿੰਦੇ ਵੀ ਆਪਾਂ ਹੁਣ ਇਸ ਮਹੀਨੇ ਦੇ ਆਖਰੀ ਤਰੀਕਾਂ 'ਚ ਜਾ ਕੇ ਖੇਡ ਮੇਲਾ ਸ਼ੁਰੂ ਕਰ ਲੈਣਾ, ਜਿਹੜਾ ਪਿਛਲੇ ਦਿਨੀ ਆਪਾਂ ਚਰਚਾ ਕੀਤੀ ਸੀਗੀ। ਉਹ ਕਹਿੰਦੇ ਵੀ ਉਹ ਜਿਹੜਾ ਖੇਡ ਮੇਲਾ ਬਲਾਕ ਪੱਧਰ ਦਾ ਵੀ ਹੋਣਾ, ਜ਼ਿਲ੍ਹੇ ਪੱਧਰ ਦਾ ਵੀ ਹੋਣਾ, ਤੇ ਫਿਰ ਰਾਜ ਪੱਧਰੀ ਵੀ ਹੋਣਾ, ਤੇ ਟੋਟਲ ਇਨਾਮ 6 ਕਰੋੜ ਦੇ ਆ ਜਿਹੜੇ ਦਿੱਤੇ ਜਾਣੇ। ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਹੈ ਕਿ ਜਿਹੜੇ ਜਿੱਤੇ ਖੇਡਾਂ, ਕਾਮਨਵੈਲਥ ਖੇਡਾਂ ਮੁੱਕਦੇ ਸਾਰੀ ਇਹ ਅਨਾਉਂਸਮੈਂਟ ਹੋਈ ਹੈ, ਇਹ ਬਹੁਤ ਚੰਗੀ ਗੱਲ ਹੈ। ਆਮ ਹੀ ਚਰਚਾ ਚੱਲਦੀ ਸੀ ਕਿ ਪੰਜਾਬ ਸਰਕਾਰ ਪਹਿਲੀ ਵੀ ਤੇ ਹੋਣ ਵਾਲੀ ਵੀ, ਕਿ ਜਿਹੜੇ ਜਿੱਤ ਕੇ ਆਏ ਉਹਨਾਂ ਨੂੰ ਤਾਂ ਪੈਸੇ ਦੇ ਰਹੇ ਲੱਖਾਂ ਰੁਪਈਆ, ਉਹਨਾਂ ਦਾ ਘਰ ਭਰ ਦਿੱਤਾ, ਤੇ ਉਹਨਾਂ ਉਹ ਡਿਜ਼ਰਵ ਕਰਦੇ ਸੀ, ਬਣਦੇ ਸੀ, ਯੋਗ ਸੀ ਉਹ। ਪਰ ਉਹ ਜਿਹੜੇ ਬਣਨਾ ਚਾਹੁੰਦੇ ਆ ਪਰ ਜਿਨ੍ਹਾਂ ਦੇ ਕੋਲੇ ਸਾਧਨ ਨਹੀਂ, ਉਹਨਾਂ ਦਾ ਕੀ? ਤੇ ਇਹ ਜਿਸ ਤਰੀਕੇ ਦੇ ਨਾਲ ਅੱਜ ਮੈਚ ਉੱਪਰਲੇ ਕਾਮਨਵੈਲਥ ਖਤਮ ਹੋਏ ਤੇ ਨਾਲ ਹੀ ਅਨਾਉਂਸਮੈਂਟ ਕਰ ਦਿੱਤੀ ਗੁਰਮੀਤ ਸਿੰਘ ਮੀਤ ਫਿਰ ਮਿਨਿਸਟਰ ਹੋਰਾਂ ਨੇ, ਬੜੀ ਚੰਗੀ ਗੱਲ ਹੈ। ਦੇਖੋ ਅਸੀਂ ਨਹੀਂ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਨਹੀਂ, ਕੀਤਾ ਹੀ ਹੋਣਾ, ਜਿਹੜੇ ਨਿਆਣੇ ਜਿੱਤੇ ਨੇ ਅੱਜ। ਹੁਣ ਅੱਗੋਂ ਆ ਵੀ ਕਰਨ, ਹੋਰ ਵਧੀਆ ਮੁਕਾਬਲੇ ਹੋਣ। ਇੰਪੋਰਟੈਂਟ ਕੀ ਹੈ ਸੰਧਾਲੀਆ ਸਾਹਿਬ, 6 ਕਰੋੜ ਦੇ ਇਨਾਮ ਨੇ। 6 ਕਰੋੜ ਇਹਨਾਂ ਖੇਡਾਂ ਦਾ ਖਰਚਾ ਨਹੀਂ ਹੈ, ਉਹ 6 ਕਰੋੜ ਰੁਪਈਆ ਸਧਾਰਨ ਘਰਾਂ ਦੇ ਖਿਡਾਰੀਆਂ ਦੀ ਜੇਬ 'ਚ ਜਾਊਗਾ, ਚਾਹੇ 10-10,000 5-5,000 ਕਰਕੇ ਜਾਵੇ। ਦੂਸਰੀ ਗੱਲ, ਜੇ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਜਿਸ ਤਰੀਕੇ ਮੀਤ ਹੇਰ ਹੋਰਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ ਉਹ ਆਰਗੇਨਾਈਜ਼ ਕਰਨਾ, ਜੇ ਉਹਦੇ ਨੇੜੇ ਤੇੜੇ ਵੀ ਉਹ ਕਰਨ ਦੇ ਵਿੱਚ ਕਾਮਯਾਬ ਰਹਿ ਗਿਆ ਤਾਂ ਇੱਕ ਬਹੁਤ ਵੱਡੀ ਪ੍ਰਾਪਤੀ ਹੋਣੀ ਹੈ। ਇਹ ਨਹੀਂ ਕਿ ਸਾਡੇ ਬੱਚਿਆਂ ਨੇ ਓਲੰਪਿਕ ਜਿੱਤ ਜਾਣਾ। ਹੁਣ ਸੰਧਾਲੀਆ ਸਾਹਿਬ 2 ਮਹੀਨੇ ਮੁਕਾਬਲੇ ਚੱਲਣੇ, ਉਹ 2 ਮਹੀਨੇ, ਤੇ ਉਹਦੇ ਵਿੱਚ 25 ਤੋਂ ਵੱਧ ਖੇਡਾਂ ਨੇ, 28 ਨੇ। ਉਹ 28 ਖੇਡਾਂ ਦੇ ਵਿੱਚ ਵੀ 14 ਸਾਲ ਤੋਂ ਘੱਟ ਵਾਲਿਆਂ ਦੇ ਮੁਕਾਬਲੇ, 17 ਸਾਲ ਤੋਂ ਘੱਟ ਵਾਲਿਆਂ ਦੇ ਮੁਕਾਬਲੇ, 21 ਸਾਲ ਤੋਂ ਘੱਟ ਵਾਲਿਆਂ ਦੇ ਮੁਕਾਬਲੇ, ਫਿਰ 21 ਤੋਂ 40 ਵਾਲਿਆਂ ਦੇ, ਫਿਰ 40 ਤੋਂ 50 ਵਾਲਿਆਂ ਦੇ, ਫਿਰ 50 ਤੋਂ ਉੱਪਰ ਦੇ, ਇੱਦਾਂ। ਜਾਣੀ ਤੁਸੀਂ ਇਹ ਦੇਖੋ ਕਿ ਜਦੋਂ ਪੰਜਾਬ ਸਰਕਾਰ ਇੱਕ ਟੂਰਨਾਮੈਂਟ ਕਰਾਊ, ਉਹਦੇ ਵਿੱਚ ਪੰਜਾਬ ਦੇ ਸਾਰੇ ਬਲਾਕ ਜਿਹੜੇ 100 ਤੋਂ ਵੱਧ ਨੇ, ਉੱਥੇ 10 ਸਾਲ ਦਾ ਬੱਚਾ ਖੇਡੂ, 11 ਦਾ, 12 ਦਾ, 13, ਅੰਡਰ 14 ਦੇ ਵਿੱਚ ਪੰਜਾਬ ਸਰਕਾਰ ਕੋਲ ਇੱਕ ਲਿਸਟ ਬਣੂ ਕਿ ਇਸ ਖੇਡ ਦੇ ਵਿੱਚ ਸਾਡੇ ਕੋਲੇ ਇਸ ਪਿੰਡ, ਇਸ ਬਲਾਕ, ਇਸ ਜ਼ਿਲ੍ਹੇ ਦੇ ਇੰਨੇ ਬੱਚੇ ਨੇ। ਕਿਤੇ ਐਥਲੈਟਿਕਸ ਵਾਲੇ ਵੱਧ ਹੋਣਗੇ, ਕਿਤੇ ਹੋਰ ਖੇਡ ਦੇ ਵੱਧ ਹੋਣਗੇ। ਕੱਲ੍ਹ ਨੂੰ ਘੱਟੋ ਘੱਟ ਡਾਟਾ ਆਊਗਾ, ਉੱਥੇ ਕੋਚ ਰੱਖਣ ਵਾਲੇ ਬਣਨਗੇ, ਉੱਥੇ ਸੈਂਟਰ ਬਣਾਉਣ ਵਾਲੇ ਬਣਨਗੇ। ਉਹਨਾਂ ਦੇ ਵਿੱਚੋਂ ਮੰਨ ਲਓ 2000 ਖਿਡਾਰੀ ਛਾਂਟਿਆ ਜਾਂਦਾ, ਜਿਹੜੇ ਆਲਰੇਡੀ ਸਪੋਰਟਸ ਵਿੰਗਾਂ ਦੇ ਵਿੱਚ ਪੜ੍ਹਦੇ ਉਹਨਾਂ ਨੂੰ ਛੱਡ ਲਈਏ, ਉਹ ਵੀ ਮੁਕਾਬਲਿਆਂ 'ਚ ਆਉਣਗੇ। ਵੈਸੇ ਮੰਨ ਲਓ 2000 ਖਿਡਾਰੀ ਸਾਰੇ ਪੰਜਾਬ 'ਚੋਂ ਛਾਂਟਿਆ ਜਾਂਦਾ, ਉਹਨਾਂ ਦੀ ਤਿਆਰੀ ਕਰਾਉਣਗੇ, ਉਹਨਾਂ ਦੀ ਡਾਈਟ ਦਾ ਪ੍ਰਬੰਧ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ, ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ, ਉਹਨਾਂ ਦੀ ਕੋਚਿੰਗ ਦਾ ਪ੍ਰਬੰਧ। ਘੱਟੋ ਘੱਟ ਪਹਿਚਾਣ ਤਾਂ ਹੋ ਜੂ ਨਾ। ਹੁਣ ਜੇ 2000 ਖਿਡਾਰੀ ਦੀ ਵੀ ਪਹਿਚਾਣ ਕਰਨ ਦੇ ਵਿੱਚ ਮੀਤ ਹੇਰੋਰੀ ਕਾਮਯਾਬ ਹੋ ਗਏ, ਉਹਨਾਂ ਨੂੰ ਕੱਲ੍ਹ ਨੂੰ ਕਿਸੇ ਚੰਗੀ ਥਾਂ ਤੇ ਕੋਚਿੰਗ ਦਿਵਾਉਣ 'ਚ ਕਾਮਯਾਬ ਹੋ ਗਏ, ਤੁਸੀਂ ਸੰਧਾਲੀਆ ਸਾਹਿਬ ਅਗਲੀਆਂ ਖੇਡਾਂ ਦੇ ਵਿੱਚ ਜਿਹੜੀਆਂ ਨੈਸ਼ਨਲ ਖੇਡਾਂ ਹੀ ਹੋਣੀਆਂ, ਪੰਜਾਬ ਦੀਆਂ ਪ੍ਰਾਪਤੀਆਂ ਦੇਖੋ ਕਿੱਥੇ ਤੱਕ ਜਾਂਦੀਆਂ। ਤੇ ਇੱਕ ਚੀਜ਼ ਜਿਹੜੀ ਜ਼ਿਆਦਾ ਮਹੱਤਵਪੂਰਨ ਹੈ, ਦੇਖੋ ਅਕਾਲੀ ਭਾਜਪਾ ਸਰਕਾਰ ਨੇ ਕਬੱਡੀ ਦਾ ਮੇਲਾ ਕਰਾਇਆ ਸੀ, ਵਰਲਡ ਕੱਪ, ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਥਾਂ ਥਾਂ ਤੇ ਮੈਚ ਹੁੰਦੇ ਸੀ, ਕੋਈ ਮਾੜਾ ਉਪਰਾਲਾ ਨਹੀਂ ਸੀ। ਕਬੱਡੀ ਸਾਡੀ ਮਾਂ ਖੇਡ ਹੈ, ਕਬੱਡੀ ਦੇ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ। ਪਰ ਉਹਦੇ ਵਿੱਚ ਇੱਕ ਚੀਜ਼ ਸੀ ਕਿ ਜਦੋਂ ਬਾਹਰੋਂ ਓਪਨਿੰਗ ਤੇ ਕਲੋਜ਼ਿੰਗ ਸੈਰਾਮਨੀ ਦੇ ਉੱਤੇ ਖਰਚ ਬਹੁਤ ਹੁੰਦਾ ਸੀ, ਉਹ ਖਰਚ ਦੇ ਬਾਰੇ ਵੀ ਕਹਿੰਦੇ ਅਸੀਂ ਕਿਹੜਾ ਸਰਕਾਰ ਦੇ ਪਾਸਿਓਂ ਕੀਤਾ, ਅਸੀਂ ਤਾਂ ਸਪਾਂਸਰਾਂ ਤੋਂ ਲੈ ਲਿਆ। ਹੁਣ ਇਹ ਚੰਗਾ ਹੋਵੇ ਜੇ ਉੱਦਾਂ ਦਾ ਕੋਈ ਪ੍ਰੋਗਰਾਮ ਨਾ ਕਰਨ, ਉਹੀ ਸਪਾਂਸਰਾਂ ਦਾ ਮਿਹਨਤ ਤਰਲਾ ਕਰਕੇ ਪੈਸੇ ਖਿਡਾਰੀਆਂ ਤੇ ਲਾਉਣ, ਉਹਨਾਂ ਦੀ ਕੋਚਿੰਗ ਤੇ ਲਾਉਣ। ਦੂਸਰੀ ਗੱਲ
ਕਿ ਬਹੁਤ ਵਧੀਆ ਹੋਵੇ ਕਿ ਬਿਨਾਂ ਸਿਫਾਰਿਸ਼ ਤੋਂ ਕੰਮ ਨਿਬੜੇ ਤੇ ਫਾਰਮੈਲਿਟੀ ਨਾ ਹੋਵੇ। ਜਿੱਦਾਂ ਅੱਜ ਤੱਕ ਰੌਲਾ ਰੱਪਾ ਪੈਂਦਾ ਸੀ ਕਿ ਜੀ ਕੱਛੇ ਬਣਾਉਣ ਵਾਲਿਆਂ ਦੇ ਪੈਸੇ ਦੇਣ ਵਾਲੇ ਆ, ਉਹ ਜੀ ਦੇਖੋ ਟਰਾਂਸਪੋਰਟਰਾਂ ਦੇ ਪੈਸੇ ਦੇਣ ਵਾਲੇ ਆ, ਉਹ ਦੇਖੋ ਜੀ ਜਿਨ੍ਹਾਂ ਤੋਂ ਇਹਨਾਂ ਨੇ ਹੋਟਲਾਂ ਦੇ ਵਿੱਚ ਖਿਡਾਰੀਆਂ ਨੂੰ ਰੱਖਿਆ ਸੀ ਉਹ ਪੈਸੇ ਦੇਣ ਵਾਲੇ। ਇਦਾਂ ਨਹੀਂ, ਬਜਟ ਉਹਨਾਂ ਕੁ ਰੱਖਣ, ਵਧੀਆ ਤਰੀਕੇ ਦੇ ਨਾਲ ਹਰ ਸਾਲ ਖੇਡਾਂ ਚਲਾਉਣ। ਇਹ ਸਾਰੀਆਂ ਹੀ ਖੇਡਾਂ ਸੰਧਾਲੀਆ ਸਾਹਿਬ ਉਹ ਹੋਣਗੀਆਂ ਜਿਹੜੀਆਂ ਓਲੰਪਿਕ 'ਚ ਮਾਨਤਾ ਪ੍ਰਾਪਤ ਨੇ, ਜਿਨ੍ਹਾਂ ਨੂੰ ਭਾਰਤ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਰਾਖਵਾਂਕਰਨ ਹੁੰਦਾ ਕਿ ਭਾਈ ਇਸ ਖੇਡ ਕੋਟੇ ਦੇ ਵਿੱਚ ਤੁਸੀਂ ਭਰਤੀ ਹੋ ਸਕਦੇ ਆ। ਚੰਗਾ ਕਦਮ ਹੈ ਜੇ ਵਧੀਆ ਤਰੀਕੇ ਦੇ ਨਾਲ ਨਿਭਾ ਗਿਆ ਤਾਂ। ਇਹਦੇ 'ਚ ਤਿੰਨ ਚਾਰ ਚੀਜ਼ਾਂ ਮੇਰੇ ਵੀ ਦਿਮਾਗ 'ਚ ਆਉਂਦੀਆਂ। ਇੱਕ ਤੇ ਮੈਨੂੰ ਇਹ ਲੱਗਦਾ ਕਿ ਵੀ ਜਦੋਂ ਸਿਲੈਕਸ਼ਨ ਹੁੰਦੀ ਕਿ ਨਹੀਂ, ਉਦੋਂ ਆਪਾਂ ਤੁਸੀਂ ਇੱਕ ਸਰਕਾਰੀ ਸਕੂਲ ਦੀ ਜਾਂ ਵੈਸੇ ਕਿਸੇ ਪ੍ਰਾਈਵੇਟ ਸਕੂਲ ਦੀ ਉਦਾਹਰਨ ਲੈ ਲਓ, ਉੱਥੇ ਕਿਸੇ ਵੇਲੇ ਹੁੰਦਾ ਵੀ ਯਾਰ ਆ ਜਿਹੜਾ ਬੰਦਾ ਜੀ ਇਹ ਮੁੰਡਾ ਚੰਗਾ ਖੇਡਦਾ ਜੀ ਇਹਦਾ ਕੁਛ ਕਰ ਲਓ, ਉਹ ਕਹਿੰਦਾ ਯਾਰ ਹੁਣ ਖੇਡਦਾ ਤੇ ਆ ਵੀ ਖੇਡਦਾ ਤੇ ਬੰਦੇ ਤੇ ਆਪਣੇ ਇੰਨੇ ਜਾਣੇ ਹੁਣ ਕਰੀਏ ਕੀ, ਉਹ ਕੋਈ ਨਹੀਂ ਆ ਕਰੋ ਥੋੜ੍ਹਾ ਆਪਾਂ ਫਿਰ ਕਰਦੇ ਹਾਂ। ਹੁਣ ਇਹ ਸ਼ਿਕਾਇਤ ਉੱਪਰਲੇ ਪਾਸੋਂ ਆਪਾਂ ਸੁਣਦੇ ਆਉਂਦੇ ਇਹਨਾਂ ਕਾਮਨਵੈਲਥ ਖੇਡਾਂ ਦੇ ਵਿੱਚ ਵੀ ਉਹ ਖਿਡਾਰੀ ਵਿਚਾਰਾ ਜਿਹੜਾ ਅਦਾਲਤ ਦਾ ਸਹਾਰਾ ਲੈ ਕੇ ਦੱਸੋ ਉੱਥੇ ਗਿਆ ਸੀਗਾ, ਹਾਲਾਂਕਿ ਚਲੋ ਮੈਡਲ ਲੈ ਆਇਆ ਉਹ ਵੀ। ਇੱਕ ਤੇ ਇਹੋ ਜਿਹਾ ਕੰਮ ਨਾ ਹੋਵੇ। ਹਾਲਾਂਕਿ ਉਹਨਾਂ ਨੇ ਕਿਹਾ ਵੀ ਰਜਿਸਟ੍ਰੇਸ਼ਨ ਹੈਗੀ ਹੈ, ਜੇ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਮੌਕਾ ਮਿਲੇ, ਵਧੀਆ ਗੱਲ ਹੈ ਵੀ ਥੋੜ੍ਹਾ ਜਿਹਾ ਓਪਨ ਹੋਵੇ, ਟਰਾਂਸਪੇਰੈਂਟ ਹੋਵੇ। ਕੱਲ ਨੂੰ ਕਿਸੇ ਨੇ ਵੀ ABC ਆ ਕੇ ਬਾਹਰ ਕਹਿਤਾ ਨਾ ਵੀ ਆਹ ਦੇਖੋ ਜੀ ਫਲਾਣੇ ਨੂੰ ਪਾਇਆ ਗਿਆ ਉਹਦੇ ਵਿੱਚ, ਆਹ ਸਾਡੇ ਵਾਲੇ ਮੁੰਡੇ ਨੇ ਇਹਨੂੰ ਭਜਾ ਕੇ ਦੇਖ ਲਓ, ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ, ਉਦੋਂ ਫਿਰ ਬਦਨਾਮੀ ਜ਼ਿਆਦਾ ਹੋਣੀ ਹੈ। ਇੱਕ ਤਾਂ ਉਹ ਕੰਮ ਨਾ ਹੋਵੇ। ਦੂਜੀ ਗੱਲ ਐ ਸੀ ਕਿ ਵੀ ਜਿਹੜੀ ਤੁਸੀਂ ਉਹ ਗੱਲ ਕੀਤੀ ਨਾ ਕਿ ਵੀ ਬੰਦੇ ਕਈ ਵਾਰ ਸਪਾਂਸਰ ਕਰਦੇ ਵੀ ਇੰਨਾ ਖਰਚਾ, ਬਾਅਦ ਦੇ ਵਿੱਚ ਜਦੋਂ ਕੋਈ RTI ਪਾ ਕੇ ਪੁੱਛੇ ਜੀ ਉਹ ਜੀ ਜਿੱਦਣ ਖੇਡ ਮੇਲਾ ਸੀਗਾ ਅਸਲ ਦੇ ਵਿੱਚ ਖੇਡ ਮੇਲੇ ਦੇ ਉੱਪਰ ਮੰਨ ਲਓ ਜੇ 100 ਰੁਪਇਆ ਇਕੱਠਾ ਆਇਆ ਤਾਂ ਖੇਡ ਮੇਲੇ ਤੇ ਲੱਗੇ 20 ਰੁਪਏ, ਉਹ ਜੀ 15-20 ਕੁਰਸੀਆਂ ਦੇ ਲੱਗ ਗਏ ਜੀ, ਉਦੋਂ ਬਾਅਦ VIP ਦੇ ਗੁਲਦਸਤਿਆਂ ਦੇ 10-15 ਲੱਗ ਗਏ ਜੀ, ਫਿਰ ਉੱਥੇ ਟੈਂਟ ਥੋੜ੍ਹਾ ਜਿਹਾ AC ਟਾਈਪ ਮਾਹੌਲ ਜਿਹਾ ਬਣਾ ਲਿਆ ਜੀ, 10-15 ਉੱਤੇ ਲੱਗੇ, ਮਤਲਬ 75% ਖਰਚਾ VIP ਦੇ ਦੂਜੇ ਤੀਜੇ ਕੰਮ ਦੇ ਉੱਪਰ ਨਾ ਲੱਗ ਜਾਵੇ। ਉਹਦੇ ਨਾਲੋਂ ਚੰਗਾ ਇਹੋ ਜਿਹੇ ਇਹ ਵੀ ਹੋ ਸਕਦਾ ਵੀ ਜੇ ਮੰਨ ਲਓ ਵੀ ਉਹ ਬਲਾਕ ਪੱਧਰ ਦੀਆਂ ਖੇਡਾਂ ਨੇ, ਕੱਲ ਨੂੰ ਜੇ ਆਪਾਂ ਮੰਨ ਲਓ ਖਿਡਾਰੀਆਂ ਨੂੰ ਬਣਾਉਣਾ ਤੇ ਹੁਣ ਖਿਡਾਰੀ ਇਹ ਤੇ ਨਹੀਂ ਵੀ ਜੇ ਕੋਈ ਅੰਮ੍ਰਿਤਸਰ ਦਾ ਰਹਿਣ ਵਾਲਾ ਤੈਨੂੰ ਆਖੇ ਵੀ ਤੂੰ ਨਾ ਪਟਿਆਲੇ ਜਾਣਾ ਡੇਲੀ, ਉੱਥੇ ਜਾ ਕੇ ਤੇ ਤੂੰ ਐਕਸਰਸਾਈਜ਼ ਕਰਿਆ ਕਰਨੀ, ਉੱਥੇ ਜਾ ਕੇ ਤੂੰ ਲੈਣਾ ਆਪਣਾ ਸਾਰਾ ਹਿਸਾਬ ਕਿਤਾਬ। ਉਹਦੇ ਨਾਲੋਂ ਚੰਗਾ ਵੀ ਉਹ ਬਲਾਕ ਪੱਧਰ ਦੇ ਉੱਪਰ ਵੀ ਐਪਰੀਸੀਏਸ਼ਨ ਹੋ ਸਕਦੀ ਵੀ ਜੇ ਮੰਨ ਲਓ ਕੱਲ ਨੂੰ ਇਸ ਬਲਾਕ ਦੀ ਚੰਗੀ ਪਰਫਾਰਮੈਂਸ ਹੁੰਦੀ ਹੈ ਤੇ ਅਸੀਂ ਕੱਲ ਨੂੰ ਇਹ ਪ੍ਰਾਇੋਰਟੀ ਕਰਾਂਗੇ ਵੀ ਜਿਹੜੀਆਂ ਵੀ ਗੇਮਾਂ ਦੇ ਵਿੱਚ ਬੱਚੇ ਚੰਗੇ ਨੇ ਉਹਨਾਂ ਦੇ ਲਈ ਇੱਥੇ ਲੋਕਲ ਤੁਹਾਨੂੰ ਸਹੂਲਤ ਬਣਾ ਕੇ ਦਈਏ ਤਾਂ ਜੋ ਉਹ ਵਾਲਾ ਪੈਸਾ ਉੱਥੇ ਉਸ ਬਲਾਕ ਦੇ ਵਿੱਚ ਲੱਗੇ ਤੇ ਅਗਲੇ ਨੂੰ ਵੀ ਲੱਗੇ ਵੀ ਯਾਰ ਸਾਡੇ ਕੋਲ ਆ ਸਹੂਲਤ ਬਣ ਜਾਣੀ, ਜਵਾਕ ਕੇ ਪਾਸੇ ਲੱਗ ਜੂ। ਜ਼ਰੂਰੀ ਹੈ। ਦੇਖੋ ਸੰਧਾਲੀਆ ਸਾਹਿਬ, ਹੋ ਸਕਦਾ ਕਿਸੇ ਨੂੰ ਲੱਗੇ ਖੇਡਾਂ ਹੀ ਨਹੀਂ, ਕੀ ਹੋਣ ਲੱਗਾ ਨਾ ਸਾਡੇ ਕੋਲੇ ਗੈਂਗਸਟਰ ਹੈਗੇ ਆ। ਯਾਨੀ ਜੇ ਇਸ ਉਦਮ ਨੂੰ ਮੈਂ ਕਹਿੰਦਾ ਕਿ ਵਿਰੋਧੀ ਪਾਰਟੀਆਂ ਇਸ ਗੱਲ ਦੀ ਆਸ ਨਾ ਕਰਨ ਕਿ ਉਹ ਕੋਈ ਗਲਤੀ ਕਰਨਗੇ ਅਸੀਂ ਨੁਕਸ ਕੱਢੀਏ। ਅਜੇ 29 ਤਰੀਕ ਤੋਂ ਟੂਰਨਾਮੈਂਟ ਸ਼ੁਰੂ ਹੋਣਾ, ਅਜੇ ਟਾਈਮ ਪਿਆ। ਇਹ 29 ਤਰੀਕ ਤੱਕ ਇਹਨਾਂ 20 ਦਿਨਾਂ ਦੇ ਵਿੱਚ ਸੁਝਾਅ ਦਿਓ ਕਿ ਭਾਈ ਅਸੀਂ ਆਪਣੀ ਸਰਕਾਰਾਂ ਦੇ ਹੁੰਦੇ ਆਹ ਕੰਮ ਕੀਤਾ ਸੀ, ਇੱਦਾਂ ਰਹਿ ਜਾਂਦੀ ਕਮਜ਼ੋਰੀ, ਆ ਤੁਸੀਂ ਦੂਰ ਕਰ ਲਿਓ ਜੇ ਤਾਂ ਪੰਜਾਬ ਦਾ ਹਿੱਤ ਭਾਲਦੇ ਆ। ਹਾਂ ਜੇ ਕਮਜ਼ੋਰੀ ਭਾਲਦੇ ਆ ਫਿਰ ਗੱਲ ਵੱਖਰੀ ਆ, ਫਿਰ ਆਪਾਂ ਚੁੱਪ ਰਹਿ ਲੈਂਦੇ ਆ। ਹਾਂ ਜੇ ਫਿਰ ਵੀ ਗਲਤੀ ਕਰੂਗੀ ਸਰਕਾਰ ਫਿਰ ਨਿੰਦਣਾ ਤਾਂ ਹੈਗਾ ਹੀ ਆ ਸਾਰਿਆਂ ਨੇ, ਮੀਡੀਆ ਦਾ ਵੀ ਕੰਮ ਹੈ, ਵਿਰੋਧੀ ਧਿਰਾਂ ਦਾ ਵੀ ਕੰਮ ਹੈ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਮੈਂ ਸੋਚ ਰਿਹਾ ਸੀਗਾ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਕਬੱਡੀ ਟੂਰਨਾਮੈਂਟ ਹੀ ਹੁੰਦੇ ਆ, ਮਾੜੇ ਨਹੀਂ ਆ, ਛਿੰਝਾਂ ਹੁੰਦੀਆਂ ਮਾੜੀ ਨਹੀਂ ਆ, ਵਾਲੀਬਾਲ ਦੇ ਮੁਕਾਬਲੇ ਹੁੰਦੇ ਕੋਈ ਮਾੜੇ ਨਹੀਂ, ਚੰਗੇ ਆ, ਹੋਣੇ ਚਾਹੀਦੇ ਆ, ਪਰ ਉਹ ਤੋਂ ਕਾ ਨੌਕਰੀ ਨਹੀਂ ਮਿਲਦੀ, ਰੁਜ਼ਗਾਰ ਨਹੀਂ ਮਿਲਦਾ, ਬੱਚੇ ਫਿਰ ਮੁੜ ਕੇ ਜਾਣ ਕਿੱਥੇ ਕੋਈ ਸਮਝ ਨਹੀਂ। ਹੁਣ ਉਹਦੇ ਵਿੱਚ ਵੀ 500-700 ਖਿਡਾਰੀ ਆ, ਉਹੀ ਚੋਣਵਾਂ ਜਿਹਾ ਉੱਥੇ ਕੀ ਕੰਮ ਤੁਰਿਆ। ਪਰ ਜੇ ਹੁਣ 27-28 ਖੇਡਾਂ ਦੇ ਮੁਕਾਬਲੇ ਹੋਣਗੇ, ਜੇ ਬਲਾਕ ਦੇ ਵਿੱਚ ਪਹਿਲਾਂ ਟੀਮ ਖੇਡੂ ਉਹਦੇ ਵਿੱਚੋਂ ਜਿੱਤੂ ਤਾਂ ਖਿਡਾਰੀ ਜ਼ਿਲ੍ਹੇ ਜਾਊ, ਸਿਫਾਰਸ਼ੀ ਨਹੀਂ ਹੋ ਸਕਦਾ। ਨਹੀਂ ਤਾਂ ਅੱਗੇ ਤੁਸੀਂ ਕਿ ਇੰਨੇ ਖਿਡਾਰੀ ਖੇਡਣੇ ਵੀ 100-150 ਖਿਡਾਰੀ 8 ਕਲੱਬਾਂ 'ਚ ਖੇਡਣਾ, 200 ਖਿਡਾਰੀ ਖੇਡਣਾ, ਉਹ 'ਚ ਕੌਣ ਬੰਦਾ ਜਾਂਦਾ, ਚੰਗੇ ਹੀ ਜਾਂਦੇ ਆ ਪਰ ਹਰ ਇੱਕ ਨੂੰ ਮੌਕਾ ਨਹੀਂ ਮਿਲਦਾ। ਹੁਣ ਇੱਥੇ ਜਿਹੜਾ ਬੱਚਾ ਬਲਾਕ ਪੱਧਰੀ ਟੂਰਨਾਮੈਂਟ ਦੇ ਵਿੱਚ ਖੇਡੂ ਉੱਥੇ ਸਾਰਿਆਂ ਨੂੰ ਦੱਸਣਾ ਇਹ ਮਾੜਾ ਕਿ ਚੰਗਾ। ਅੱਜ ਕੱਲ੍ਹ ਹਰ ਇੱਕ ਚੀਜ਼ ਦੀ ਰਿਕਾਰਡਿੰਗ ਹੈ, ਲੋਕਾਂ ਦਾ ਰੌਲਾ ਪਾ ਲੈਣਾ ਕਿ ਚੰਗਾ ਤਾਂ ਉਹ ਖੇਡਦਾ ਜ਼ਿਲ੍ਹੇ ਵਾਲੀ ਟੀਮ 'ਚ ਲੈ ਕਿਹੜਾ ਗਏ। ਫਿਰ ਮੁੜ ਕੇ ਜਦੋਂ ਜ਼ਿਲ੍ਹਿਆਂ ਦੇ ਵਿੱਚ ਮੁਕਾਬਲੇ ਹੋਣੇ ਆ ਸਾਰੀ ਦੁਨੀਆ ਨੇ ਦੇਖਣਾ ਕਿ ਭਾਈ ਆਹ ਬੱਚਾ ਚੰਗਾ ਆ, ਆਹ ਨਹੀਂ ਚੰਗਾ, ਤੇ ਜਿਹੜਾ ਚੰਗਾ ਜੇ ਉਹਨੂੰ ਸਟੇਟ ਵਾਲੇ ਮੁਕਾਬਲੇ ਦੇ ਵਿੱਚ ਨਾਲ ਲੱਗ ਗਿਆ ਲੋਕਾਂ ਤੇ ਝੱਟ ਰੌਲਾ ਪਾਉਣਾ। ਜਾਣੀ ਹੋ ਸਕਦਾ ਕਿ ਸਿਲੈਕਸ਼ਨ ਦੀ ਪ੍ਰਕਿਰਿਆ ਵੀ ਪਾਰਦਰਸ਼ੀ ਹੋ ਜਾਏ। ਸਾਡੇ ਕੋਲੇ ਬਹੁਤ ਸਾਰੇ ਖਿਡਾਰੀ ਇਦਾਂ ਦੇ ਆ ਜਾਣ ਜਿਨ੍ਹਾਂ ਨੂੰ ਕਦੇ ਮੌਕਾ ਹੀ ਨਹੀਂ ਸੀ ਮਿਲਣਾ ਤੇ ਹੁਣ ਉਹਨਾਂ ਦਾ ਮੌਕਾ ਜਿਹੜਾ ਉਹ ਮਿਲ ਜਾਏ। ਹਾਂ ਜੇ ਤਾਂ ਸੰਧਾਲੀਆ ਸਾਹਿਬ ਇਹਨੂੰ ਸਰਕਾਰ ਗੰਭੀਰਤਾ ਨਾਲ ਕਰ ਗਈ, ਪਿੰਡਾਂ ਦੇ ਵਿੱਚ 10-10 12-12 ਖਿਡਾਰੀ ਵੀ ਉੱਭਰ ਪਏ, ਕੋਚਿੰਗ ਲੈਣ ਲੱਗ ਪਏ ਕਿ ਅਗਲੇ ਸਾਲ ਫਿਰ ਖੇਡਾਂ ਹੋਣੀਆਂ, ਤੁਸੀਂ ਦੇਖਿਓ ਮਾਹੌਲ ਹੀ ਬਦਲ ਜਾਣਾ। ਫਿਜ਼ੀਕਲ ਐਜੂਕੇਸ਼ਨ ਦੇ ਇੱਕ ਬੇਰੁਜ਼ਗਾਰ ਜਿਹੜੇ ਅਧਿਆਪਕ ਨੇ ਉਹਨਾਂ ਦੇ ਨਾਲ ਸਵੇਰ ਵਾਲੇ ਪ੍ਰੋਗਰਾਮ 'ਚ ਗੱਲ ਹੋਈ, ਉਹ ਕਹਿੰਦੇ ਜੀ ਮੈਂ ਪ੍ਰਾਈਵੇਟ ਸਕੂਲੇ ਪੜ੍ਹਾਉਣਾ, 10ਵੀਂ 12ਵੀਂ ਦੇ ਨਿਆਣਿਆਂ ਦਾ 35-35 ਕਿਲੋ ਭਾਰ ਵੀ ਆ ਤੇ 2-2 ਨੰਬਰ ਦੀਆਂ ਅੱਖਾਂ ਦੀਆਂ ਐਨਕਾਂ ਲੱਗੀਆਂ।
ਤੇ ਪ੍ਰੈਕਟੀਕਲੀ ਕਹਿੰਦੇ ਜੀ ਕੋਈ ਨਹੀਂ ਕੰਮ ਕਰਨ ਦਿੰਦਾ ਕਿ ਇਹਨਾਂ ਨੂੰ ਖੜਾਈਏ। ਉਹ ਕਹਿੰਦੇ ਰਹਿਣ ਦਿਓ, ਚੱਕਰ ਆ ਕੇ ਡਿੱਗ ਪਊਗਾ, ਕਿੱਥੇ ਨੂੰ ਜਾਵਾਂਗੇ, ਗਰਾਊਂਡ 'ਚ ਨਾਲ ਲੈ ਕੇ ਜਾਓ ਮਾਸਟਰ ਜੀ, ਥਿਊਰੀ ਕਰਾ ਦਿਆ ਕਰੋ। ਯਾਨੀ ਜੇ ਤਾਂ ਆਪਾਂ ਪੰਜਾਬ ਸਿਹਤਮੰਦ ਬਣਾਉਣਾ, ਮੈਂ ਨਹੀਂ ਕਹਿੰਦਾ ਸਾਰੇ ਬੱਚੇ ਇਦਾਂ ਦੇ ਹੋਣੇ ਆ, ਪਰ ਜੇ ਉਹਨਾਂ ਦੇ 2-2 ਨੰਬਰ ਦੀਆਂ ਐਨਕਾਂ ਲੱਗੀਆਂ, ਜੇ 35-35 40-40 ਕਿਲੋ ਭਾਰ ਹੈ, ਜੇ ਸਰੀਰਕ ਤੌਰ ਤੇ ਰਿਸ਼ਟ ਪੁਸ਼ਟੀ ਨਹੀਂ, ਤਾਂ ਫਿਰ ਅਸੀਂ ਸਿਹਤਮੰਦ ਪੰਜਾਬ ਤਾਂ ਪੈਦਾ ਹੀ ਨਹੀਂ ਕਰ ਰਹੇ। ਆਹ ਚੀਜ਼ ਦੀ ਜ਼ਰੂਰਤ ਹੈ। ਦੇਖੋ ਮੇਰੀ ਸੁਣੋ ਗੱਲ, ਹਾਂਜੀ, ਇਹ ਮਾਸਟਰ ਜੀ ਨਾਲ ਮੇਰੀ ਗੱਲ ਕਰਾਓ। ਅੱਛਾ, ਕਿਉਂਕਿ ਕਾਰਨ ਇਹ ਆ ਵੀ ਮਾਸਟਰ ਜੀ ਦੀ ਗੱਲ ਤੋਂ ਮੈਨੂੰ ਇਦਾਂ ਲੱਗਾ ਵੀ ਆਪਾਂ ਇਹਦੋਂ ਪਹਿਲਾਂ ਗੱਲ ਤੇ ਕਰ ਲਈ ਵੀ 10 ਸਾਲ ਅਕਾਲੀ ਭਾਜਪਾ ਸਰਕਾਰ ਸੀ, ਉਦੋਂ ਬਾਦਲ ਸਾਹਿਬ ਨਹੀਂ ਕਰਾਉਂਦੇ ਰਹੇ ਜੀ ਕਬੱਡੀ ਟੂਰਨਾਮੈਂਟ, ਹੈ ਨਾ, ਖੇਡਾਂ ਹੁੰਦੀਆਂ ਰਹੀਆਂ। 5 ਸਾਲ ਕੈਪਟਨ ਸਾਹਿਬ ਦੀ ਸਰਕਾਰ ਸੀ, ਚਲੋ ਖੇਡਾਂ ਨਹੀਂ ਹੋਈਆਂ, ਤੰਦਰੁਸਤ ਪੰਜਾਬ ਨਹੀਂ ਚੱਲਿਆ, ਬੜਾ ਚੱਲਿਆ। ਅਤੇ ਉਹ 5 ਸਾਲ ਤੰਦਰੁਸਤ ਪੰਜਾਬ ਹੋਇਆ ਕਿਉਂ ਨਾ ਯਾਰ, ਕਮਾਲ ਹੋ ਗਈ। ਤੁਸੀਂ ਅਜੇ ਜਵਾਕਾਂ ਦਾ ਸਰਕਾਰ ਤੇ ਉਂਗਲ ਹੈ ਉਹਨਾਂ ਦੀ। ਮੈਂ ਉਹੀ ਕਹਿ ਰਿਹਾ ਵੀ ਉਹ ਆਖੀ ਜਾਂਦੇ ਵੀ ਜਵਾਕ ਦਾ ਭਾਰ 35 ਕਿਲੋ ਆ, ਮੈਂ ਨਾ ਵੀ ਸਾਲ ਦਾ ਕਿਲੋ ਵੀ ਵੱਧਦਾ ਤਾਂ ਵੀ 40 ਹੋ ਜਾਣਾ ਚਾਹੀਦਾ, ਉਹ ਫੇਰ ਤੰਦਰੁਸਤ ਨਹੀਂ ਆ। ਫਿਰ ਤੰਦਰੁਸਤ ਪੰਜਾਬ ਕਿਹੜਾ ਬਣਦਾ ਰਿਹਾ 5 ਸਾਲ? ਉਹਨਾਂ ਦਾ ਵਧਿਆ ਕਿ ਨਹੀਂ ਵਧਿਆ, ਕਈਆਂ ਦਾ ਵੱਧ ਗਿਆ ਸੀ ਭਾਰ, ਹੁਣ ਕਹਿੰਦੇ ਹੁਣ ਘਟਾਉਂਦੇ ਫਿਰਦੇ ਆ। ਚਲੋ ਗੱਲ ਇਹ ਆ ਵੀ ਆਪਾਂ ਇੰਨੀ ਕੀ ਗੱਲ ਕਰਦੇ ਆ ਵੀ ਆਸ ਦੀ ਕਿਰਨ ਹੈਗੀ ਹੈ। ਜਦੋਂ ਇਹ ਸ਼ੁਰੂ ਹੋ ਜਾਣਾ ਮੇਲਾ, 2 ਮਹੀਨੇ ਚੱਲਣਾ, ਇੱਥੇ ਮੇਲਾ ਹੋਣਾ, ਇੱਥੇ ਹੀ ਆਪਾਂ ਹੋਣਾ, ਆਪਾਂ ਫਿਰ ਉਦੋਂ ਗੱਲ ਕਰ ਲਵਾਂਗੇ। ਹੁਣ ਤੱਕ ਦੀ ਗੱਲ ਇਹ ਆ ਵੀ ਚਲੋ ਚੰਗੀ ਗੱਲ। ਦੂਜਾ ਮੇਲਾ ਲੱਗਾ ਸੀਗਾ ਮੌਨਸੂਨ ਸੈਸ਼ਨ ਦਾ, ਉਥੇ ਲੀਡਰ ਸਾਹਿਬਾਨ ਜਿਹੜੇ ਚੁਣ ਕੇ ਭੇਜੇ ਉਹ ਵੀ ਗਏ, ਜਿਹੜੇ ਚੁਣ ਕੇ ਵਾਲਿਆਂ ਨੇ ਗਾਂ ਚੁਣ ਕੇ ਭੇਜੇ ਉਹ ਵੀ ਗਏ, ਯਾਨੀ ਕਿ ਲੋਕ ਸਭਾ ਵਾਲੇ ਵੀ ਤੇ ਰਾਜ ਸਭਾ ਵਾਲੇ ਵੀ। ਉੱਥੋਂ ਹੁਣ ਜੋ ਰਿਪੋਰਟਾਂ ਆਉਂਦੀਆਂ ਪਈਆਂ, ਉਹ ਕਹਿੰਦੇ ਵੀ ਆਹੋ ਵੀ ਮਤਲਬ ਕਈ ਬੰਦੇ ਦੇ ਪਹੁੰਚੇ ਨਹੀਂ ਉੱਥੇ। ਉਹ ਕਹਿੰਦੇ ਵੀ ਯਾਰ ਹੈ ਤਾਂ ਸਾਡੇ MP ਸਾਹਿਬ, ਪਰ ਉੱਥੇ ਗਏ ਹੀ ਨਹੀਂ ਕਹਿੰਦੇ। ਤੇ ਕਈ ਕਹਿੰਦੇ ਉਹ ਬਾ ਮਾੜਾ ਜਿਹਾ ਗਏ ਉੱਥੇ ਫਾਰਮੈਲਿਟੀ ਨੂੰ, ਤੇ ਕਈ ਕਹਿੰਦੇ ਗਏ ਤੇ ਸੀਗੇ ਵਾਵਾ ਦਿਨ। ਤੇ ਜਦੋਂ ਕਹਿੰਦੇ ਵੀ ਕੋਈ ਸਵਾਲ ਸੂਲ, ਉਹ ਕਹਿੰਦੇ ਯਾਰ ਕੋਈ ਨਹੀਂ ਪੁੱਛ ਲਾਂਗੇ, ਆ ਬੰਦੇ ਬੈਠੇ ਹੀ ਇਹਨਾਂ ਨੇ ਪੁੱਛ ਹੀ ਲੈਣਾ, ਬੜੇ ਪੁੱਛੇ ਨੇ ਆਪਾਂ ਨੂੰ ਕੀ ਲੋੜ ਪਈ। ਸੋ ਉਹ ਜਿਹੜੀ ਚੀਜ਼ ਹੋਈ ਹੈ, ਉਹਨੇ ਮੈਨੂੰ ਲੱਗਦਾ ਵੀ ਜਿਹੜਾ ਪਿਛਲੇ ਦਿਨ ਹੀ ਆਮ ਆਦਮੀ ਪਾਰਟੀ ਵਾਲੇ ਬੈਕਫੁੱਟ ਤੇ ਹੋਏ ਫਿਰਦੇ ਸੀ ਵੀ ਯਾਰ ਤੁਸੀਂ 7 ਦੇ 7 ਰਾਜ ਸਭਾ ਮੈਂਬਰ ਬਣਾਈ ਫਿਰਦੇ ਹੋ। ਮੈਂ ਨਾ ਅੱਗੇ ਕਦੀ ਰਾਜ ਸਭਾ ਮੈਂਬਰ ਦਾ ਸਵਾਲ ਸੂਲ ਸੁਣਿਆ ਸੀ ਨਹੀਂ, ਐਤਕੀ ਰਾਜ ਸਭਾ ਮੈਂਬਰ ਹੀ ਸਵਾਲ ਪੁੱਛੀ ਜਾਂਦੀ, ਇਹਨਾਂ ਨੂੰ ਟਾਈਮ ਕਿੱਦਾਂ ਮਿਲ ਗਿਆ ਨਾ? ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ ਕਿ ਜਿਨ੍ਹਾਂ ਨੇ ਸਵਾਲ ਪੁੱਛੇ, ਚਾਹੇ ਉਹ ਕਿਸੇ ਵੀ ਧਿਰ ਦੇ ਸੀ, ਜਿਨ੍ਹਾਂ ਨੇ ਉੱਥੇ ਹਾਜ਼ਰੀ ਭਰੀ, ਲੋਕ ਸਭਾ ਤੇ ਰਾਜ ਸਭਾ ਦੇ ਪੰਜਾਬ ਦੇ MPs ਨੇ, ਕੋਈ ਸਾਨ ਨਹੀਂ ਕੀਤਾ। ਪਹਿਲੀ ਗੱਲ ਇਹ ਕਿ ਜੇ ਆਪਾਂ ਕਹੀਏ ਕਿ ਭਾਈ ਉਹਨਾਂ ਨੇ ਬਹੁਤ ਵਧੀਆ ਕੀਤਾ ਹੈ, ਉਹ ਤਨਖਾਹ ਲੈਂਦੇ ਆ, ਉਹ ਸਹੂਲਤਾਂ ਲੈਂਦੇ ਆ, ਉਹ ਇਸ ਗੱਲ ਕਰਕੇ ਉਧਰਲੇ ਪਾਸੇ ਆਏ ਸੀ, ਅਸੀਂ ਉਹਨਾਂ ਨੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ। ਇਹਦੇ ਤੋਂ ਗਾਂ ਜੇ ਆਪਾਂ ਕਹੀਏ ਕਿ ਭਾਈ ਉਹਨਾਂ ਨੇ ਪਤਾ ਨਹੀਂ ਕੀ ਕਰ ਦਿੱਤਾ, ਅਸਮਾਨ ਨੂੰ ਟਾਕੀ ਲਾਤੀ, ਬਿਲਕੁਲ ਨਹੀਂ। ਉਹਨਾਂ ਦਾ ਦਿਲ ਤੋੜਤਾ ਗੱਲ ਤੋੜਿਆ ਨਹੀਂ, ਮੈਂ ਅੱਗੇ ਆਉਣਾ ਹੀ ਹੈ ਜੀ। ਨਹੀਂ, ਮੈਨੂੰ ਇਹ ਸੀ ਵੀ ਅਗਲੇ ਨੇ ਆਖਣਾ ਵੀ ਯਾਰ ਆਹ ਚੰਗੀ ਗੱਲ ਹੀ, ਮਤਲਬ ਜੇ ਅਸੀਂ ਸਾਰਾ ਕੁਝ ਪੁੱਛਿਆ, ਤੁਸੀਂ ਕਹਿੰਦੇ ਤੁਹਾਡਾ ਫੇਰ ਵੀ ਕੋਈ ਨਹੀਂ ਵਟਿਆਗਾ। ਉਹ ਕਹਿੰਦੇ ਵੀ ਅਗਲੀ ਵਾਰ ਵੀ ਅਸੀਂ ਮਤਲਬ ਮੂੰਹ 'ਚ ਘੁੰਗਣੀਆਂ ਪਾ ਕੇ ਬੈਠ ਰਹਾਂਗੇ। ਹੁਣ ਅੱਗੇ ਚੱਲਣ ਲੱਗੇ ਨਾ, ਜੇ ਤੁਸੀਂ ਮੂੰਹ 'ਚ ਘੁੰਗਣੀਆਂ ਪਾਉਣੀਆਂ, ਫਿਰ ਇਦਾਂ ਹੀ ਅਸੀਂ ਘੁੰਗਣੀਆਂ ਨਹੀਂ ਨਾ ਪਾਉਣੀਆਂ ਉਸ ਲਈ। ਹੁਣ ਸਨੀ ਦਿਓਲ ਸਾਹਿਬ, ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਸਮੱਸਿਆ ਹੈ, ਕੋਈ ਮਜਬੂਰੀ ਹੈ ਜਾਂ ਕੀ ਸੀ, ਉਹ ਨਹੀਂ ਵੜੇ। ਉਹ ਵੈਸੇ ਗੁਰਦਾਸਪੁਰ ਵੀ ਨਹੀਂ ਵੜੇ, ਉਹ ਵੱਖਰੀ ਗੱਲ ਆ। ਗੁਰਦਾਸਪੁਰ ਵਾਲੇ ਹੁਣ ਉਡੀਕਦੇ ਹੋਣੇ ਆ, ਹੋ ਸਕਦਾ ਕੋਈ ਨਾ ਕੋਈ ਨਲਕਾ, ਜਿਹਦਾ ਨਲਕਾ ਪਾਣੀ ਛੱਡ ਗਿਆ, ਉਹ ਕਹਿੰਦੇ ਹੁਣ ਯਾਰ ਨਲਕਾ ਹੁਣ ਕਿਸੇ ਕੰਮ ਦਾ ਤਾਂ ਹੈ ਨਹੀਂ, ਅਗਲੀ ਵਾਰ MP ਸਾਹਿਬ ਨੂੰ ਦੇ ਦੇਵਾਂਗੇ। ਪਰ MP ਸਾਹਿਬ ਜੇ ਜਾਣਗੇ ਤਾਂ ਹੀ ਦੇਣਗੇ ਉਹ ਨਲਕਾ ਉਹਨਾਂ ਨੂੰ। ਸਨੀ ਦਿਓਲ ਸਾਹਿਬ ਤਾਂ ਗਏ ਨਹੀਂ। ਸੁਖਬੀਰ ਸਿੰਘ ਬਾਦਲ ਸਾਹਿਬ, ਕਿਉਂਕਿ ਇਸ ਵੇਲੇ ਅਕਾਲੀ ਦਲ ਦੇ ਵਿੱਚ ਕਈ ਤਰ੍ਹਾਂ ਦੀ ਉਠਕ ਬੈਠਕ ਹੈ। ਬਿਕਰਮ ਸਿੰਘ ਮਜੀਠੀਆ ਸਾਹਿਬ ਜਿਹੜੇ ਨੇ ਉਹ ਅੰਦਰ ਨੇ, ਸਾਰਾ ਭਾਰ ਉਹਨਾਂ ਦੇ ਉੱਤੇ ਹੈ, ਕਮੇਟੀਆਂ ਬਣੀਆਂ ਹੋਈਆਂ ਨੇ, ਉਹ ਬਹੁਤ ਘੱਟ ਗਏ ਉੱਥੇ, ਸਵਾਲ ਵੀ ਨਹੀਂ ਕੋਈ ਪੁੱਛਿਆ ਤੇ ਹਾਜ਼ਰੀ ਵੀ ਜਿਹੜੀ ਉਹ ਜ਼ਿਆਦਾ ਘੱਟ ਰਹੀ। ਬੀਬੀ ਬਾਦਲ ਹੋਰਾਂ ਨੇ 7-8 ਸਵਾਲ ਪੁੱਛੇ, ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੇ, ਪਰ ਕਿਉਂਕਿ ਉਹ ਅਕਾਲੀ ਦਲ ਦੇ ਹੁਣ 2 ਹੀ ਪ੍ਰਤੀਨਿਧ ਨੇ ਲੋਕ ਸਭਾ ਰਾਜ ਸਭਾ ਦੇ ਵਿੱਚ, ਉਸ ਹਿਸਾਬ ਦੇ ਨਾਲ 19 ਰੜਕਵੀਂ ਹਾਜ਼ਰੀ ਜਿਹੜੀ ਉਹ ਲੱਗੀ ਨਹੀਂ। ਹਾਂ, ਬੀਬੀ ਬਾਦਲ ਹੋਰਾਂ ਨੇ ਜਿਹੜੇ ਸਵਾਲ ਪੁੱਛੇ ਉਹਨਾਂ ਦੀ ਚਰਚਾ ਹੋਈ, ਕਿਉਂਕਿ ਪੰਜਾਬ ਦੇ ਕਿਸਾਨੀ ਮੁੱਦਿਆਂ ਦੇ ਨਾਲ ਵਿੱਚੋਂ ਕਈ ਸਵਾਲ ਸੰਬੰਧਿਤ ਸੀ। ਸਿਮਰਨਜੀਤ ਸਿੰਘ ਮਾਨ ਸਾਹਿਬ, ਉਹ 14 ਦਿਨ 18 ਦਿਨਾਂ ਦੇ ਵਿੱਚੋਂ ਗਏ, ਉੱਥੇ ਹਾਜ਼ਰ ਰਹੇ ਨੇ, ਸਵਾਲ ਵੀ ਪੁੱਛੇ ਨੇ, ਉਹ ਜਿਹੜਾ ਸਵਾਲ ਪੁੱਛਦੇ ਸੀ ਉਹਨਾਂ ਦੀ ਚਰਚਾ ਵੀ ਜਿਹੜੀ ਉਹ ਹੁੰਦੀ ਰਹੀ ਹੈ। ਇਸੇ ਤਰੀਕੇ ਰਵਨੀਤ ਸਿੰਘ ਬਿੱਟੂ ਸਾਹਿਬ, ਡਾਕਟਰ ਅਮਰ ਸਿੰਘ ਹੋਰੀ ਤੇ ਬਾਕੀ ਜਿਹੜੇ ਔਜਲਾ ਸਾਹਿਬ, ਉਹਨਾਂ ਦੀ ਵੀ ਚਰਚਾ ਹੁੰਦੀ ਰਹੀ ਕਾਂਗਰਸ ਪਾਰਟੀ ਵੱਲੋਂ ਕਿ ਭਾਈ ਉਹ ਵੀ ਅੰਦਰ ਜਾ ਕੇ ਆਪਣਾ ਜਿਹੜਾ ਹਾਜ਼ਰੀ ਲਵਾਉਂਦੇ ਰਹੇ ਆ। ਪਰ ਜਿੱਥੇ ਤੁਸੀਂ ਹੁਣ ਆਏ ਹੋ, ਕਿਉਂਕਿ ਜਦੋਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਬਣਾਏ ਸੀ, ਮੈਂ ਫੇਰ ਕਹਿੰਦਾ ਉਹ ਬੰਦੇ ਇਸੇ ਕੰਮ ਲਈ ਬਣਾਏ ਸੀ, ਉਹਨਾਂ ਨੇ ਕੋਈ ਸਾਨ ਨਹੀਂ ਕੀਤਾ। ਜਾਨੀ ਜੇ ਕੋਈ ਬੰਦਾ, ਕਿਉਂਕਿ ਉਹਨਾਂ ਦੇ ਕੋਲ ਲੋਕ ਸਭਾ 'ਚ ਤਾਂ ਕੋਈ ਬੰਦਾ ਨਹੀਂ, ਰਾਜ ਸਭਾ ਵਾਲੇ ਸਵਾਲ ਪੁੱਛਣੇ ਸੀ। ਅਸ਼ੋਕ ਮਿੱਤਲ, ਉਹਨਾਂ ਨੇ ਸਭ ਤੋਂ ਵੱਧ 44 ਸਵਾਲ ਪੁੱਛੇ ਪੰਜਾਬ ਵਾਲਿਆਂ ਵਾਲੇ ਪਾਸਿਓਂ। ਰਾਘਵ ਚੱਡਾ ਹੋਰਾਂ ਦੇ ਉੱਤੇ ਬਹੁਤ ਸਾਰਾ ਨਿਸ਼ਾਨਾ ਲੱਗਾ ਸੀ, ਉਹਨਾਂ ਨੇ 43 ਸਵਾਲ ਪੁੱਛੇ। ਹਾਲਾਂਕਿ ਰਾਘਵ ਚੱਡਾ ਹੋਰਾਂ ਨੇ ਇੱਕ ਨੰਬਰ ਵੀ ਦਿੱਤਾ ਸੀ, ਜਿਸ ਨੰਬਰ ਦੇ ਉੱਤੇ ਕਿਹਾ ਸੀ ਕਿ ਮੈਂ ਪੰਜਾਬ ਦੇ ਕਿਹੜੇ ਮਸਲੇ ਚੱਕਾ, ਤੁਸੀਂ ਮੈਨੂੰ ਇਹ ਤੇ ਦੱਸੋ। ਤੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਜਸਵੀਰ ਸਿੰਘ ਗੜੀ,
ਉਹ ਕਹਿੰਦੇ ਜੀ ਮੈਂ 3 ਵਾਰੀ ਆਪ ਉਹਦੇ ਤੇ ਕੋਸ਼ਿਸ਼ ਕੀਤੀ, 20 ਸਕਿੰਟਾਂ ਬਾਅਦ ਫੋਨ ਆਪੇ ਹੀ ਕੱਟ ਹੋ ਜਾਂਦਾ। 20 ਸਕਿੰਟਾਂ 'ਚ ਦੱਸੋ ਕਿਹੜਾ ਮੁੱਦਾ ਤੁਹਾਡੇ ਨਾਲ ਡਿਸਕਸ ਕਰੀਏ, ਡਰਾਮਾ ਹੈ। ਪਰ ਸਕਦਾ ਫੋਨ ਨੂੰ ਸਮਝਾਇਆ ਹੋਵੇ ਵੀ ਜੇ ਉਧਰੋਂ ਫੋਨ ਆਇਆ ਫੇਰ ਨਹੀਂ ਚੁੱਕਣਾ। ਨਹੀਂ ਚੁੱਕਣਾ। ਉਹਨਾਂ ਤੇ ਆਮ ਲੋਕਾਂ ਦੀ ਗੱਲ ਕੀਤੀ, ਆਮ ਲੋਕਾਂ ਦੀ 43 ਸਵਾਲ ਉਹਨਾਂ ਨੇ ਵੀ ਪੁੱਛੇ। ਬਾਕੀ ਜਿਹੜੇ ਸੱਜਣ ਨੇ, ਚਾਹੇ ਉਹ ਸੰਜੀਵ ਸ਼ਰਮਾ ਹੋਰੀ ਹੋਣ ਜਾਂ ਬਾਕੀ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰੀ ਹੈ, ਸਵਾਲ ਉਹ ਵੀ ਜਿਹੜੇ ਆ ਠੋਕ ਵਜਾ ਕੇ ਜਿਹੜੇ ਉੱਥੇ ਪੁੱਛਦੇ ਰਹੇ। ਹਾਂ, ਜੇ ਨਾ ਪੁੱਛਦੇ, ਕਿਉਂਕਿ ਬਾਕੀ ਬੰਦੇ ਪੁਰਾਣੇ ਨੇ, ਉਹਨਾਂ ਦੇ ਕੋਲੇ ਬਾਕੀ ਅਹੁਦੇ ਵੀ ਰਹੇ। ਇਹਨਾਂ ਦਾ ਪਹਿਲਾ ਪੇਪਰ ਸੀ, ਉਹ ਪੇਪਰ ਦੇ ਵਿੱਚੋਂ ਥੋੜੇ ਜਿਹਾ ਪਾਸ ਹੀ ਹੋਏ ਨੇ। ਨਹੀਂ ਹੋਏ ਬਿਲਕੁਲ। ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰਾਂ ਦੀ ਹਾਜ਼ਰੀ ਵੀ ਪੂਰੀ ਰਹੀ, ਤੇ ਜਿਹੜੀ ਗੱਲ ਉਹਨਾਂ ਨੇ, ਦੇਖੋ ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਇੰਨੀ ਵਾਰ MP ਬਣਦੇ ਰਹੇ, ਕਦੋਂ ਦੇ ਉੱਥੇ ਆਪਣੇ ਲੀਡਰ ਸਾਹਿਬਾਨ ਜਾਂਦੇ ਨੇ, ਕਦੀ ਵੀ ਕਿਸੇ ਨੇ ਇਹ ਜ਼ਿਕਰ ਨਹੀਂ ਕੀਤਾ ਵੀ ਯਾਰ ਵੀਰ ਮੈਨੂੰ ਪੰਜਾਬੀ 'ਚ ਲਿਖ ਕੇ ਦਿਓ ਜੋ ਤੁਸੀਂ ਇੱਥੇ ਕਰਦੇ ਹੋ। ਹਾਲਾਂਕਿ ਹਿੰਦੀ ਉਹਨਾਂ ਨੂੰ ਵੀ ਆਉਂਦੀ ਹੈ, ਬਾਕੀ ਭਾਸ਼ਾਵਾਂ ਵੀ ਜਾਣਦੇ ਨੇ, ਪਰ ਕਹਿੰਦੇ ਵੀ ਮੈਂ ਪੰਜਾਬ ਤੋਂ ਆਉਣਾ ਤੇ ਮੇਰੀ ਬੋਲੀ ਪੰਜਾਬੀ ਹੈ। ਹੁਣ ਜੀ ਇਹ ਜ਼ਿਕਰ ਉਹਨਾਂ ਨੇ ਕੀਤਾ ਵੀ ਇਹਦੀ ਚਰਚਾ ਤੇ ਹੋਣੀ ਸੀ, ਐਪਰੀਸੀਏਸ਼ਨ ਵੀ ਮਿਲੀ। ਬਾਕੀ ਸਾਨੀ ਸਾਹਿਬ, ਵਿਕਰਮਜੀਤ ਸਾਨੀ ਹੋਰੀ, ਉਹਨਾਂ ਨੇ ਪਾਣੀਆਂ ਦਾ ਮੁੱਦਾ ਵੀ ਚੁੱਕਿਆ। ਉਹ ਕਹਿੰਦੇ ਵੀ ਦੇਖੋ ਕਾਰਨ ਆ ਵੀ ਜੋ ਮਰਜ਼ੀ ਕਹਿ ਲਓ, ਜੇ ਕੇਂਦਰ ਸਰਕਾਰ ਦਾ ਜਿਹੜਾ ਉਹ ਕਮਿਸ਼ਨ ਹੈ ਜੀ, ਉਹ ਸਾਰਾ ਅੰਦਾਜ਼ਾ ਲਾ ਕੇ ਕਹਿੰਦਾ ਵੀ 70% ਦੇ ਲਾਗੇ ਬੰਨੇ ਜਿਹੜਾ ਪੰਜਾਬ ਦੇ ਬਹੁਤ ਸਾਰੇ ਮਤਲਬ ਜਿਹੜੇ ਕਹ ਲਓ ਕਿ ਟਿਊਬਵੈੱਲ ਨੇ, ਉਹਨਾਂ ਦਾ ਪਾਣੀ ਕਹਿੰਦੇ ਵੀ ਘੱਟ ਹੈ, ਨਾ ਜਿੱਥੋਂ ਕਿਤੇ ਆਉਂਦਾ ਤੇ ਉੱਥੋਂ ਉਹ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਭਾਰੀਆਂ ਨੇ, ਤੇ ਇਹਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ। ਕਿਉਂਕਿ ਝੋਨਾ ਤਾਂ ਹੁਣ ਲੱਗਦਾ ਹੀ ਲੱਗਦਾ, ਝੋਨੇ ਦਾ ਆਪਾਂ ਹੱਲ ਕੋਈ ਨਹੀਂ ਕਰਦੇ, ਤੇ ਝੋਨਾ ਪਾਲਣ ਲਈ ਪਾਣੀ ਆਪਾਂ ਜ਼ਮੀਨ ਚੋਂ ਕੱਢਦੇ ਹਾਂ ਜੀ, ਤੇ ਜਿਹੜਾ ਪਾਣੀ ਇੱਕ ਨਾ ਜ਼ਮੀਨ ਚੋਂ ਨਿਕਲ ਆਉਂਦਾ ਦੁਬਾਰਾ ਜ਼ਮੀਨ 'ਚ ਜਾਂਦਾ ਕਿ ਨਹੀਂ ਜਾਂਦਾ, ਇਹਦਾ ਕੋਈ ਹਿਸਾਬ ਤਾਂ ਨਹੀਂ ਲੱਗਦਾ, ਤੇ ਇਹਦਾ ਕੋਈ ਹੱਲ ਚਾਹੀਦਾ। ਨਹੀਂ ਦੇਖੋ, ਹੱਲ ਤਾਂ ਚਾਹੀਦਾ। ਜੇ ਉਹ ਹੱਲ ਨਾ ਹੋਇਆ ਫਿਰ ਨੁਕਸਾਨ ਹੀ ਆ, ਫਿਰ ਜਾਵਾਂਗੇ ਕਿੱਧਰਲੇ ਪਾਸੇ ਨੂੰ ਨਾ। ਹਾਲਾਂਕਿ ਉਹ ਮੁੱਦਾ ਇਦਾਂ ਦਾ ਨਹੀਂ ਜਿਹੜਾ ਸਾਹਮਣੇ ਬੈਠਾ ਨਜ਼ਰ ਆਵੇ, ਜਾਂ ਉਹ ਮੁੱਦਾ ਇਦਾਂ ਦਾ ਨਹੀਂ ਜਿਹੜਾ ਇੱਕ ਦਿਨ 'ਚ ਹੱਲ ਹੋ ਜਾਣਾ। ਲੋਕਾਂ ਦੀ ਬਹੁਤ ਜ਼ਿਆਦਾ ਉਹ ਚਰਚਾ ਦਾ ਕੇਂਦਰ ਜਿਹਾ ਨਹੀਂ ਰਹਿੰਦਾ ਲਗਾਤਾਰ, ਪਰ ਫਿਰ ਵੀ ਉਹਨਾਂ ਨੇ ਮੁੱਦਾ ਚੁੱਕਿਆ ਕਿਉਂਕਿ ਗੰਭੀਰ ਹੈ ਨਾ, ਤੇ ਸਾਰੇ ਜਿੰਨੇ ਲੀਡਰ ਨੇ ਪੰਜਾਬ ਦੇ ਨਾਲ ਸੰਬੰਧਿਤ, ਉਹਨਾਂ ਨੂੰ ਇਹ ਮੁੱਦਾ ਲਗਾਤਾਰ ਚੁੱਕਣਾ ਚਾਹੀਦਾ, ਜਿਹਦੇ ਨਾਲ ਹੱਲ ਮਾੜਾ ਮੋਟਾ ਵਧਿਆ ਜਾ ਸਕੇ। ਨਹੀਂ, ਵਧੀਆ ਗੱਲ ਹੈ। ਚਲੋ ਆਪਾਂ ਇਹ ਆਸ ਉਮੀਦ ਕਰਦੇ ਹਾਂ ਵੀ ਜੇ ਮਤਲਬ ਚੁਣ ਕੇ ਭੇਜੇ ਜਾਂ ਚੁਣੇ ਹੋਏ ਨੁਮਾਇੰਦਿਆਂ ਨੇ ਗਾਂਹ ਚੁਣ ਕੇ ਭੇਜੇ, ਜਿਹੜੇ ਵੀ MP ਸਾਹਿਬਾਨ ਨੇ, ਉਹਨਾਂ ਨੇ ਉੱਥੇ ਜਾ ਕੇ ਪੰਜਾਬ ਦੀ ਹਾਜ਼ਰੀ ਲਵਾਈ, ਚੰਗੀ ਗੱਲ ਹੈ। ਇੱਕ ਨਿਰਾਸ਼ ਨਹੀਂ ਹੋਣਾ ਜਿਨ੍ਹਾਂ ਨੇ ਐਤਕੀ ਸਵਾਲ ਘੱਟ ਪੁੱਛੇ ਜਾਂ ਹਾਜ਼ਰੀਆਂ ਘੱਟ ਨੇ, ਅੱਗੋਂ ਵੀ ਆ ਜਾਣਾ ਸੈਸ਼ਨ, ਤੁਸੀਂ ਇਹਨਾਂ ਤੋਂ ਵੀ ਅੱਗੇ ਵੱਧ ਕੇ ਪੁੱਛ ਲਿਓ, ਉਹ ਤੁਹਾਡੇ ਫਰਜ਼ਾਂ ਦੀ ਪੂਰਤੀ ਹੋਣੀ ਹੈ। ਤੇ ਜਿਨ੍ਹਾਂ ਨੇ ਐਤਕੀ ਵੱਧ ਸਵਾਲ ਪੁੱਛੇ ਨੇ, ਇਹ ਨਹੀਂ ਹੈ ਕਿਉਂਕਿ ਤੁਸੀਂ ਪਹਿਲਾਂ ਤਨਖਾਹ ਲਈ ਤੇ ਸਵਾਲ ਪੁੱਛੇ, ਤੁਸੀਂ ਅੱਗੋਂ ਵੀ ਤਨਖਾਹ ਲੈਣੀ ਹੈ, ਸਵਾਲ ਤੁਸੀਂ ਫੇਰ ਪੁੱਛਣੇ ਆ, ਨਹੀਂ ਤਾਂ ਤੁਹਾਨੂੰ ਬਹੁਤ ਲੰਮੇ ਹੱਥੀਂ ਲੈਣਾ ਉਹਨਾਂ ਨੇ। ਇਸ ਕਰਕੇ ਤੁਸੀਂ ਆਪ ਦੀ ਕਾਰਗੁਜ਼ਾਰੀ ਉਦਾਂ ਹੀ ਬਰਕਰਾਰ ਰੱਖਣੀ ਹੈ। ਸਵਾਲ ਹੁਣ ਤੋਂ ਹੀ ਲੋਕਾਂ ਜਾ ਕੇ ਪੁੱਛਣ ਲੱਗ ਪਿਆ ਕਰੋ ਕਿ ਦੱਸੋ ਭਾਈ ਮੁੱਦਾ ਹੋਰ ਕਿਹੜਾ ਜਿਹੜਾ ਅਸੀਂ ਪਾਰਲੀਮੈਂਟ ਚੱਕੀਏ। ਇਹ ਤਾਂ ਹੈ। ਅੱਛਾ, ਦੂਜੀ ਗੱਲ ਇਹ ਹੈ ਵੀ ਹੁਣ ਜਿਵੇਂ ਜਿਵੇਂ 15 ਅਗਸਤ ਨੇੜੇ ਤੁਰੀ ਆਉਂਦੀ ਹੈ, 15 ਅਗਸਤ ਨੂੰ ਇਸ ਵਾਰ ਕਿਉਂਕਿ 75ਵਾਂ ਆਜ਼ਾਦੀ ਦਿਹਾੜਾ, ਕੇਂਦਰ ਸਰਕਾਰ ਵਾਲੇ ਪਾਸਿਓਂ ਘਰ ਘਰ ਤਿਰੰਗਾ ਕਰਕੇ ਮਤਲਬ ਇੱਕ ਨਵੀਂ ਮੁਹਿੰਮ ਚਲਾਈ ਗਈ ਹੈ। ਉਹਦਾ ਕਰਕੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਉਹ ਲੀਕੇ ਗਏ ਆ। ਹੁਣ ਇੱਕ ਪਾਸੇ ਤੇ ਕਹਿ ਲਓ ਕਿ ਜੇ ਕੇਂਦਰ ਸਰਕਾਰ ਹੈ, ਕੇਂਦਰ ਸਰਕਾਰ ਦੇ ਨਾਲ BJP ਦੀ ਗੱਲ ਕਰ ਲਓ ਜਾਂ NDA ਗੱਠਜੋੜ ਜਿਹੜੀਆਂ ਕਿ ਉਹ ਪਾਰਟੀਆਂ ਨੇ, ਉਹਨਾਂ ਦਾ ਇਹ ਪ੍ਰੋਗਰਾਮ ਮੰਨਿਆ ਜਾਂਦਾ। ਉਹਦੇ ਨਾਲ ਹੁਣ ਕਾਂਗਰਸ ਪਾਰਟੀ ਨੇ ਆਪਣੇ ਵੱਲੋਂ ਪ੍ਰੋਗਰਾਮ ਦੇ ਲਿਆ, ਜਿੱਦਾਂ ਤੁਸੀਂ ਰਾਜਾ ਵੜਿੰਗ ਸਾਹਿਬ ਨੂੰ ਦੇਖਦੇ ਹੋਣੇ, ਉਹਨਾਂ ਨੇ ਤਿਰੰਗਾ ਯਾਤਰਾ ਸ਼ੁਰੂ ਕਰ ਦਿੱਤੀ। ਉਹ ਕਹਿੰਦੇ ਸਾਡੀ 14 ਤੱਕ ਚੱਲਣੀ। ਉਹਦੇ ਵਿੱਚ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਤੇ ਕੁਝ ਹੋਰ ਜਥੇਬੰਦੀਆਂ ਨੇ ਉਦੋਂ ਉਹ ਨਿਸ਼ਾਨ ਸਾਹਿਬ ਚਲਾਉਣ ਦੀ ਗੱਲ ਕਰ ਦਿੱਤੀ ਸੀ ਸੇਮ ਡੇ। ਉਹਦੇ ਤੋਂ ਬਾਅਦ SGPC ਨੇ ਤਾਂ ਕਿਹਾ ਸੀ ਵੀ ਅਸੀਂ ਇਹਦੇ ਵਿੱਚ ਅਜੇ ਸ਼ਾਮਲ ਨਹੀਂ ਹੈਗੇ, ਅਸੀਂ ਆਪਣਾ ਫੈਸਲਾ ਬਾਅਦ 'ਚ ਦੱਸਾਂਗੇ, ਮੇਬੀ ਅੱਜ ਕੱਲ੍ਹ ਦੇ ਵਿੱਚ ਉਹ ਆਪਣੀ ਗੱਲ ਕਲੀਅਰ ਕਰ ਦੇਣ। ਜਥੇਦਾਰ ਸਾਹਿਬ ਨੇ ਹੁਣ ਕਿਹਾ ਕਿ ਉਹ ਕਹਿੰਦੇ ਕਿ ਵੀ ਅਸੀਂ ਉਸ ਦਿਨ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜੇ ਉਦੋਂ ਕਿਉਂਕਿ ਉਜਾੜਾ ਹੋਇਆ ਸੀ, ਬਹੁਤ ਪੰਜਾਬੀ ਉਦੋਂ ਉਸ ਵੱਢ ਟੁੱਕ ਦੇ ਵਿੱਚ ਮਰੇ ਵੀ ਸੀਗੇ, ਉਹਨਾਂ ਨੂੰ ਸ਼ਰਧਾਂਜਲੀ ਦਿਆਂਗੇ ਤੇ ਉਹਦੇ ਲਈ ਅਖੰਡ ਪਾਠ ਸਾਹਿਬ ਵੀ ਸ਼ੁਰੂ ਹੋਣਗੇ। ਹੁਣ ਇਹ ਤਰੀਕ ਤਾਂ ਉਹੀ ਹੈ ਘੁੰਮਦੀ ਫਿਰਦੀ 15 ਜੀ, ਪਰ ਉਹਦੇ ਆਸੇ-ਪਾਸੇ ਕਈ ਤਰ੍ਹਾਂ ਦੇ ਆਪੋ ਆਪਣੇ ਪ੍ਰੋਗਰਾਮ ਉਲੀਕੇ ਗਏ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਸਾਨੂੰ ਮੰਨਣੀ ਪਊ ਕਿ ਜਿਹੜੇ ਤਾਂ ਹੈਗੇ ਸਿਆਸਤਦਾਨ, ਉਹ 15 ਅਗਸਤ ਦੇ ਆਲੇ ਦੁਆਲੇ ਵੀ ਬਹੁਤ ਨਿਰਪੱਖ ਹੋ ਕੇ ਨਹੀਂ ਚੱਲਦੇ। ਸਿਆਸਤ ਹਾਵੀ ਰਹਿੰਦੀ ਹੈ ਇੱਕ ਦੂਜੇ ਤੋਂ ਅੱਗੇ ਹੋ ਕੇ। ਹੁਣ ਦੇਸ਼ ਦਾ ਝੰਡਾ ਤਿਰੰਗਾ ਸਾਰਾ ਸਾਲ ਹੀ ਸਨਮਾਨ ਚਾਹੀਦਾ, ਸਤਿਕਾਰ ਚਾਹੀਦਾ, ਉਹਦੇ ਵਿੱਚ ਭਰੋਸਾ ਤਾਂ ਸਾਰਾ ਸਾਲ ਹੀ ਚਾਹੀਦਾ, ਉਹਦੀ ਯਾਤਰਾ ਤਾਂ ਸਾਰਾ ਸਾਲ ਵੀ ਕੱਢੀ ਜਾਣ। ਰਾਜਨੀਤਿਕ ਲੀਡਰ ਤਾਂ ਕੋਈ ਮਾੜੀ ਗੱਲ ਨਹੀਂ ਹੈ ਭਾਈ, ਤੁਸੀਂ ਲੈ ਕੇ ਤੁਰੋ। ਪਰ ਅੱਜ ਕੱਲ੍ਹ ਕਿਉਂਕਿ ਉਹ ਇਸ਼ੂ ਇੱਕ ਬਣ ਗਿਆ, ਇਸ ਕਰਕੇ ਸਾਰੇ ਇੱਕ ਦੂਜੇ ਤੋਂ ਅੱਗੇ ਹੋ ਕੇ ਤੁਰਦੇ ਆ। ਬਾਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਜਿਹੜੇ ਨੇ, ਉਹਨਾਂ ਨੇ ਜੇ ਕਿਹਾ ਕਿ ਭਾਈ ਉਦੋਂ ਜਿਹੜੇ ਲੋਕਾਂ ਨੂੰ ਆਪਾਂ ਸ਼ਰਧਾਂਜਲੀ ਭੇਂਟ ਕਰਨੀ ਹੈ, ਬਹੁਤ ਚੰਗੀ ਗੱਲ ਹੈ, ਕਿਉਂਕਿ ਉਹ ਦੁੱਖ ਦਰਦ ਹਮੇਸ਼ਾ ਨਾਲ ਰਹਿਣਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਇੱਕ ਚੀਜ਼ ਜਿਹੜੀ ਮੈਨੂੰ ਬਾਰ-ਬਾਰ ਲੱਗਦੀ ਹੁੰਦੀ ਆ ਕਿ ਜਿੱਧਰਲੇ ਪਾਸੇ ਸਾਡੇ ਰਾਜਨੀਤਿਕ ਲੀਡਰ ਵੀ, ਧਾਰਮਿਕ ਆਗੂ ਵੀ, ਪੰਥਕ ਆਗੂ ਧਿਆਨ ਦੇਣ। ਉਦੋਂ ਅਫਵਾਹਾਂ ਸੀ ਸੰਧਾਲੀਆ ਸਾਹਿਬ, ਅਸੀਂ ਕਹਿੰਦੇ ਨਾ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ ਵੀ ਹੈ। ਅਫਵਾਹਾਂ ਸੀ ਨਾ, ਉਧਰ ਸਾਡੇ ਵੱਢ ਦਿੱਤੇ, ਇੱਧਰਲੇ ਪਾਸੇ ਦੂਜੇ ਵੱਢਣ ਲੱਗ ਪਏ, ਉਧਰ ਇੱਧਰਲੇ ਪਾਸੇ ਉਹਨਾਂ ਦੇ ਵੱਢ ਤੇ ਉਧਰ ਦੂਜੇ ਵੱਢਣ ਲੱਗ ਪਏ।
ਅਸੀਂ ਉਦੋਂ ਵੀ ਅਫਵਾਹਾਂ ਦੇ ਪਿੱਛੇ ਲੱਗਦੇ ਸੀ, ਅਸੀਂ ਅੱਜ ਵੀ ਅਫਵਾਹਾਂ ਦੇ ਪਿੱਛੇ ਲੱਗਦੇ ਹਾਂ। ਜਾਣੀ 1947 ਤੋਂ ਲੈ ਕੇ 2022 ਹੋ ਗਿਆ ਤੇ ਹੋਰ 25 ਸਾਲਾਂ ਨੂੰ ਸਦੀ ਹੋ ਜਾਣੀ ਹੈ। ਅਸੀਂ ਅਜੇ ਵੀ ਅਫਵਾਹਾਂ ਦੇ ਪਿੱਛੇ ਲੱਗਦੇ ਹਾਂ। ਜਾਣੀ ਉਹ ਮਾਨਸਿਕ ਤੌਰ ਦੇ ਉੱਤੇ ਸਾਡੀ ਮਜ਼ਬੂਤੀ, ਬੌਧਿਕ ਪੱਧਰ ਦੇ ਉੱਤੇ ਅਸੀਂ ਉੱਪਰ ਕਿਉਂ ਨਹੀਂ ਉੱਠ ਸਕੇ, ਇਹ ਬਹੁਤ ਵੱਡਾ ਸਵਾਲ ਹੈ। ਅੱਜ ਵੀ ਉਸ ਦਰਖਤ ਦੇ ਉੱਪਰ ਆ ਡਿੱਗਦਾ ਜੀ, ਚਲੋ ਜੀ ਟਰਾਲੀਆਂ ਭਰ ਕੇ ਉਹਨੂੰ, ਉਧਰ ਉਸ ਨਲਕੇ ਦਾ ਪਾਣੀ ਜਿਹੜਾ ਜਿਹਨੂੰ ਟੱਚ ਵੀ ਕਰ ਲਈਏ ਬਿਮਾਰੀਆਂ ਦੂਰ, ਚੱਲ ਬਈ ਆਉਣ ਨੂੰ। ਅਜੇ ਵੀ ਕਿੰਨੇ ਹੀ ਉਹ ਏਜੰਟ ਬਾਹਰ ਭੇਜਦਾ ਹੀ, ਚੱਲ ਬਈ ਆਉਣ ਨੂੰ। ਇੱਧਰਲੇ ਪਾਸੇ ਆਹ ਕੰਪਨੀ ਪੈਸੇ ਦੁੱਗਣੇ ਕਰ ਦਿੰਦੀ ਹੈ, ਚੱਲ ਬਈ ਆਉਣ ਨੂੰ। ਜਾਣੀ ਉਸ ਕਤਲੇਆਮ ਦੇ ਨਾਲ, ਉਸ ਵੱਢ ਟੁੱਕ ਦੇ ਨਾਲ, ਉਸ ਵੰਡ ਦੇ ਨਾਲ ਇਹ ਮਸਲੇ ਬਹੁਤ ਛੋਟੇ ਨੇ, ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਪਰ ਉਹ ਗੱਲ ਅਜੇ ਵੀ ਹੈਗੀ ਹੈ। ਤੇ ਜਿੰਨੇ ਵੀ ਰਾਜਨੀਤਿਕ ਲੀਡਰ ਨੇ, ਜਿੰਨੇ ਧਾਰਮਿਕ ਆਗੂ ਨੇ, ਸਾਰੇ ਸਿਆਣੇ ਨੇ। ਸਾਨੂੰ ਬੌਧਿਕ ਪੱਧਰ ਤੇ ਉੱਚਾ ਚੁੱਕਣ ਦੇ ਲਈ ਉਹ ਸਾਰਾ ਸਾਲ ਕੋਈ ਯੋਜਨਾ ਚਲਾਉਣ, ਨਹੀਂ ਤਾਂ ਸਾਨੂੰ ਕੋਈ ਵੀ ਪਿੱਛੇ ਲਾ ਲੈਂਦਾ। ਕਦੇ ਅਫਵਾਹ ਇਦਾਂ ਚੱਲ ਜਾਏ, ਅੱਜ ਜੇ ਡੋਲੂ ਨਾ ਨਾਨੀ ਲੈ ਕੇ ਗਈ ਦੋਤੇ ਨੂੰ ਐ ਹੋ ਜੂ, ਯਾਰ ਭਾਂਡੇ ਵੇਖ ਜਾਂਦੇ ਨੇ ਸਾਰੇ, ਇਦਾਂ ਥੋੜੀ ਚਾਹੀਦੀ ਹੈ। ਅਸੀਂ ਕਿਤੇ ਨਾ ਕਿਤੇ ਤੋਂ ਉੱਪਰ ਉੱਠੀਏ। ਇਹ ਬਿਲਕੁਲ ਗੱਲ ਠੀਕ ਹੈ। ਦੇਖੋ ਕਾਰਨ ਇਹ ਜਿਹੜੀ ਅਫਵਾਹ ਵਾਲੀ ਗੱਲ ਹੈ ਨਾ, ਹੁਣ ਇਹਨੂੰ ਆਪਾਂ ਇਦਾਂ ਵੀ ਮੇਰੇ ਖਿਆਲ ਸਮਝ ਸਕਦੇ ਹਾਂ ਵੀ ਜੇ 47 ਦੀ ਆਪਾਂ ਗੱਲ ਕਰ ਦਈਏ, ਉਦੋਂ ਵੀ ਜਿਹੜੇ ਲੋਕ ਜਿੱਥੇ ਜਿੱਥੇ ਵੱਸਦੇ ਸੀ, ਅੱਜ ਵੀ ਜੇ ਆਪਾਂ ਨੂੰ ਬਜ਼ੁਰਗ ਮਿਲ ਜਾਣ ਤੇ ਉਹ ਬਜ਼ੁਰਗ ਪੁਰਾਣੀਆਂ ਗੱਲਾਂ ਜਿੱਦਾਂ ਸੁਣਾਉਂਦੇ ਆ ਵੀ ਹਾਂ ਘਰ ਇਹਨਾਂ ਦਾ ਹੁੰਦਾ ਸੀ, ਇਹਨਾਂ ਦਾ ਹੁੰਦਾ ਸੀ, ਫਲਾਨਿਆਂ ਦੇ ਆਹ ਮੁੰਡੇ ਹੁੰਦੇ ਸੀ, ਅਸੀਂ ਉਹਨਾਂ ਨਾਲ ਖੇਡਦੇ ਸੀ, ਉਹ ਕੁੜੀਆਂ ਆਹ ਹੁੰਦੀਆਂ ਸੀ, ਫਲਾਨਿਆਂ ਦੇ ਘਰੇ ਇਦਾਂ ਕਰਦੇ। ਉਦੋਂ ਬਾਹਰੋਂ ਬੰਦਾ ਆਇਆ ਕੋਈ, ਜਿਸ ਬੰਦੇ ਨੇ ਕਿਹਾ ਵੀ ਇੱਥੋਂ ਲੀਕ ਕੱਢਣੀ ਆ, ਉਹ ਕਿ ਇਸ ਲੀਕ ਤੋਂ ਬਾਅਦ ਆਹੀ ਧਰਤੀ, ਆਹੀ ਮਿੱਟੀ, ਆਹੀ ਬੰਦੇ, ਆਹੀ ਜੋ ਜਾਨਵਰ ਜਨੌਰ ਨੇ, ਇਹ ਜਿੱਥੇ ਰਹਿਣਗੇ ਇਹਦਾ ਨਾਂ ਆਪਾਂ ਰੱਖ ਲੈਣਾ, ਇਹਦਾ ਨਾਂ ਆਪਾਂ ਰੱਖ ਲੈਣਾ। ਤੇ ਫਿਰ ਇਸ ਲੀਕ ਨੂੰ ਜੇ ਇਸ ਪਾਸੇ ਟੱਪਣ ਲੱਗੂਗਾ ਕੋਈ ਤੇ ਫਿਰ ਇਹਨੇ ਕੱਟਣਾ, ਤੇ ਜੇ ਉਧਰ ਟੱਪਣ ਲੱਗੂਗਾ ਤੇ ਉਹਨੇ ਵੱਢਣਾ। ਅੱਜ ਵੀ ਜਿਹੜੇ ਬਜ਼ੁਰਗ ਉਦੋਂ ਜ਼ਿਕਰ ਕਰਦੇ, ਕਿਸੇ ਨੂੰ ਪੁੱਛ ਕੇ ਦੇਖ ਲਓ ਵੀ ਕਾਰਨ ਕੀ ਬਣਿਆ ਸੀ ਵੱਢ ਟੁੱਕ ਦਾ, ਕਿਸੇ ਕੋਲ ਕੋਈ ਜਵਾਬ ਨਹੀਂ ਹੈਗਾ। ਕਾਰਨ ਇਹੋ ਹੀ ਬਣਿਆ ਸੀ ਵੀ ਕਿਸੇ ਹੋਰ ਨੇ ਕੋਈ ਚੀਜ਼ ਘੜੀ, ਉਹਨੇ ਉਸ ਤੋਂ ਬਾਅਦ ਥੋਪੀ, ਉਹਦੇ 'ਚ ਅਫਵਾਹਾਂ ਦਾ ਤੇਲ ਪਿਆ ਤੇ ਫਿਰ ਨੁਕਸਾਨ ਆਮ ਲੋਕਾਂ ਦਾ ਹੋਇਆ। ਤੁਸੀਂ ਅੱਜ ਵੀ ਦੇਖ ਲਓ ਵੀ ਜਿਨ੍ਹਾਂ ਨੇ ਉਦੋਂ ਜਦੋਂ ਕੁਝ ਮੰਗਿਆ ਸੀਗਾ ਉਹਨਾਂ ਦਾ ਕੋਈ ਵਾਲ ਵਿੰਗਾ ਹੋਇਆ, ਜਾਂ ਜੇ ਉਦੋਂ ਕੋਈ ਕਿਤੇ ਕਿਸੇ ਦੀ ਪਹੁੰਚ ਸੀਗੀ ਤੇ ਉਹਨੂੰ ਕਿੰਨਾ ਕੁ ਨੁਕਸਾਨ ਹੋਇਆ, ਜਾਂ ਕਿਸੇ ਵੇਲੇ ਇਹ ਵੀ ਬੰਦਾ ਕਹਿੰਦਾ ਜੀ ਅਸੀਂ ਤਾਂ ਸਾਰਾ ਕੁਝ ਉਜਾੜ ਕੇ ਆ ਗਏ। ਪਰ ਬਾਅਦ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਯਾਰ ਜਿਨ੍ਹਾਂ ਦਾ ਉਜੜਿਆ ਸੀ ਤੇ ਜਿਨ੍ਹਾਂ ਦੀ ਕਿਤੇ ਪਹੁੰਚ ਵੀ ਸੀਗੀ ਉਹਨਾਂ ਨੂੰ ਸਾਰਾ ਕੁਝ ਮਿਲ ਵੀ ਗਿਆ। ਅੱਜ ਵੀ ਮੇਰੇ ਖਿਆਲ ਨਾਲ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਜੇ ਕੋਈ ਬੰਦਾ ਕਿਸੇ ਤਰ੍ਹਾਂ ਦਾ ਵੀ ਕੋਈ ABCD ਪ੍ਰੋਗਰਾਮ ਉਲੀਕਦਾ, ਉਹਦੇ 'ਚ ਕੋਈ ਨੁਕਸਾਨ ਤੇ ਨਹੀਂ। ਜੇ ਆਮ ਬੰਦੇ ਦਾ ਨੁਕਸਾਨ ਹੈ ਤਾਂ ਜ਼ਰੂਰ ਸੋਚਣਾ ਚਾਹੀਦਾ। ਹਾਂ, ਜੇ ਉਹਦੇ 'ਚ ਭਲਾ ਤੇ ਫਿਰ ਜ਼ਰੂਰ ਉਹਦੇ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ। ਨਹੀਂ, ਲੈ ਲੈਣਾ ਚਾਹੀਦਾ ਜੀ। ਕੈਪਟਨ ਅਮਰਿੰਦਰ ਸਿੰਘ ਹੋਰੀ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ 15 ਅਗਸਤ ਨੂੰ ਸਾਹਮਣੇ ਦੇਖਦੇ ਹਾਂ। ਉਹ ਕਹਿੰਦੇ ਜੀ ਮੈਂ ਬੇਨਤੀ ਕਰਦਾ ਕਿ ਜਿਹੜੇ ਸਜ਼ਾਵਾਂ ਪੂਰੀ ਕਰ ਚੁੱਕੇ ਸਿੱਖ ਕੈਦੀ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੀ ਰਿਹਾਈ ਕਰ ਦਿਓ 15 ਅਗਸਤ ਦੇ ਮੌਕੇ ਦੇ ਉੱਤੇ। ਦੇਖੋ ਤੁਸੀਂ ਥੋੜ੍ਹਾ ਜਿਹਾ ਸੋਚੋ ਵਿਚਾਰੋ ਇਸ ਮੁੱਦੇ ਤੇ। ਬਹੁਤ ਵਧੀਆ ਕੀਤਾ ਕੈਪਟਨ ਸਾਹਿਬ ਨੇ। ਮੈਂ ਤਾਂ ਕਹਿੰਦਾ ਜਿਹੜੀਆਂ ਵੀ ਧਿਰਾਂ, ਸਿਆਸੀ ਧਿਰਾਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੇ ਕੋਲੇ ਤਾਕਤ ਰਹੀ ਆ ਜਾਂ ਜਿਨ੍ਹਾਂ ਦੇ ਕੋਲੇ ਹੈ ਜਾਂ ਜਿਨ੍ਹਾਂ ਨੂੰ ਆਸ ਹੈ ਕਿ ਸਾਨੂੰ ਕਦੇ ਤਾਕਤ ਮਿਲ ਜੂ, ਸਾਰੇ ਇਕੱਠੇ ਹੋ ਜੂ। ਜੇ ਤੁਸੀਂ ਹੱਕ 'ਚੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਉਹਨਾਂ ਦੇ ਲਈ, ਜਿਹੜੇ ਸਮਾਜ ਦੇ ਲਈ ਹੁਣ ਖਤਰਾ ਨਹੀਂ, ਤੁਸੀਂ ਇੱਕ ਵਾਰੀ ਇਕੱਠੇ ਹੋ ਕੇ ਚੱਲ ਜਾਓ। ਰੋਜ਼ ਬਿਆਨ ਦਿੰਦੇ ਹੋ, ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਹੋ, ਰੋਜ਼ ਰੈਲੀਆਂ ਕਰਦੇ ਹੋ, ਫਿਰ ਕਦੇ ਕਦੇ ਮੋਰਚਾ ਲੱਗ ਜਾਂਦਾ। ਹੁਣ ਸਮਾਂ ਇਕੱਠੇ ਹੋ ਕੇ ਚਲੇ ਜਾਓ। ਹਾਂ, ਜਿਹੜੇ ਵਿਰੋਧ ਕਰਦੇ ਅਸੀਂ ਉਹਨਾਂ ਨੂੰ ਨਹੀਂ ਕਹਿੰਦੇ, ਉਹਨਾਂ ਦੀ ਆਪਣੀ ਰਾਏ ਆ, ਉਹਨਾਂ ਦਾ ਆਪਣਾ ਵਿਚਾਰ ਹੈ ਇਸ ਮੁੱਦੇ ਤੇ। ਰਵਨੀਤ ਬਿੱਟੂ ਹੋਰੀ ਵਿਰੋਧ ਕਰਦੇ ਹੁੰਦੇ ਆ, ਠੀਕ ਹੈ, ਤੁਹਾਡੇ ਆਪਣੇ ਵਿਚਾਰ ਨੇ। ਪਰ ਜਿਹੜੇ ਵੀ ਬੰਦੇ, ਜਿਹੜੇ ਵੀ ਸਿਆਸਤਦਾਨ, ਤੁਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠੋ। ਮੁੜ ਕੇ ਸਾਰਾ ਸਾਲ ਜਾਂ 2 ਸਾਲ ਜਾਂ 4 ਸਾਲ ਜਦੋਂ ਕੋਈ ਸਵਾਲ ਪੁੱਛੇ, ਅਸੀਂ ਚਾਹੁੰਦੇ ਹਾਂ ਜੀ ਰਹੇ ਹੋਵੇ, ਅਸੀਂ ਮੰਗ ਕਰਦੇ ਹਾਂ ਜੀ, ਮੰਗ ਕਰਕੇ ਨਾ ਬੈਠੋ, ਇੱਕ ਵਾਰੀ ਇਕੱਠੇ ਚਲੇ ਜਾਓ, 2 ਦਿਨ ਲਾਇਓ ਉੱਥੇ, ਮਸਲਾ ਇੱਕ ਵਾਰੀ ਨਿਬੇੜਿਓ, ਲਾ ਦਿਓ ਕਿਸੇ ਪਾਸੇ। ਗਰਮੀ ਥੋੜੀ ਰੱਖਣਾ, ਇਹ ਬੰਦੇ ਅੰਦਰ ਹੀ ਥੋੜੀ ਰੱਖਣੇ ਆ। ਜੇ ਤੁਹਾਨੂੰ ਲੱਗਦਾ ਹੈ ਕਿ ਉਹ ਰਿਹਾ ਹੋ ਜਾਣੇ ਚਾਹੀਦੇ ਆ, ਕੈਪਟਨ ਸਾਹਿਬ ਨੇ ਮੰਗ ਕੀਤੀ, ਚੰਗਾ ਹੋਇਆ। ਠੀਕ ਹੈ, ਲਾ ਦਿੰਦੇ ਆ, ਅਗਲੀ ਵਾਰ ਫਿਰ ਮੁੱਦਾ ਵੀ ਕਰਾਂਗੇ ਬਾਬੇ। ਉਹ ਹੋਰ ਥੋੜੇ ਫਿਰ ਉਹ ਗੱਲਬਾਤ, ਇਹ ਕੋਈ ਚੰਡੀਗੜ੍ਹ ਵਾਲਾ ਮੁੱਦਾ ਹੀ ਰੱਖਿਆ ਕਿ ਨਹੀਂ ਅਜੇ ਤੱਕ ਰੱਖਿਆ, SYL ਨਹਿਰ ਦਾ ਮੁੱਦਾ ਰੱਖਿਆ, ਕਈ ਮੁੱਦੇ ਨੇ ਇਦਾਂ ਦੇ। ਇਸ ਕਰਕੇ ਇਹ ਮੁੱਦੇ ਹੁੰਦੇ ਆ, ਜਦੋਂ ਲੋਕਾਂ ਨੇ ਗੋਡੇ ਥੱਲੇ ਰੱਖ ਲਏ ਨਾ, ਉਦੋਂ ਅਸੀਂ ਇਹ ਮੁੱਦਾ ਕਰ ਲੈਣਾ ਵੀ ਲੋਕਾਂ ਨੇ ਗੋਡੇ ਥੱਲੇ ਰੱਖ ਲਏ। ਉਹ ਫਰਕ ਪੈਂਦਾ। ਦੇਖੋ ਗੱਲ ਇਹ ਆ, ਸਿਆਸਤ ਆ ਨਾ। ਦੇਖੋ ਕੋਈ ਬੰਦਾ ਕਦੋਂ, ਇੱਕ ਤਾਂ ਇਹ ਬੜੀ ਅਜੀਬ ਗੱਲ ਆ, ਤੁਸੀਂ ਦੇਖੋ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਦੇਸ਼ 'ਚ, ਉਸ ਪੋਲੀਟੀਕਲ ਪਾਰਟੀ ਬਾਰੇ ਕਿਹਾ ਜਾਂਦਾ ਉਹਦੀ ਇੱਕ ਆਈਡੀਓਲੋਜੀ ਆ। ਮੰਨ ਲਓ ਅੱਜ ਤੁਸੀਂ ਇੱਕ ਪੋਲੀਟੀਕਲ ਪਾਰਟੀ 'ਚੋਂ, ਤੁਹਾਡੀ ਇੱਕ ਆਈਡੀਓਲੋਜੀ ਹੈ, ਤੁਸੀਂ ਉਸ ਪੋਲੀਟੀਕਲ ਪਾਰਟੀ 'ਚੋਂ, ਉਸੇ ਪਾਰਟੀ ਵੱਲੋਂ ਟਿਕਟ ਲੈ ਕੇ ਤੁਸੀਂ ਜਿੱਤ ਜਾਂਦੇ। ਇੱਕ ਮੇਰੀ ਪੋਲੀਟੀਕਲ ਪਾਰਟੀ, ਮੇਰੀ ਵੀ ਇੱਕ ਆਈਡੀਓਲੋਜੀ ਬਣਾ ਲਓ ਤੁਸੀਂ, ਫਿਰ ਤੁਸੀਂ ਕਹਿੰਦੇ ਨੋ ਵੀ ਮੈਂ ਰਾਤੋਂ ਰਾਤ ਇਸ ਪਾਸੇ ਆ ਗਿਆ, ਮੇਰੀ ਫਿਰ
ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਉਹ ਆਈਡੀਓਲੋਜੀ ਜਿਹੜੀ ਹੈ ਉਹ ਐਸਾ ਕਿਹੜਾ ਯੰਤਰ ਹੈ ਜਿਹੜਾ ਉਹ ਕਹਿੰਦਾ ਵੀ ਨਾ ਮੈਂ ਚਿਪ ਕੱਢ ਦਈਦਾ, ਫੋਨ ਚੋਂ ਸਿਮ ਨਹੀਂ ਕੱਢ ਦਈਦਾ। ਕਹਿੰਦਾ ਵੀ ਹੁਣ ਫਿਰ ਕੀ ਕੀਤਾ, ਕਹਿੰਦਾ ਹੁਣ ਮੈਂ ਫਲਾਨੀ ਕੰਪਨੀ ਦਾ ਸਿਮ ਕੱਢ ਕੇ ਦੂਜੀ ਦਾ ਪਾ ਲਿਆ, ਹੁਣ ਉਹਨਾਂ ਦਾ ਨੈਟ ਬੜਾ ਵਧੀਆ ਚੱਲਦਾ। ਇਹ ਕੋਈ ਤੇ ਕੋਈ ਸਮਝਾਵੇ ਨਾ ਵੀ ਵੀਰ ਮੇਰਾ ਆਈਡੀਓਲੋਜੀ ਇੰਨੀ ਛੇਤੀ ਚੇਂਜ ਹੋ ਜਾਂਦੀ ਹੈ। ਦੇਖੋ ਇੱਕੋ ਦਮ ਹੀ ਆਉਂਦੀ, ਡਾਕਟਰ ਕਹਿੰਦੇ ਇਹ ਦੁੱਧ ਬੰਦ ਕਰ ਦਿਓ, ਇਹਨਾਂ ਦਾ ਪਨੀਰ ਬੰਦ ਕਰ ਦਿਓ, ਮਿੱਠਾ ਬੰਦ ਕਰ ਦਿਓ, ਕਰ ਦਈਦਾ ਨਾ ਇੱਕ ਦਿਨ 'ਚ ਹੀ, ਇੱਕੋ ਸਕਿੰਟ 'ਚ ਇੱਕ ਬਸ। ਡਾਕਟਰ ਕਹਿੰਦੇ ਗਲੂਕੋਜ਼ ਬੰਦ ਕਰ ਦਿਓ, ਹੋਰ ਨਹੀਂ ਲਾਉਣਾ, ਬੰਦ ਕਰ ਦੇਣਾ। ਇਹ ਸਿਆਸਤਦਾਨ ਤਾਂ ਗਲੂਕੋਜ਼ ਲਾਉਂਦੇ ਆ। ਹੁਣ ਤੁਸੀਂ ਦੇਖੋ ਅੱਜ ਇੱਕ ਮੁੱਖ ਮੰਤਰੀ ਨੇ ਸਹੁੰ ਚੁੱਕਣੀ ਹੈ, ਮੈਂ ਸ਼ਬਦ ਰੱਖਿਆ ਮੁੱਖ ਮੰਤਰੀ ਨੇ, ਮੈਂ ਨਹੀਂ ਕਿਹਾ ਲੀਡਰ ਨੇ ਸਹੁੰ ਚੁੱਕਣੀ ਹੈ। 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣਨਾ ਅੱਜ ਨਿਤਿਸ਼ ਕੁਮਾਰ ਹੋਰਾਂ ਨੇ। ਪਿਛਲੇ 17 ਸਾਲਾਂ ਤੋਂ ਜਣੀ ਸਿਖਰ ਹੀ ਹੈ। ਜਿਹੜੇ ਬੰਦੇ ਨਾ ਅੱਜ ਵੀ ਥੱਲੇ ਡਾਂਗਾ ਲੈ ਕੇ ਇੱਕ ਦੂਜੇ ਲੜ ਰਹੇ, ਅਸੀਂ ਫਲਾਨੀ ਪਾਰਟੀ ਦੇ, ਅਸੀਂ ਐ ਅਸੀਂ ਆਹ ਬੰਦਾ ਇੱਦਾਂ ਹੀ ਖਲੋਤਾ ਹੀ ਮੁੱਖ ਮੰਤਰੀ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹਦੇ ਨਾਲ ਕੌਣ ਹੈ। 2005 ਦੇ ਵਿੱਚ ਜਦੋਂ ਉਹ ਮੁੱਖ ਮੰਤਰੀ ਬਣੇ ਆ, ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਸੀ ਐ ਕਿ ਬੀਜੇਪੀ ਕਮਾਲ ਕੀ ਪਾਰਟੀ। 2005 ਤੋਂ ਲੈ ਕੇ 14 ਤੱਕ 9 ਸਾਲ ਨਿਤਿਸ਼ ਕੁਮਾਰ ਨੇ ਸੱਤਾ ਸੁੱਖ ਹੰਢਾਇਆ ਬੀਜੇਪੀ ਦੇ ਨਾਲ ਮੰਤਰੀ। ਫਿਰ ਬੀਜੇਪੀ ਨੂੰ ਨਿਤਿਸ਼ ਚੰਗਾ, ਨਿਤਿਸ਼ ਨੂੰ ਬੀਜੇਪੀ ਚੰਗੀ, ਕੋਈ ਗੱਲ ਹੀ ਨਹੀਂ। ਅਚਾਨਕ ਜਦੋਂ 2014 ਦੇ ਵਿੱਚ ਮੋਦੀ ਸਾਹਿਬ ਦੇ ਪ੍ਰਧਾਨ ਮੰਤਰੀ ਬਣਨ ਦੀ ਚਰਚਾ ਚੱਲੀ ਕਿ ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਰੂਪ ਚ ਅੱਗੇ ਲੈ ਕੇ ਜਾਣਾ, ਇਦਾਂ ਨਹੀਂ, 2014 ਚ ਪਿਛਾਂਹ ਹਟ ਗਿਆ। ਬੀਜੇਪੀ ਪਰੇ ਕੀਤੀ ਨਿਤਿਸ਼ ਕੁਮਾਰ ਨੂੰ, ਲਾਲੂ ਪ੍ਰਸਾਦ ਯਾਦਵ ਤੇ ਉਹਦਾ ਮੁੰਡਾ ਤੇਜਸਵੀ ਯਾਦਵ ਚੱਲਣ ਲੱਗ ਪਏ, ਚੰਗੇ ਲੱਗਣ ਲੱਗ ਪਏ ਕਿ ਯਾਰ ਐਵੇਂ ਹੀ ਕਹਿੰਦੇ ਰਹੇ ਤੁਹਾਨੂੰ ਮਾੜੇ। ਉਹ 9 ਸਾਲ ਮੱਤ ਤੇ ਹੀ ਪਰਦਾ ਪਿਆ ਰਿਹਾ, ਬੀਜੇਪੀ ਤਾਂ ਬਹੁਤ ਮਾੜੀ ਆ, ਤੁਸੀਂ ਆ ਜਾਓ। 2015 ਦੇ ਵਿੱਚ ਨਿਤਿਸ਼ ਕੁਮਾਰ ਦਾ ਬੀਜੇਪੀ ਨਾਲ ਗੱਠਜੋੜ, ਉਹ ਰਾਸ਼ਟਰੀ ਜਨਤਾ ਨਾਲ ਗੱਠਜੋੜ ਹੋ ਗਿਆ ਲਾਲੂ ਯਾਦਵ ਦੇ ਮੁੰਡੇ ਨਾਲ। 2-3 ਸਾਲ ਸਰਕਾਰ ਚੱਲੀ, ਬੀਜੇਪੀ ਮਾੜੀ, ਬੀਜੇਪੀ ਮਾੜੀ। 2017 ਦੇ ਵਿੱਚ ਲਾਲੂ ਦੇ ਮੁੰਡੇ ਨੂੰ ਝਾੜ ਕੇ ਪਰੇ ਕਰ ਦਿੱਤਾ ਤੇ ਆਪ ਫਿਰ ਬੀਜੇਪੀ ਦੇ ਨਾਲ ਗੱਠਜੋੜ ਕਰ ਲਿਆ। ਆ ਹੁਣ ਬੀਜੇਪੀ ਨੂੰ ਲਾ ਕੇ ਪਰੇ ਮਾਰਿਆ, ਫਿਰ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਨਾਲ ਗੱਠਜੋੜ ਕਰ ਲਿਆ। ਜਾਣੀ ਤੁਸੀਂ ਇਹ ਦੇਖੋ ਕਿ ਬੰਦਾ 20 ਸਾਲ ਮੁੱਖ ਮੰਤਰੀ ਰਹਿ ਚੁੱਕਾ ਬਿਹਾਰ ਦਾ, 7 ਵਾਰੀ ਸਹੁੰ ਚੁੱਕ ਚੱਕਾ, ਅੱਜ 8ਵੀਂ ਵਾਰੀ ਸਹੁੰ ਚੁੱਕਣੀ ਆ। ਤੀਜੇ ਨੰਬਰ ਦੀ ਪਾਰਟੀ ਹੈ, ਬੀਜੇਪੀ ਦੀਆਂ ਵੀ ਸੀਟਾਂ ਵੱਧ ਨੇ, ਲਾਲੂ ਯਾਦਵ ਦੇ ਮੁੰਡੇ ਦੀਆਂ ਵੀ ਸੀਟਾਂ ਵੱਧ ਨੇ, ਉਹਦੀਆਂ 45 ਹੀ ਨੇ। ਇਹਦੇ ਬਾਵਜੂਦ ਵੀ ਭਾਈ ਤੁਹਾਡੇ ਵਾਂਗੂ ਸੁੱਖ ਨਾਲ ਲੀਡਰ ਬੰਦਾ ਹੈ, ਮੁੱਖ ਮੰਤਰੀ ਦੀ ਕੁਰਸੀ ਹੈ। ਅਰੇ ਮੈਂ ਵੀ ਐਕਚੁਅਲੀ ਮੇਰੇ ਦਿਮਾਗ 'ਚ ਵੀ ਇਹੀ ਸੀ, ਜਿਹਦਾ ਕਰਕੇ ਮੈਂ ਜ਼ਿਕਰ ਕਰਦਾ ਵੀ ਹੁਣ ਦੇਖੋ ਉਸ ਬੰਦੇ ਦੀ ਆਈਡੀਓਲੋਜੀ ਉਹ ਵੀ ਦੇਖੋ ਹੋਊਗੀ ਨਾ, ਪਰ ਉਹ ਆਈਡੀਓਲੋਜੀ ਕੁਰਸੀ, ਮੈਂ ਉਹੀ ਕਹਿ ਰਿਹਾ ਨਾ, ਉਹਨੇ ਜਿਹੜੀ ਉਹ ਚੀਜ਼ ਰੱਖੀ ਹੈ ਇਹ ਆਮ ਬੰਦਿਆਂ ਦੇ ਸਮਝ ਨਹੀਂ ਆਉਂਦਾ। ਹੁਣ ਦੇਖੋ ਆਪਾਂ ਜੇ ਮੰਨ ਲਓ 20 ਸਾਲ ਬੰਦਾ ਲਗਾਤਾਰ ਮੁੱਖ ਮੰਤਰੀ ਰਿਹਾ, ਹਾਂ ਸਪੋਰਟਾਂ ਕਰਨ ਵਾਲੇ ਉਹਦੇ ਬਦਲਦੇ ਰਹੇ, ਕਦੀ ਕੋਈ ਕਦੀ ਕੋਈ। ਬਿਹਾਰ ਕਿੰਨਾ ਕੁ ਬਦਲਿਆ? ਬਿਹਾਰ ਤੋਂ ਆਪਣੇ ਪੰਜਾਬ ਆਉਂਦੇ ਨੇ ਆਪਣੇ ਪ੍ਰਵਾਸੀ ਵੀਰ, ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖ ਲਓ ਵੀ ਉਹਨਾਂ ਦੀ ਕੀ ਕੰਡੀਸ਼ਨ ਹੈ। ਹੁਣ ਤੁਸੀਂ ਦੇਖੋ ਜਦੋਂ ਆ ਖੇਤੀ ਅੰਦੋਲਨ ਜਿਹਾ ਚੱਲਿਆ ਸੀ, ਉਦੋਂ ਬਹੁਤ ਸਾਰੀਆਂ ਇੰਟਰਵਿਊਜ਼ ਆਪਣੇ ਇੱਥੇ ਵੀ ਹੋਈਆਂ ਜਿਹੜੇ ਉਹ ਮੰਡੀਆਂ ਦੇ ਵਿੱਚ ਪੱਲੇਦਾਰੀ ਦਾ ਕੰਮ ਕਰਨ ਦੇ ਲਈ ਆਉਂਦੇ। ਉਹ ਕਹਿੰਦੇ ਯਾਰ ਸਾਡੀ ਵੀ ਜ਼ਮੀਨ ਹੈਗੀ ਉੱਥੇ, ਅਸੀਂ ਵੀ ਖੇਤੀ ਕਰਦੇ ਹਾਂ, ਪਰ ਸਾਡਾ ਕੁਝ ਬਣਦਾ ਨਹੀਂ ਉੱਥੇ, ਇਸ ਕਰਕੇ ਸਾਨੂੰ ਏਡੀ ਦੂਰ ਮਜ਼ਦੂਰੀ ਕਰਨ ਆਉਣਾ ਪੈਂਦਾ। ਹੁਣ ਤੁਸੀਂ ਦੇਖੋ ਵੀ ਜੇ ਉੱਥੇ ਮੰਨ ਲਓ ਮਜ਼ਦੂਰੀ ਕਰਨ, ਆਪਾਂ ਕਿ ਯਾਰ ਨਿੱਕੀ ਉਮਰ ਦੇ ਵੀ ਦੇਖਦੇ ਹਾਂ, ਤੁਸੀਂ ਮੰਨ ਕੇ ਚੱਲੋ ਵੀ ਜੇ ਕੋਈ 25-26 ਸਾਲਾਂ ਦਾ ਵੀ ਉਹ ਮਜ਼ਦੂਰ ਆਇਆ ਹੋਊਗਾ, ਉਦੋਂ ਜ਼ਿਕਰ ਕਰਦਾ ਹੋਊਗਾ ਵੀ ਹਾਂ ਯਾਰ ਵੀ ਮਤਲਬ ਇੱਦਾਂ ਮੈਂ ਆਇਆ ਸੀਗਾ ਤੇ ਸਾਡੇ ਉੱਥੇ ਬਣਦਾ ਕੁਝ ਨਹੀਂ। ਇਹਦਾ ਮਤਲਬ ਜਦੋਂ ਕਿਤੇ ਉਹ 4-5 ਸਾਲਾਂ ਦਾ ਹੋਣਾ, ਉਦੋਂ ਦਾ ਮੁੱਖ ਮੰਤਰੀ ਆ ਬੰਦਾ, ਉਹ ਸਟਿਲ ਮੁੱਖ ਮੰਤਰੀ ਬਣਦਾ ਵਾ, ਤੇ ਉਹ ਵਿਚਾਰੇ ਨੂੰ ਇਹ ਆ ਵੀ ਵੱਡਾ ਹੋ ਕੇ ਹਮਾਰਾ ਬੱਚਾ ਇਹ ਬਣੇਗਾ, ਸੁਸ਼ਾਸਨ ਬਾਬੂ ਆਏ ਹੈ, ਤੇ ਸੁਸ਼ਾਸਨ ਬਾਬੂ ਦੇ ਰਾਜ ਦੇ ਵਿੱਚ ਪੁੱਤ ਜਵਾਨ ਹੋ ਕੇ ਵਿਆਹ ਵੀ ਗਿਆ, ਤੇ ਉਹ ਅਜੇ ਵੀ ਉੱਥੋਂ ਵਿਚਾਰਾ ਬਿਹਾਰ ਤੋਂ ਪੰਜਾਬ ਦੀ ਰੇਲ ਫੜਦਾ, ਮੈਂ ਮਜ਼ਦੂਰੀ ਕਰਕੇ ਆਉਣੀ। ਦੱਸੋ ਕਾਹਦਾ ਸੁਸ਼ਾਸਨ? ਨਹੀਂ ਦੇਖੋ ਬੜਾ, ਮੈਂ ਤਾਂ ਸੋਚਦਾ ਸੀ ਕਿ ਬਿਹਾਰ ਦੇ ਬੜੇ ਲੋਕ ਨਾ ਟਿੱਪਣੀਆਂ ਕਰ ਰਹੇ, ਬੜੀਆ ਕੀਆ, ਅੱਛਾ ਕੀਆ, ਬੀਜੇਪੀ ਦਾ ਦਾਮਨ ਛੋੜ ਦਿਆ। ਛੱਡ ਦਿੱਤਾ ਭਾਈ, ਠੀਕ ਹੈ। ਕਈ ਬੰਦੇ ਜਿਹੜੇ ਬੀਜੇਪੀ ਸਪੋਰਟਰ ਨੇ ਮਾੜਾ ਕੀਤਾ, ਐਂ ਥੋੜੀ ਚਾਹੀਦੀ ਆ, ਧੋਖਾ ਕੀਤਾ, ਠੀਕ ਹੈ ਬਈ ਤੁਹਾਡੀ ਵੀ ਗੱਲ। ਬਿਹਾਰ ਦੇ ਲੋਕਾਂ ਨੂੰ ਇਹ ਤਬਦੀਲੀ ਦਾ ਨਾਉ ਤੇ ਪਾਉਣ ਜੋਗਾ ਕੰਡੇ ਜਿਹਾ ਫਾਇਦਾ ਨਹੀਂ। ਉੱਥੇ ਪੁਲ ਬਣ ਕੇ ਡਿੱਗਦੇ ਸੀ, ਉੱਥੇ ਡਿੱਗਣੇ ਆ, ਕਿਉਂਕਿ ਬੰਦਿਆਂ ਦੀ ਸੋਚ ਤਾਂ ਉਹੀ ਹੈ ਨਾ। ਹੁਣ ਕਈ ਬੰਦੇ ਕਹਿੰਦੇ ਸੀ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਨੇ ਬੜਾ ਕੰਮ ਖਿੱਚਿਆ ਵੀ ਤੇਜਸਵੀ ਯਾਦਵ ਨੇ, ਕਿਉਂਕਿ ਪਿਛਲੀ ਵਾਰੀ ਸਰਕਾਰ ਬਣਾਉਂਦਾ ਰਹਿ ਗਿਆ, ਉਹ ਖਿੱਚਿਆ ਹੋਣਾ ਕੰਮ। ਪਰ ਉਹ ਬੰਦਾ ਜਿਹੜਾ ਕੱਲ ਤੱਕ ਇਹ ਕਹਿੰਦਾ ਸੀ ਕਿ ਨਿਤਿਸ਼ ਕੁਮਾਰ ਬਹੁਤ ਮਾੜਾ ਬੰਦਾ, ਇਹ ਭ੍ਰਿਸ਼ਟ ਬੰਦਾ, ਇਹਨੇ ਇਹ ਕਰਤਾ ਬਿਹਾਰ ਨੂੰ, ਉਹ ਕਰਤਾ, ਇੰਨੇ ਸਾਲਾਂ ਦੇ ਵਿੱਚ ਪੱਲੇ ਹੀ ਕੱਖ ਨਹੀਂ ਛੱਡਿਆ। ਅੱਜ ਚੱਚੂ ਕਹਿ ਕੇ ਉਹਨੂੰ ਜੱਫੀਆਂ ਪਾਈ ਜਾਣੀਆਂ, ਕਿਉਂਕਿ ਉਪ ਮੁੱਖ ਮੰਤਰੀ ਬਣਨਾ ਹੈ, ਕੁਰਸੀ ਤੇ ਬਹਿਣਾ। ਬਾਪੂ ਹੁਣ ਅੰਦਰ ਹੀ ਰਹਿੰਦਾ ਹੀ ਜ਼ਿਆਦਾ ਲਾਲੂ ਪ੍ਰਸਾਦ ਯਾਦਵ, ਕਦੇ ਤਾਂ ਉਪ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਆ ਨਾ। ਉਹ ਸਾਰੇ ਲਾਏ ਹੋਏ ਦੋਸ਼ ਕਿੱਥੇ ਚਲੇ ਗਏ? ਫਲੈਸ਼ ਹੀ ਕੰਮ ਹੋ ਗਿਆ, ਸਾਰਾ ਕੁਝ ਵਾਈਟ ਹੋ ਗਿਆ, ਸਾਰਾ ਕੁਝ ਹੂੰਝ ਹਾਂਝ ਕੇ ਪਰਲੇ ਪਾਸੇ ਕਰ ਦਿੱਤਾ। ਅੱਜ ਹੁਣ ਬੀਜੇਪੀ ਵਾਲੇ ਕਹਿੰਦੇ ਜੀ ਧੋਖਾ ਦਿੱਤਾ, ਹੋ ਸਕਦਾ, ਪਰ ਜਿੱਦਣ
ਇਹਨਾਂ ਨੂੰ ਧੋਖਾ ਦੇ ਕੇ ਤੁਹਾਡੇ ਨਾਲ ਰਲਿਆ ਸੀ, ਉਸ ਦਿਨ ਵੀ ਤਾਂ ਇਹ ਹੋਣਾ ਚਾਹੀਦਾ ਸੀ ਤੁਸੀਂ ਉਹਨਾਂ ਨੂੰ ਧੋਖਾ ਦੇ ਕੇ ਆਏ ਹੋ। ਜਿਹੜੇ ਬੰਦੇ ਦਾ ਕੰਮ ਹੀ ਧੋਖਾ ਦੇਣਾ ਉਹ ਤੁਹਾਨੂੰ ਵੀ ਤਾਂ ਧੋਖਾ ਦੇਊਗਾ ਹੀ। ਆਨੇ ਦੇਖੋ ਇੱਕ ਗੱਲ ਤੇ ਪੱਕੀ ਆ ਵੀ ਅੱਜ ਵੀ ਮੇਰੇ ਖਿਆਲ ਨਾਲ ਜੇ ਬਿਹਾਰ ਦੇ ਵਿੱਚ ਜਾ ਕੇ ਆਮ ਲੋਕਾਂ ਨੂੰ ਪੁੱਛ ਲਿਆ ਜਾਵੇ ਨਾ ਵੀ ਹਾਂ ਯਾਰ ਤੁਹਾਡਾ ਮੁੱਖ ਮੰਤਰੀ ਕੌਣ ਆ, ਬਹੁਤ ਹੀ ਲੋਕਾਂ ਨੇ ਨਿਤੀਸ਼ ਕੁਮਾਰ ਦਾ ਨਾਂ ਲੈਣਾ ਕਿਉਂਕਿ ਇੰਨੇ ਸਾਲਾਂ ਤੋਂ ਬਣਿਆ ਹੁੰਦਾ। ਨਿਤਿਸ਼ ਬਾਬੂ, ਹਾਂ ਨਿਤੀਸ਼ ਬਾਬੂ, ਹਾਂ ਸੁਸ਼ਾਸਨ ਬਾਬੂ। ਪਰ ਜੇ ਉਹਨੂੰ ਪੁੱਛੇ ਵੀ ਯਾਰ ਉਹ ਪਹਿਲਾਂ ਕਿਹਦੇ ਨਾਲ ਸੀ, ਪਹਿਲਾਂ ਕਿਹਦੇ ਨਾਲ ਸੀ, ਕਿਸੇ ਨੂੰ ਨਹੀਂ ਪਤਾ ਹੋਣਾ। ਯਾਰ ਉਹ ਪਤਾ ਨਹੀਂ ਕੁਛ ਥਾ, ਪਤਾ ਨਹੀਂ, ਪਰ ਵਹੀ ਹੈ, ਅੱਛਾ ਠੀਕ ਹੈ ਉਹ। ਹੁਣ ਮੈਨੂੰ ਐਂ ਲੱਗਦਾ ਵੀ ਜਿਹੜਾ ਵਿਚਾਰਾ ਆਮ ਬੰਦਾ ਉਹਦੀ ਜ਼ਿੰਦਗੀ ਨਾਲ ਤਾਂ ਕੋਈ ਲੈਣ ਦੇਣਾ ਹੈ ਨਹੀਂ, ਉੱਪਰ ਸਿਆਸਤ ਘੁਲੀ ਜਾਂਦੀ ਹੈ। ਤੇ ਅੱਜ ਦੇ ਹਿਸਾਬ ਨਾਲ ਜੋ ਉੱਥੇ ਹੁਣ ਵਾਪਰ ਰਿਹਾ ਇਹਦੇ ਤੋਂ ਭੁੱਖ ਤੇ ਇਹੀ ਜਾਪਦਾ ਵੀ ਤੇਜਸਵੀ ਯਾਦਵ ਹੋਰੀ ਵੀ ਇੱਕ ਤਰ੍ਹਾਂ ਨਾਲ ਇੱਧਰ ਜੁੜ ਕੇ ਵੇਖ ਲਿਆ। ਤੇ ਜੇ ਤੇਜਸਵੀ ਯਾਦਵ ਹੋਰੀ ਹੁਣ ਇੱਧਰ ਜੁੜ ਸਕਦੇ ਆ ਤੇ ਕੱਲ ਨੂੰ ਤੇਜਸਵੀ ਯਾਦਵ ਦੇ ਬੰਦਿਆਂ ਨੂੰ ਨਾ ਚੰਗੀ ਲੱਗੂਗੀ ਬੀਜੇਪੀ, ਕਿਉਂਕਿ ਇਹ ਵਾਲਾ ਕੰਮ ਤੇ ਆਲਰੇਡੀ ਦੇਸ਼ ਦੇ ਵਿੱਚ ਕਈ ਸਟੇਟਾਂ ਚੱਲ ਰਿਹਾ। ਹੋ ਸਕਦਾ ਆਉਂਦੇ ਸਾਲ 2 ਸਾਲ ਨਹੀਂ ਤੇ 3 ਸਾਲ ਤੱਕ ਆਪਾਂ ਕੁਛ ਇਹ ਵੀ ਦੇਖੀਏ ਕਿ ਤੇਜਸਵੀ ਯਾਦਵ ਨੇ ਫੜਿਆ ਪੱਲਾ ਬੀਜੇਪੀ ਦਾ, ਸੁਸ਼ਾਸਨ ਬਾਬੂ ਨੂੰ ਲੱਗਾ ਝਟਕਾ, ਨਿਤੀਸ਼ ਕੁਮਾਰ ਨੇ ਕਿਹਾ ਦਿੱਤਾ ਧੋਖਾ। ਇੱਕ ਨਏ ਤਰ੍ਹਾਂ ਕੀ ਬਣ ਰਹੀ ਹੈ ਸਰਕਾਰ। ਸੰਧਾਲੀਆ ਸਾਹਿਬ, ਮੈਂ ਇੱਕ ਗੱਲ ਹੋਰ ਸੋਚਦਾ ਸੀ ਕਿ ਕਹਾਣੀ ਜਾਂਦੀ ਕਿੱਧਰ ਨੂੰ ਆ। ਤੁਸੀਂ ਇਹ ਦੇਖੋ ਕਿ ਕੁੱਲ ਮਿਲਾ ਕੇ ਭਾਰਤ ਲਈ ਮਾੜਾ ਜੇ ਮਹਾਰਾਸ਼ਟਰ ਦੇ ਵਿੱਚ ਪਾਰਟੀਆਂ ਟੁੱਟ ਕੇ, ਗੱਠਜੋੜ ਟੁੱਟ ਕੇ ਸਰਕਾਰ ਦੂਜੇ ਪਾਸੇ ਬਣੀ, ਠੀਕ ਹੈ ਸਰਕਾਰ ਬਦਲ ਗਈ, ਲੋਕਤੰਤਰ ਦੇ ਮੁਤਾਬਕ ਹੀ ਬਣੀ ਹੈ, ਪਰ ਉਹਦਾ ਅਸਰ ਮਾੜਾ। ਜੇ ਆ ਬਿਹਾਰ ਦੇ ਵਿੱਚ ਵੀ ਜੋ ਕੁਝ ਹੋਇਆ, ਕਿਉਂਕਿ ਕੋਈ ਸਿਧਾਂਤ ਕੋਈ ਨਹੀਂ, ਕੋਈ ਲੋਕਾਂ ਦਾ ਪੱਖ-ਪੁੱਖ ਕੋਈ ਨਹੀਂ, ਸਿਰਫ ਇੱਕ ਨਿਤਿਸ਼ ਕੁਮਾਰ ਦੇ ਮਨ ਦੇ ਵਿੱਚ ਕਿਹੜਾ ਜ਼ਰੂਰ ਸੀ ਕਿ ਯਾਰ ਇਹਨਾਂ ਨੇ ਮੈਨੂੰ ਥੱਲੇ ਲਾਇਆ, ਇਹਨਾਂ ਨੇ ਮੈਨੂੰ ਨਾ ਰਾਮ ਵਿਲਾਸ ਪਾਸਵਾਨ ਦਾ ਪੁੱਤ ਸੀ ਚਿਰਾਗ ਪਾਸਵਾਨ, ਉਹਦੇ ਰਾਹੀਂ ਮੇਰੇ ਹਲਕਿਆਂ ਦੇ ਵਿੱਚ ਬੰਦੇ ਖੜੇ ਕਰਾ ਕੇ ਮੇਰੇ ਬੰਦੇ ਹਰਾਏ, ਆਪਣੇ ਬੰਦੇ ਜਿਤਾ ਲੈ, ਮੇਰੀ ਪਾਰਟੀ ਛੋਟੀ ਰਹਿ ਗਈ, ਉਹਦੇ ਵਿੱਚੋਂ ਵੀ ਬੰਦੇ ਤੋੜਨ ਨੂੰ ਫਿਰਦੇ ਆ। ਮੈਂ ਤੁਹਾਨੂੰ ਦੱਸਦਾ ਮੈਂ ਚੀਜ਼ ਕੀ ਆ। ਚੁੱਪ ਕਰਕੇ ਲੱਗਾ ਰਿਹਾ ਬੰਦਾ, ਅੰਦਰ ਖਾਤੇ ਗੰਢ ਧੁੱਪ ਕਰ ਲਈ। ਠੀਕ ਹੈ ਤੁਸੀਂ ਬਦਲਾ ਲੈ ਲਿਆ, ਪਰ ਲੋਕਾਂ ਦਾ ਕੋਈ ਫਾਇਦਾ ਨਹੀਂ, ਸਗੋਂ ਇੱਕ ਨੀਂਹ ਰੱਖੀ ਗਈ। ਆ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹ ਕੁਝ ਹੋਇਆ ਕਿ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚੋਂ ਕਾਂਗਰਸ ਦੇ ਬੰਦੇ ਪੱਟ ਲੈ, ਸਰਕਾਰ ਬਣਾ ਲਈ। ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਬੰਦੇ ਪੱਟ ਲੈ, ਸਰਕਾਰ ਬਣਾ ਲਈ। ਹੁਣ ਇੱਧਰਲੇ ਪਾਸੇ ਅਗਲੇ ਪੱਟ ਕੇ ਲੈ ਗਿਆ, ਸਰਕਾਰ ਬਣਾ ਲਈ। ਪਰ ਇਹ ਪੱਟ ਕੇ ਚਾਕਲੀ ਕੱਢ ਕੇ ਬੂਟਾ ਦੂਜੇ ਪਾਸੇ ਲਾਉਣ ਦੇ ਚੱਕਰਾਂ ਦੇ ਵਿੱਚ 5-7 ਪੱਤੇ ਹਰ ਵਾਰੀ ਝੜ ਜਾਂਦੇ ਆ। ਪੱਤੇ ਵੀ ਝੜ ਜਾਂਦੇ ਆ। ਤੇ ਦੂਜੀ ਗੱਲ ਇਹ ਵੀ ਆਪਾਂ ਨੋਟ ਕਰੀਏ, ਜੇ ਮੰਨ ਲਓ ਮੈਂ ਅੱਗੇ ਵੀ ਕਈ ਵਾਰਾਂ ਜ਼ਿਕਰ ਕਰਦਾ ਨਾ ਵੀ 24 ਘੰਟੇ ਹੀ ਆ ਵੀਰ, ਇਹ ਨਹੀਂ ਹੈ ਵੀ ਲੀਡਰ ਨੂੰ ਅਗਲਾ ਕਹਿੰਦਾ ਨਹੀਂ ਤੁਹਾਡੇ ਕੋਲੇ 36 ਚਾਹੀਦੇ ਮਹਾਰਾਜ, ਤੁਸੀਂ 7-8 ਘੰਟੇ ਹੋਰ ਨਾ ਕੰਮਾਂ 'ਚ ਵੀ ਲਾਉਣੇ ਹੁੰਦੇ ਤੇ ਬਾਕੀ ਕੰਮ ਲੋਕਾਂ ਦੇ ਹਿਸਾਬ ਨਾਲ ਕਰ ਲਿਓ। ਇਹਦਾ ਮਤਲਬ ਜੇ ਦਿਮਾਗ ਦੇ ਵਿੱਚ ਉਹੀ ਚੱਲਦਾ ਰਹਿੰਦਾ, ਉਹੀ ਸਕੀਮਾਂ ਤਿਕੜਮਾਂ ਇੱਧਰੋਂ ਉਹ ਜਿਹੜਾ ਆਪਣੇ ਵਾਲੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹ ਕਹਿੰਦੇ ਜੀ ਸਾਨੂੰ ਤਾਂ ਭਾਈ ਸਾਹਿਬ 24 ਘੰਟੇ ਕੰਮ ਕਰਨਾ ਪੈਂਦਾ, ਫਿਰ ਵੀ ਗੱਲ ਨਹੀਂ ਬਣਦੀ। ਤੇ ਬਿਹਾਰ ਤੇ ਫਿਰ ਵੀ ਵੱਡਾ ਸੂਬਾ, ਤੇ ਜੇ ਉੱਥੇ ਅਜੇ ਵੀ ਤੁਸੀਂ ਮੰਨ ਲਓ ਵੀ 2-3 ਮਹੀਨੇ ਤੁਸੀਂ ਇਹੋ ਕੁਛ ਹੀ ਕਰੀ ਜਾਂਦੇ ਵੀ ਮੈਂ ਕਦੋਂ ਕਿਹੜੀ ਸਕੀਮ ਲਾ ਕੇ ਕਰਨੀ, ਤੇ ਉਹਦਾ ਬਿਹਾਰ ਵਾਲੇ ਵਿਚਾਰਿਆਂ ਦਾ ਜਿਹੜੇ ਆਮ ਬੰਦੇ ਨੇ 2-3 ਮਹੀਨੇ ਹੋ ਗਏ ਫਿਰ ਉਹਨਾਂ ਦਾ ਕੰਮ ਤੇ ਉੱਥੇ ਅਟਕਿਆ ਪਿਆ। ਹੁਣ ਜਿਹੜੀ ਆਪਾਂ ਅੱਗੇ ਜ਼ਿਕਰ ਕਰਦੇ ਸੀ ਵੀ ਕੋਈ ਇੱਥੋਂ ਪੱਟ ਲਿਆ, ਕੋਈ ਉੱਧਰ ਚਲਾ ਗਿਆ, ਕੋਈ ਰਾਤੋਂ ਰਾਤ ਉੱਧਰ ਚਲਾ ਗਿਆ, ਉਹ ਹੋਟਲ ਰਾਜਨੀਤੀ ਵਿੱਚੋਂ ਚੱਲੀ ਵੀ ਅਚਾਨਕ ਕੋਈ ਬੱਸ ਚੱਲਦੀ ਆ, इतने एमएलए पता नहीं कौन से होटल में चले गए, वो मिल नहीं रहे, वो पा गए, उन्होंने घर वाले कहते हमें तो पता ही नहीं है, फोन भी छोड़ गए, है ना। ये सारा कुछ जो कुछ ਚੱਲਣ ਲੱਗ ਪਿਆ, ਇਹਦੇ 'ਚ ਮੈਂ ਫਿਰ ਉੱਥੇ ਆਵਾਂ ਗੱਲ ਦੀ, ਸਾਡੀ ਇੱਕ ਆਈਡੀਓਲੋਜੀ ਹੈ, ਅਸੀਂ ਫਲਾਨੀ ਪਾਰਟੀ ਨਾਲ ਹਾਂ, ਰਾਤੋਂ ਰਾਤ ਆਈਡੀਓਲੋਜੀ ਬਦਲ ਜਾਂਦੀ, ਪਾਰਟੀ ਬਦਲ ਜਾਂਦੀ, ਫਿਰ ਇਹਦਾ ਮੁਲਕ ਚੱਲਣ ਕਾਤੇ ਡਿਆ। ਦੇਖੋ ਜਿਹੜੀ ਵਿਚਾਰਧਾਰਾ, ਤੁਸੀਂ ਵਿਚਾਰਧਾਰਾ, ਸਾਡੀ ਇੱਕ ਵਿਚਾਰਧਾਰਾ ਹੈ, ਰਾਤੋਂ ਰਾਤ ਘੱਟੋ ਘੱਟ ਸਾਂਝੇ ਪ੍ਰੋਗਰਾਮ 'ਚ ਬਦਲ ਜਾਂਦੀ ਹੈ ਕਿ ਅਸੀਂ ਇਸ ਕਾਮਨ ਮਿਨੀਮਮ ਪ੍ਰੋਗਰਾਮ ਦੇ ਤਹਿਤ ਗੱਠਜੋੜ ਕਰ ਲਿਆ, ਕਿਉਂਕਿ ਮਾੜੀਆਂ ਤਾਕਤਾਂ ਤੋਂ ਬਚਾਉਣ ਦੇ ਲਈ ਇਹ ਗੱਠਜੋੜ ਕਰਕੇ ਸਰਕਾਰ ਚਲਾਉਣੀ ਬਹੁਤ ਜ਼ਰੂਰੀ ਸੀ। ਜਾਣੀ ਉਹਨਾਂ ਸ਼ਬਦਾਂ ਦੇ ਵਿੱਚ ਹੀ ਗੋਲ ਗਾਲ ਜਿਹਾ ਕਰਕੇ ਲਪੇਟ ਕੇ ਰੱਖ ਦਿੰਦੇ ਆ। ਬਾਕੀ ਸੰਧਾਲੀਆ ਸਾਹਿਬ, ਮੈਨੂੰ ਇੱਕ ਨਾ ਵਿਚਾਰਧਾਰਾ ਤੋਂ ਯਾਦ ਆਇਆ, ਹਾਂਜੀ ਆਪਣੇ ਪਿੰਡਾਂ 'ਚ ਆਮ ਨਾ ਭਾਰਾ ਲੈਣ ਦੀ ਆਦਤ ਹੁੰਦੀ ਨਾ, ਮੰਨ ਲਓ ਜੇ ਕਿਸੇ ਨੇ ਮੱਝਾਂ ਕੋਈ ਗਾਵਾਂ ਮੱਝਾਂ ਚੋਂਦਾ ਹੋਵੇ ਨਾ, ਤੇ ਉਹਨੂੰ ਪਤਾ ਹੁੰਦਾ ਵੀ ਹਾਂ ਵੀ ਯਾਰ ਜਵਾਕਾਂ ਨੂੰ ਕਹਿਣਾ ਵੀ ਯਾਰ ਤੂੰ ਧਾਰਾਂ ਲੈਣੀਆਂ ਨਾ, ਤਾਂ ਜਵਾਕ ਦੇ ਮੂੰਹ 'ਚ ਸਿੱਧਾ ਹੀ। ਮੈਨੂੰ ਲੱਗਦਾ ਵੀ ਅੱਜ ਕੱਲ੍ਹ ਜਿਹੜੀਆਂ ਉਹ ਧਾਰਾ ਨਾ, ਉਹ ਧਾਰਾ ਘੱਟ ਤੇ ਧਾਰਾ ਜ਼ਿਆਦਾ ਬਣ ਗਿਆ। ਉਹ ਕਹਿੰਦਾ ਵੀ ਜਿੱਧਰੋਂ 4 ਧਾਰਾਂ ਮਿਲਦੀਆਂ ਨੇ, ਵਿਚਾਰ ਨੂੰ ਪਾਸੇ ਕਰਕੇ ਧਾਰਾਂ ਵਾਲੇ ਪਾਸੇ ਚਲੇ ਜਾਓ। ਨਹੀਂ ਉਹ ਜ਼ਰੂਰੀ ਆ, ਨਿਆਣੇ ਦੇ ਮੂੰਹ ਲਿਬੜੇ ਹੁੰਦੇ ਸੀ, ਧਾਰ ਮਾੜੀ ਮੋਟੀ ਇੱਧਰ ਪੈ ਜਾਣੀ, ਤੇ ਮੂੰਹ ਤਾਂ ਬਹੁਤਿਆਂ ਦੇ ਲਿਬੜੇ ਹੁੰਦੇ ਆ, ਕਿਉਂਕਿ ਮੂੰਹ ਲਿਬੜਨ ਨੂੰ ਹੀ ਤਾਂ ਸਾਰਾ ਕੁਝ ਹੁੰਦਾ। ਫਗਵਾੜੇ ਕਿਸਾਨਾਂ ਦਾ ਧਰਨਾ ਲੱਗਾ, ਦੂਸਰੇ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਦੋਸ਼ ਲਾਇਆ, ਕਹਿੰਦੇ ਜੀ 70-72 ਕਰੋੜ ਰੁਪਈਆ ਇਹ ਮਿਲਦਾ, ਸਰਕਾਰ ਸਾਨੂੰ 2-3 ਵਾਰੀ ਪੰਜਾਬ ਦੀ ਕਹਿ ਹਟੀ ਆ ਤੁਹਾਨੂੰ ਦੇ ਦਿਆਂਗੇ। ਪਹਿਲਾਂ ਇਹਨਾਂ ਨੇ ਕਹਿੰਦੇ ਜੀ ਬਿਆਨਾ ਲੈ ਲਿਆ ਸੀ ਕਿਸੇ ਤੋਂ, ਹੁਣ ਦੁਬਾਰਾ ਚਿੱਠੀਆਂ ਕੱਢੀ ਜਾਂਦੇ, ਟੈਂਡਰ ਕੱਢ ਦਿੱਤਾ ਵੀ ਸਾਨੂੰ ਲੱਗਦਾ ਕਿ ਸਾਨੂੰ ਬੁੱਧੂ ਬਣਾਉਂਦੇ ਆ, ਮੌਜੂਦਾ ਪੰਜਾਬ ਸਰਕਾਰ ਤੇ ਕਿਹਾ। ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਰੱਖੜੀ ਤੱਕ ਅਸੀਂ ਇੱਕ ਪਾਸਾ ਸੜਕ ਦਾ ਰੁਕਿਆ ਜਿਹੜਾ ਲੁਧਿਆਣੇ ਤੋਂ ਜਲੰਧਰ ਨੂੰ ਜਾਂਦਾ, ਜਲੰਧਰੋਂ ਲੁਧਿਆਣੇ ਵਾਲਾ ਪਾਸਾ ਚੱਲਦਾ ਰੱਖਿਆ ਕਿ ਜੇ ਤਾਂ ਰੱਖੜੀ ਤੱਕ ਸਾਡੀ ਮੰਗ ਪ੍ਰਵਾਨ ਕਰ ਲਈ ਤਾਂ ਠੀਕ ਹੈ, ਨਹੀਂ ਤਾਂ ਅਸੀਂ ਦੂਜਾ ਪਾਸਾ ਵੀ ਰੋਕ ਦੇਣਾ। ਲੋਕ
ਪਰੇਸ਼ਾਨ ਤਾਂ ਹੁੰਦਾ ਹੀ ਆ, ਕਿਉਂਕਿ ਜਦੋਂ ਜਾਮ ਲੱਗਦਾ ਤੁਹਾਨੂੰ ਬਦਲਵੇਂ ਰਸਤੇ ਰਾਹੀਂ ਕੱਢਣਾ ਪੈਂਦਾ, ਪਰ ਕਿਸਾਨਾਂ ਦੀ ਗੱਲ ਵੀ ਜਿਹੜੀ ਆ ਉਹ ਵਾਜਬ ਹੈ। ਚੰਗਾ ਹੋਵੇ ਸਰਕਾਰ ਆਪਣੇ ਨੁਮਾਇੰਦੇ ਉੱਥੇ ਭੇਜੇ ਜਿੱਦਾਂ ਬਾਕੀ ਪਾਸੇ ਭੇਜਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰੋ, ਆਪਣੀ ਮਜਬੂਰੀ ਦੱਸੋ ਕਿ ਜੇ ਕਿਸਾਨਾਂ ਦਾ ਲਾਇਆ ਹੋਇਆ, ਮਨਜੀਤ ਸਿੰਘ ਰਾਏ ਹੋਰਾਂ ਨੇ ਕਿਹਾ ਸੀ, ਕਹਿੰਦੇ ਜੀ ਪਹਿਲਾਂ ਬਿਆਨਾਂ ਲੈ ਰਹੇ ਕਿਸੇ ਤੋਂ, ਸਾਨੂੰ ਆਸ ਵੱਜ ਗਈ ਸੀ, ਸਾਨੂੰ ਸ਼ੌਕ ਨਹੀਂ ਕਿਤੇ ਧਰਨੇ ਲਾਉਣ ਦਾ, ਅਸੀਂ ਵੀ ਘਰ ਛੱਡ ਕੇ ਇੱਥੇ ਬੈਠੇ ਆ। ਕਲੀਅਰ ਗੱਲ ਕਰ ਲੈਣ ਕਿ ਭਾਈ ਕਾਨੂੰਨੀ ਤੌਰ ਦੇ ਉੱਤੇ ਕਿਹੜੀ ਮਜਬੂਰੀ ਸੀ ਕਿ ਉਹ ਕੰਮ ਕੀਤਾ ਤੇ ਹੁਣ ਅੱਗੋਂ ਪੈਸੇ ਕਦੋਂ ਦੇਣੇ ਆ। ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਨਾ ਸਟੇਟਾਂ ਦੇ ਵਿੱਚ ਇੱਕ ਮੰਤਰਾਲਾ ਹੋਰ ਚਾਹੀਦਾ, ਉਹਦਾ ਮੰਤਰਾਲੇ ਦਾ ਨਾਮ ਹੈ ਧਰਨਾ ਮੰਤਰਾਲਾ। ਉਹਦਾ ਇੱਕ ਮੰਤਰੀ ਹੋਏ, ਕਹਿੰਦਾ ਇਹ ਧਰਨਿਆਂ ਦੇ ਮੰਤਰੀ ਨੇ, ਇਹ ਗੱਲਬਾਤ ਕਰਨ ਜਾਣਗੇ, ਇਹ ਗੱਲਬਾਤ ਕਰਨ ਜਾਣਗੇ ਹਰ ਥਾਂ ਦੇ ਉੱਪਰ, ਵੀ ਭਾਵੇਂ ਕਿਸੇ ਮਹਿਕਮੇ ਦੀ ਕੋਈ ਵੀ ਮੁਸ਼ਕਲ ਹੋਵੇ ਉਹ ਮਹਿਕਮੇ ਵਾਲੇ ਆਪਣਾ ਕੰਮ ਕਰਦੇ ਰਹਿਣ, ਧਰਨਾ ਮੰਤਰੀ ਸਾਹਿਬ ਜਾ ਕੇ ਉੱਥੇ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਵੀ ਉਹ ਕਿਹੜਾ ਧਰਨਾ ਚੁਕਾਉਂਦੇ। ਉਹਦੇ ਨਾਲ ਫਰਕ ਪਤਾ ਕੀ ਪੈਣਾ, ਐਟਲੀਸਟ ਇੱਕ ਵਿਚੋਲਾ ਜਿਹਾ ਬਣ ਜੂ ਯਾਰ ਸਰਕਾਰ ਦੇ ਵਿਚਾਲੇ, ਨੂੰ ਸਾਰਿਆਂ ਨੂੰ ਪਤਾ। ਕਿਸੇ ਵੇਲੇ ਇਹ ਹੁੰਦਾ ਵੀ ਇੱਕ ਧਰਨਾ ਉੱਥੇ ਲੱਗਾ, ਇੱਕ ਧਰਨਾ ਉੱਥੇ ਲੱਗਾ, ਲੋਕ ਮੰਨ ਲਓ ਅੱਜ ਬੰਦਾ ਇੱਕ ਸੜਕ ਤੇ ਜਾਂਦਾ, ਤੁਸੀਂ ਜਾ ਰਹੇ ਹੋ ਮੈਂ ਜਾ ਰਿਹਾ, ਇੱਕ ਥਾਂ ਤੇ ਉਹ ਪਰੇਸ਼ਾਨ ਹੋਇਆ, ਲੋਕਾਂ ਨੂੰ ਪਰੇਸ਼ਾਨੀ ਤੇ ਹੁੰਦੀ ਹੈ, ਪਰ ਜਿਹੜੇ ਬੈਠੇ ਨੇ ਉਹਨਾਂ ਦੀ ਆਪਣੀ ਪਰੇਸ਼ਾਨੀ। ਥੋੜਾ ਜਿਹਾ ਅਗਲੇ ਬੰਨੇ ਜਾ ਕੇ ਜਾਂ ਉਦੋਂ ਅੱਗੇ ਜਾ ਕੇ ਕਹਿੰਦਾ ਯਾਰ ਆਹ ਕਾਹਦਾ ਜਾਮ ਜਿਹਾ ਲੱਗਾ, ਕਹਿੰਦਾ ਜੀ ਇਹਨਾਂ ਦੀ ਕੋਈ ਆਪਣੀ ਮੰਗ ਹੈ। ਉਹ ਹੁਣ ਜੇ ਆਮ ਲੋਕ ਵੀ ਕਨਫਿਊਜ਼ ਰਹਿੰਦੇ ਨੇ, ਉੱਪਰ ਸਰਕਾਰੀ ਦਰਬਾਰੇ ਦਫ਼ਤਰ ਵੀ ਕਨਫਿਊਜ਼ ਰਹਿੰਦੇ ਨੇ, ਉਹਨੂੰ ਚੰਗਾ ਵੀ ਇੱਕ ਮੰਤਰਾਲਾ ਹੀ ਹੋਵੇ, ਘੱਟੋ ਘੱਟ ਮੰਤਰਾਲੇ ਨੂੰ ਆਰਟੀ ਪਾ ਕੇ ਪੁੱਛਿਆ ਜਾ ਸਕਦਾ ਵੀ ਸਰ ਇਸ ਮਹੀਨੇ ਫਿਰ ਕਿੰਨੇ ਧਰਨੇ ਲੱਗੇ, ਸਰ ਫਿਰ ਕਿੰਨੇ ਥਾਵਾਂ ਤੇ ਜਾ ਕੇ ਕਿੰਨਾ ਤੁਸੀਂ ਮਸਲਾ ਹੱਲ ਕੀਤਾ। ਫਿਰ ਕੰਪੈਰੀਜ਼ਨ ਕਰਿਆ ਕਰਨਾ, ਸਾਡੀ ਸਰਕਾਰ ਵੇਲੇ ਸਿਰਫ 108 ਧਰਨੇ ਲੱਗੇ, ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਉਸ ਸਰਕਾਰ ਵੇਲੇ 111 ਧਰਨੇ ਸੀ, 3 ਧਰਨਿਆਂ ਦੀ ਕਮੀ ਆਈ ਹੈ। ਅੱਗੇ ਨਾਲੋਂ ਅਸੀਂ ਸਥਿਤੀ 'ਚ ਸੁਧਾਰ ਕੀਤਾ। ਇਹ ਮੈਂ ਤਾਂ ਧਰਨਾ ਮੰਤਰਾਲੇ ਦੀ ਗੱਲ ਕਰਦਾ, ਤੁਸੀਂ ਦੇਖੋ ਵੀ ਇੱਕ ਪਾਸੇ ਤੇ ਚਲੋ ਕਿਸਾਨਾਂ ਦੀ ਗੱਲ, ਦੂਜੇ ਪਾਸੇ ਲੋਕ ਕਹਿੰਦੇ ਪੰਜਾਬ 'ਚ ਬੜੇ ਖੱਜਲ ਹੋਏ ਜੀ, ਪ੍ਰਾਈਵੇਟ ਬੱਸਾਂ ਵਾਲਿਆਂ ਨੇ ਆਪਣੇ ਵੱਲੋਂ ਹੜਤਾਲ ਕਰਤੀ, ਵਾਹ ਕਹਿੰਦੇ ਵੀ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਨਹੀਂ ਚੱਲੀਆਂ, ਵੱਡੀਆਂ ਵੀ ਨਹੀਂ ਚੱਲੀਆਂ, ਮਿੰਨੀ ਬੱਸਾਂ ਜਿਹੜੀਆਂ ਆਮ ਪਿੰਡਾਂ ਪੁੰਡਾਂ ਚੱਲਦੀਆਂ ਉਹ ਵੀ ਨਹੀਂ ਚੱਲੀਆਂ। ਹੁਣ ਬੱਸਾਂ ਨਹੀਂ ਚੱਲੀਆਂ ਤੇ ਹੁਣ ਬੰਦੇ ਜਿਹਨੇ ਵਾਂਢੇ ਜਾਣਾ ਉਹ ਵਿਚਾਰਾ ਕੀ ਕਰੇ, ਜਾਂ ਜਿਹੜਾ ਵਾਂਢੇ ਗਿਆ ਉਹਨੇ ਤੇ ਮੁੜਨਾ ਹੀ ਮੁੜਨਾ, ਉਹ ਵਿਚਾਰਾ ਕੀ ਕਰੇ। ਲੋਕ ਵਿਚਾਰੇ ਹੋਏ ਖੱਜਲ, ਤੇ ਲੋਕਾਂ ਦੇ ਨਾਲ ਚੱਕ ਰਹੇ ਸੀ ਵੀ ਪ੍ਰਾਈਵੇਟ ਤੇ ਸਰਕਾਰੀ, ਕਿਉਂਕਿ ਮੁਲਾਜ਼ਮ ਤੇ ਅਲੱਗ-ਅਲੱਗ ਨੇ ਨਾ, ਪ੍ਰਾਈਵੇਟ ਬੱਸਾਂ ਵਾਲੇ ਮੁਲਾਜ਼ਮ ਤੇ ਸਰਕਾਰੀ ਬੱਸਾਂ ਵਾਲੇ ਮੁਲਾਜ਼ਮ, ਉਹ ਵੀ ਇੱਕ ਦੂਜੇ ਨੂੰ ਅੱਖਾਂ ਕੱਢੇਗਾ, ਤੈਨੂੰ ਵੇਖ ਲਾਂਗੇ, ਤੂੰ ਫਿਰ ਇੱਦਾਂ ਕਰਦਾ ਹੋਇਆ, ਤੈਨੂੰ ਵੇਖ ਲਾਂਗੇ। ਫਿਰ ਉਹ ਦੋਵੇਂ ਇੱਕ ਦੂਜੇ ਨੂੰ ਵੇਖਦੇ ਵੇਖਦੇ ਕਹਿੰਦੇ ਰਹੇ, ਵੇਖ ਤੇ ਉਹਨੇ ਲੈਣਾ ਹੀ, ਅੱਜ ਪੈਸੇ ਉੱਥੇ ਅੱਡੇ ਤੇ ਇਕੱਠੇ ਹੋਣਾ ਮੁੜ ਕੇ। ਦੇਖੋ ਸੰਧਾਲੀਆ ਸਾਹਿਬ, ਰੌਲਾ ਤਾਂ ਉਹੀ ਹੈ ਨਾ ਕਿ ਪ੍ਰਾਈਵੇਟ ਜਿਹੜੇ ਆਪਰੇਟਰ ਨੇ ਉਹ ਕਹਿੰਦੇ ਆ ਜੀ ਕਿ ਤੁਸੀਂ ਬੀਬੀਆਂ ਨੂੰ ਮੁਫਤ ਸਫ਼ਰ ਦੀ ਸਹੂਲਤ ਦਿੱਤੀ, ਦੇ ਤਾਂ ਪਿਛਲੇ ਹੀ ਗਏ ਸੀ, ਤੇ ਸਾਡੇ ਕੋਲ ਸਵਾਰੀ ਘਟ ਗਈ, ਕਿਉਂਕਿ ਬੀਬੀ ਜਾਂਦੀ ਹੈ ਤੇ ਬੀਬੀ ਦੇ ਨਾਲ ਜਿਹੜੇ ਭਾਈ ਸਾਹਿਬ ਹੁੰਦੇ ਉਹਨਾਂ ਦੀ ਕੀ ਹਿੰਮਤ ਹੈ ਕਿ ਸਰਕਾਰੀ ਬੱਸ 'ਚ ਨਾਲ ਨਾ ਚੜ੍ਹਨ। ਇਹਦਾ ਥੋੜੀ ਕਹਿ ਸਕਦੇ ਤੂੰ ਮੁਫਤ ਜਾਣਾ ਭਲੀਏ ਲੋਕੇ ਚੜ੍ਹ ਜਾ, ਮੈਂ ਪ੍ਰਾਈਵੇਟ 'ਚ ਆਉਣਾ ਨਾ, ਬੰਦਾ ਕੰਨ 'ਚ ਪਾਇਆ ਨਹੀਂ ਰੜਕਦਾ ਹੁੰਦਾ, ਮੈਂ ਦੇਖਿਆ। ਹੁਣ ਦੇਖਿਆ ਤਜਰਬਾ ਬੋਲਦਾ ਤੇ ਸਾਰੇ ਦੇਖੋ, ਮੰਨੇ ਕੋ ਨਾ ਮੰਨੇ, ਸਾਰਿਆਂ ਦਾ ਤਜਰਬਾ ਹੈ। ਤੇ ਚਲੋ ਇਹ ਵੈਸੇ ਉਦਾਹਰਨ ਕਿਥੋਂ, ਕੰਨ 'ਚ ਪਾਇਆ ਨਹੀਂ ਰੜਕਦਾ, ਜਾਣੀ ਇਹਦਾ ਕੀ ਮਤਲਬ? ਕੰਨ 'ਚ ਪਾਇਆ ਨਹੀਂ ਰੜਕਦਾ, ਜਾਣੀ ਇੰਨਾ ਨਿਸਵਜਾ ਹੋ ਜਾਂਦਾ, ਜਾਣੀ ਇੰਨਾ ਬੇਬਸ ਹੋ ਜਾਂਦਾ, ਜਾਣੀ ਇੰਨਾ ਹੀ ਬਾਸੀ ਹੋ ਜਾਂਦੀ, ਜਾਣੀ ਤੁਹਾਡੇ ਮੂਹਰੇ ਆਹੋ ਘੱਟ ਨਿਕਲਦਾ, ਆਹ ਜ਼ਿਆਦਾ ਨਿਕਲਦੀ। ਮੈਂ ਤਾਂ ਤਾਂ ਕਹਿਣ ਡਿਆ ਵੀ ਹੁਣ ਆਪਾਂ ਆਪਣੇ ਤੋਂ ਬਾਹਰ ਆ ਜਾਈਏ, ਜਿੱਥੇ ਜਾਣਾ ਉਧਰ ਚਲੀਏ, ਪਤਾ ਲੱਗੇ ਵੀ ਪ੍ਰੋਗਰਾਮ ਤੋਂ ਬਾਅਦ ਆਪਣੀ ਉਧਰ ਮੈਂ ਕਲਾਸ ਲੱਗਦੀ ਵੀ ਹਾਂ ਤੁਸੀਂ ਕਿੱਧਰ। ਦੇਖੋ ਸੰਧਾਲੀਆ ਸਾਹਿਬ, ਪ੍ਰਾਈਵੇਟ ਆਪਰੇਟਰ ਕਹਿੰਦੇ ਆ ਜੀ ਤੁਸੀਂ ਬੀਬੀਆਂ ਨੂੰ ਮੁਫਤ ਸਫ਼ਰ ਕਰਤਾ, ਸਾਡੀ ਬੱਸ 'ਚ ਬੀਬੀ ਤੇ ਕੋਈ ਚੜ੍ਹਦੀ ਨਹੀਂ। ਬੀਬੀਆਂ ਦੇ ਨਾਲ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਆ ਉਹ ਵੀ ਸਰਕਾਰੀ ਬੱਸ 'ਚ ਬੈਠਦੇ ਆ, ਵੀ ਸਾਡਾ ਧੰਦਾ ਹੀ ਚੌਪਟ ਹੋ ਗਿਆ। ਕੋਵਿਡ ਦੇ ਵਿੱਚ ਕਹਿੰਦੇ ਬੱਸਾਂ ਨਹੀਂ ਸੀ ਚੱਲੀਆਂ, ਸਾਡੀਆਂ ਕਿਸ਼ਤਾਂ ਟੁੱਟ ਗਈਆਂ। ਇੱਕ ਤਾਂ ਉਹਨਾਂ ਨੇ ਇਹ ਕਿਹਾ, ਦੂਜਾ ਟੈਕਸ ਮਾਫੀ ਦੀ ਉਹ ਮੰਗ ਕਰਦੇ ਕਿ ਇੰਨੇ ਕੁ ਮਹੀਨੇ ਦਾ ਟੈਕਸ ਮਾਫ ਕਰੋ, ਹੜਤਾਲ ਕਰਤੀ, ਮੰਗ ਕਈਆਂ ਚਿਰਾਂ ਦੀ ਸੀ। ਸਰਕਾਰੀ ਵਾਲੇ ਕਹਿੰਦੇ ਸਾਨੂੰ ਚੱਲਣ ਦਿਓ ਭਾਈ, ਸਾਡੇ ਤੇ 4 ਪੈਸੇ ਬਣਨੀ ਹੁਣ ਲੱਗੇ ਆ। ਸੰਧਾਲੀਆ ਸਾਹਿਬ, ਮੈਨੂੰ ਕੁੱਲ ਮਿਲਾ ਕੇ ਜਿਹੜੀ ਗੱਲ ਲੱਗਦੀ ਆ ਨਾ, ਗੱਲ ਵਿੱਤੀ ਹਾਲਾਤਾਂ ਦੀ ਨੇ। ਜੇ ਲੋਕਾਂ ਦੇ ਕੋਲੇ 4 ਪੈਸੇ, ਹੁਣ ਮੁਫਤ ਸਫ਼ਰ ਦੀ ਸਹੂਲਤ ਦੇਣ ਦੀ ਲੋੜ ਨਹੀਂ, ਲੋਕਾਂ ਨੂੰ ਆਮਦਨ ਕਮਾਉਣ ਦਾ ਸਾਧਨ ਦਿਓ, ਰੁਜ਼ਗਾਰ ਦਿਓ, ਤਾਂ ਸਾਰਾ ਕੁਛ ਹੀ ਠੀਕ ਹੈ। ਫਿਰ ਪੈਸੇ ਦੇਣ ਦੀ ਲੋੜ ਨਹੀਂ ਹੈ ਸਹੂਲਤਾਂ ਦੇਣ ਦੀ, ਸਗੋਂ ਰੁਜ਼ਗਾਰ ਉਹਨਾਂ ਦਾ ਵਧਾਓ। ਉਧਰਲੇ ਪਾਸਿਓਂ ਗੱਲ ਆ ਸਾਰੀ ਲੜਾਈ ਦੀ ਨਿਕਲਦੀ ਆ। ਹੁਣ ਪ੍ਰਾਈਵੇਟ ਬੱਸਾਂ ਦੇ ਵਿੱਚ ਬੜੇ ਲੋਕ ਦੋਸ਼ ਲਾਉਂਦੇ ਹੁੰਦੇ ਆ ਕਿ ਇਹਨਾਂ ਨੇ ਵੀ ਮਨਮਾਨੀਆਂ ਠੋਕ ਕੇ ਕੀਤੀਆਂ, ਇੱਕ ਪਰਮਿਟ ਤੇ 3 ਚੱਲੀਆਂ ਜੀ, 2 ਚੱਲੀਆਂ ਜੀ। ਉਹ ਕਹਿੰਦੇ ਜੀ ਹੁਣ ਬਹੁਤੇ ਜਿਹੜੇ ਛੋਟੇ ਆਪਰੇਟਰ ਨੇ ਉਹ ਕਹਿੰਦੇ ਪ੍ਰਾਈਵੇਟ ਸਰਕਾਰੀ ਦੇ ਵਿੱਚ ਅਸੀਂ ਤਾਂ ਪਿਸ ਜਾਂਦੇ ਆ, ਸਾਡੇ ਕੋਲ ਤਾਂ 2-2 4-4 ਹੀ ਨੇ। ਕੋਈ ਕਹਿੰਦਾ ਜੀ ਮੇਰੇ ਕੋਲ 8 ਨੇ, ਮੇਰੇ ਕੋਲ 10 ਨੇ, ਸਾਡੀ ਨਹੀਂ ਕਹਿੰਦੇ ਚੱਲਣ ਦਿੰਦੇ, ਜਿਨ੍ਹਾਂ ਦੀਆਂ ਚੱਲਦੀਆਂ ਉਹਨਾਂ ਨੂੰ ਫੜ ਲਓ, ਅਸੀਂ ਤਾਂ ਰੂਟਿੰਗੋਂ ਜਾਂਦੇ ਰਹਿਣਾ। ਫਿਰ ਉਹ ਵੀ ਕਹਿੰਦੇ ਆ ਕਿ ਸਾਨੂੰ ਅਸੀਂ ਇੰਨੇ ਬੰਦੇ ਨੂੰ ਰੁਜ਼ਗਾਰ ਦਿੰਨੇ ਆ, ਇੱਕ ਬੱਸ ਤੇ ਮਗਰ ਉਹ 5-5 7-7 ਬੰਦੇ ਦੱਸਦੇ ਹੁੰਦੇ ਆ ਕਿ ਇੱਕ ਬੱਸ ਇੰਨੇ ਲੋਕਾਂ ਨੂੰ ਰੁਜ਼ਗਾਰ ਦਿੰਦੀ, ਉਹਨੇ ਪਰਿਵਾਰਾਂ ਨੂੰ ਰੁਜ਼ਗਾਰ ਦਿੰਦੀ ਆ। ਸਾਡਾ ਮਾੜਾ ਮੋਟਾ ਕੁਝ ਸੋਚੋ। ਸਰਕਾਰ ਇੱਧਰਲੇ ਪਾਸੇ ਬੈਠੇ ਲੋਕ ਤੰਗ ਪਰੇਸ਼ਾਨ ਪੂਰੇ ਹੋਏ ਆ। ਨਹੀਂ ਪੂਰੇ ਹੋਏ ਆ। ਵੈਸੇ ਇੱਕ ਉਹਨਾਂ ਨੇ ਵਿੱਚੋਂ ਆਪਸ਼ਨ ਜੀ ਕੱਢੀ ਹੈ, ਉਹ ਕਹਿੰਦੇ ਵੀ ਆਪਾਂ ਕੋਈ ਸ਼ਨੀ ਐਤਵਾਰ ਵਾਲਾ ਕੰਮ ਕਰ ਲਈਏ। ਵੀ ਮੰਨ ਲਓ ਜੇ ਤੁਸੀਂ ਕਹਿੰਦੇ ਵੀ ਬੀਬੀਆਂ ਜਿਹੜੀਆਂ ਨੇ ਜੀ ਉਹ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰ ਸਕਦੀਆਂ,
ਤੁਸੀਂ ਕੋਈ ਇੱਕ ਅੱਧਾ ਦਿਨ ਪ੍ਰਾਈਵੇਟ ਵਾਲਿਆਂ ਨੂੰ ਦੇ ਦਿਓ ਵੀ ਹਾਂਜੀ ਇਸ ਦਿਨ ਪ੍ਰਾਈਵੇਟ ਸ਼ਨੀਵਾਰ ਜਾਂ ਐਤਵਾਰ ਮੰਨ ਲਓ ਵੀ ਪ੍ਰਾਈਵੇਟ ਬੱਸ 'ਚ ਵੀ ਫ੍ਰੀ ਸਫ਼ਰ। ਉਹ ਕਹਿੰਦੇ ਵੀ ਉਹਦੇ ਨਾਲ ਹੋਊਗਾ ਇਹ ਵੀ ਅਸੀਂ ਤੁਹਾਨੂੰ ਦੇ ਜਿੱਦਾਂ ਸਰਕਾਰੀ ਬੱਸਾਂ ਵਾਲੇ ਦਿੰਦੇ ਨੇ ਡਾਟਾ ਪਿਆ ਲਓ ਜੇ ਇੰਨੀਆਂ ਸਵਾਰੀਆਂ ਨੇ ਸਫ਼ਰ ਕੀਤਾ, ਉੱਦਾਂ ਹੀ ਅਸੀਂ ਤੁਹਾਨੂੰ ਸਫ਼ਰ ਦੇ ਲਈ ਡਾਟਾ ਦੇ ਦੇਵਾਂਗੇ ਵੀ ਸਾਡੀ ਬੱਸ 'ਚ ਸਫ਼ਰ ਕੀਤਾ, ਸਰਕਾਰ ਉਹ ਪੈਸੇ ਸਾਨੂੰ ਦੇ ਦੇਵੇ ਵੀ ਲੋਕਾਂ ਨੂੰ ਤਾਂ ਸਹੂਲਤ ਹੀ ਚਾਹੀਦੀ ਆ, ਅਸੀਂ ਇਸ ਹਿਸਾਬ ਨਾਲ ਤੁਹਾਨੂੰ ਸਹੂਲਤ ਦੇ ਦਿਆਂਗੇ। ਹੁਣ ਇਹ ਗੱਲ ਕਿੰਨੀ ਕਿ ਸਰਕਾਰ ਦੇ ਮੰਨਣ 'ਚ ਆਉਂਦੀ ਕਿੰਨੀ ਕਿ ਨਹੀਂ ਆਉਂਦੀ ਇਹ ਗੱਲ ਸੋਚਣ ਵਾਲੀ, ਪਰ ਇੱਕ ਗੱਲ ਤਾਂ ਹੈਗੀ ਹੈ ਸ਼ੁਰੂਆਤ ਦੇਖੋ ਇੱਥੋਂ ਹੋਈ ਸੀ। ਮੈਨੂੰ ਲੱਗਦਾ ਹੁੰਦਾ ਉਹ ਅਜੇ ਖੱਟਰ ਸਾਹਿਬ ਹੋਣਾ 'ਤੇ ਵੀ ਜਾਣਾ, ਉਹਨਾਂ ਦਾ ਵੀ ਅੱਜ ਰੌਲਾ ਰੱਪਾ ਬਹੁਤ ਪੈਣ ਡਿਆ। ਉਹ ਬੰਦੇ ਫੇਰ ਵੀ ਸਕੀਮੀ ਨੇ। ਮੈਂ ਇੱਕ ਤਾਂ ਦੇਖੋ ਹਰਿਆਣੇ 'ਚ ਪ੍ਰਾਈਵੇਟ ਬੱਸ ਕੋਈ ਨਹੀਂ ਚੱਲਦੀ, ਦੂਜਾ ਉਹਨਾਂ ਨੇ ਰੱਖੜੀ ਤੇ ਬਸ ਉਹ 1.5 ਦਿਨ ਦੇ ਲਈ ਫ੍ਰੀ ਕੀਤਾ ਕੰਮ ਹੈ ਨਾ। ਬੰਦੇ ਕਾਰੋਬਾਰੀ ਨਹੀਂ, ਉਹ ਕਹਿੰਦੇ ਬੱਸਾਂ ਭਾਵੇਂ ਸਰਕਾਰੀ ਨੇ ਕਰਨ ਨੂੰ ਕਰ ਹੀ ਸਕਦੇ ਵੀ ਲੈ ਵੀ 1 ਹਫ਼ਤਾ ਫ੍ਰੀ ਵੀ ਨਜ਼ਾਰੇ ਲਓ ਤੁਸੀਂ ਹੈ ਨਾ। ਉਹਨਾਂ ਨੇ ਕੋਈ ਸਫ਼ਰ ਫ੍ਰੀ ਨਹੀਂ ਕੀਤਾ ਰੱਖੜੀ ਤੇ ਵੀ, ਬਸ ਉਹ ਕਹਿੰਦੇ ਵੀ ਬਸ 1.5 ਦਿਨ ਆਪਾਂ ਤੁਹਾਨੂੰ ਫ੍ਰੀ ਕਰਨਾ। हरियाणा की सभी बहनों के लिए इतना समा कोई टिकट नहीं लगेगी, पर हरियाणा की बहनों के बाद उसको बाद पूरी टिकट लगेगी। ਸੋ ਮੈਨੂੰ ਐਂ ਲੱਗਦਾ ਹੁੰਦਾ ਵੀ ਯਾਰ ਥੋੜਾ ਬਹੁਤ ਇਹਦੇ ਤੇ ਵਿਚਾਰ ਕਰ ਲੈਣਾ ਚਾਹੀਦਾ। ਹਾਲਾਂਕਿ ਸੁਪਰੀਮ ਕੋਰਟ 'ਚੋਂ ਮਸਲਾ ਤੁਰਿਆ ਹੀ ਫਿਰਦਾ ਵੀ ਯਾਰ ਤੁਸੀਂ ਚੈੱਕ ਜ਼ਰੂਰ ਕਰ ਲਿਆ ਕਰੋ ਜਿਹੜਾ ਕਿਹੜਾ ਆਉਂਦਾ। ਲੀਡਰ ਸਾਹਿਬ ਦੇ ਕਹਿੰਦੇ ਆ ਵੀ ਫ੍ਰੀ ਦਿੱਤਾ ਬਈ, ਤੇ ਲੀਡਰ ਸਾਹਿਬ ਦੇ 2 ਮਹੀਨੇ ਬਾਅਦ ਮੁੜ ਕੇ ਪੱਤਰਾਵਾਦ ਜਾਂਦੇ ਆ ਤੇ ਉਹ ਫ੍ਰੀ ਦਿੱਤਾ ਬਈ। ਜਿਹੜੀ ਅਗਲੀ ਸਰਕਾਰ ਆਉਂਦੀ ਉਹ ਕਹਿੰਦੇ ਯਾਰ ਅੱਛਾ ਸਾਰਾ ਕੁਝ ਫ੍ਰੀ ਦੇ ਤੇ ਖਜ਼ਾਨੇ ਤੇ ਹੈ ਕੋਈ ਨਹੀਂ, ਦਈਏ ਕੀ ਹੈ ਨਾ। ਇਹ ਮਸਲੇ ਹੌਲੀ ਹੌਲੀ ਆਉਣੇ ਨੇ ਨਾ, ਸਾਰਿਆਂ ਨੂੰ ਵਿਚਾਰ ਲੈਣਾ ਚਾਹੀਦਾ। ਨਹੀਂ ਜ਼ਰੂਰੀ ਹੈ ਜੀ, ਜੇ ਨਹੀਂ ਵਿਚਾਰਾਂਗੇ ਤਾਂ ਨੁਕਸਾਨ ਹੋ ਜਾਊਗਾ। ਬਾਕੀ ਤੁਸੀਂ ਹਰਿਆਣੇ ਜਾਣਾ ਸੀ, ਲੈ ਜਾਈਏ ਫਿਰ ਚੱਲਦੇ ਆ। ਪਹਿਲਾਂ ਰੋਪੜੋਂ ਹੋ ਕੇ ਜਾਣਾ ਹੀ, ਉਹਦਾ ਕਾਰਨ ਹੈ ਇੱਕ ਪਤਾ ਲੱਗ ਜਾਊਗਾ, ਕਿਉਂਕਿ ਕਈ ਵਾਰੀ ਹੁੰਦਾ ਨਾ ਅਸੀਂ ਪੰਜਾਬ ਵਾਲੇ ਬਹੁਤ ਵਧੀਆ, ਉਹ ਕਹਿੰਦੇ ਹਮ ਬੜੀਆ, ਹਰਿਆਣੇ ਵਾਲੇ ਕਹਿੰਦੇ ਨਾ ਹੋਊਗੇ ਵਧੀਆ, ਇੱਕੋ ਹੀ ਆ। ਜਿਹੜੀਆਂ ਮੁਸੀਬਤਾਂ ਵੱਡੀਆਂ ਹੋ ਰਹੀਆਂ, ਬੜੀਆ ਤੋਂ ਵੱਡੀਆਂ ਹੋ ਰਹੀਆਂ, ਉਹ ਦੇਖੀਏ। ਹੁਣ ਹਰਜੋਤ ਸਿੰਘ ਬੈਂਸ ਮਾਈਨਿੰਗ ਵਿਭਾਗ ਦੇ ਮੰਤਰੀ ਨੇ, ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤੇ ਆ। ਰੋਪੜ ਬਿਲਕੁਲ ਮੋਢਾ ਜ਼ਿਲ੍ਹਾ ਹੀ ਹੈ। ਹੁਣ ਉਹਨਾਂ ਨੇ ਇੱਕ ਜ਼ਿਲ੍ਹਾ ਪੱਧਰੀ ਅਧਿਕਾਰੀ ਉੱਥੇ ਸਸਪੈਂਡ ਕੀਤਾ। ਉਹ ਕਹਿੰਦੇ ਜੀ ਕਿਉਂਕਿ ਪਿਛਲੇ ਦਿਨੀ ਵਿਰੋਧੀ ਦੋਸ਼ ਲਾਉਂਦੇ ਸੀ, ਕਹਿੰਦੇ ਠੀਕ ਹੈ ਤੁਸੀਂ ਕਹਿੰਦੇ ਹੋ ਅਸੀਂ 300 ਜਗ੍ਹਾ ਤੇ ਕਾਰਵਾਈ ਕੀਤੀ, ਅਸੀਂ ਮਾਈਨਿੰਗ ਨਜਾਇਜ਼ ਬੰਦ ਕਰਾਤੀ, ਜਾਇਜ਼ ਮਾਈਨਿੰਗ ਵੱਧ ਗਈ, ਸਰਕਾਰ ਨੂੰ ਪੈਸੇ ਆਉਣ ਲੱਗ ਪਏ, ਪਰ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਉਹ ਕਹਿੰਦੇ ਦੱਸੋ ਕਿੱਥੇ ਹੋ ਰਹੀ ਹੈ। ਚਲੋ ਹੁਣ ਉਹਨਾਂ ਨੇ ਆਪਣੇ ਹਲਕੇ ਦੇ ਨੇੜੇ ਜ਼ਿਲ੍ਹੇ ਪੱਧਰ ਦਾ ਅਧਿਕਾਰੀ ਸਸਪੈਂਡ ਕੀਤਾ ਤੇ ਕਹਿੰਦੇ ਜੀ ਰਾਤ ਨੂੰ ਅਸੀਂ ਕਹਿੰਦੇ ਬਰਸਾਤੀ ਮੌਸਮ 'ਚ ਬੰਦ ਕੀਤੀ ਆ ਮਾਈਨਿੰਗ। ਇਹਦੇ ਬਾਵਜੂਦ ਵੀ 2 ਨੰਬਰ ਤੇ ਵੀ ਰਾਤੇ ਬਰਾਤੇ ਕੰਮ ਚੱਲੀ ਜਾਂਦਾ ਸੀ। ਇਹਦਾ ਮੰਨ ਲਓ ਇਹਨਾਂ ਨੇ ਡਿਊਟੀ ਪੂਰੀ ਨਹੀਂ ਕੀਤੀ, ਸਸਪੈਂਡ। ਚੰਗੀ ਗੱਲ ਹੈ, ਜਿਹੜਾ ਬੰਦਾ ਤਨਖਾਹ ਲੈਂਦਾ ਡਿਊਟੀ ਪੂਰੀ ਨਹੀਂ ਕਰਦਾ ਸਸਪੈਂਡ ਹੋਣਾ ਚਾਹੀਦਾ। ਕਿਉਂ ਨਹੀਂ ਹੋਣਾ ਚਾਹੀਦਾ? ਕਿਉਂਕਿ ਉਹ ਕੰਮ ਕਰਨ ਲਈ ਤਾਂ ਆਪਾਂ ਰੱਖੇ ਆ। ਦੂਸਰੀ ਗੱਲ ਕੀ, ਇਹਦਾ ਮਤਲਬ ਪੰਜਾਬ 'ਚ ਜੇ ਸਮੱਸਿਆ ਹੈਗੀ ਹੈ, ਜੇ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਵਧੀਆ। ਹਰਿਆਣੇ ਵਾਲੇ ਸਾਡੇ ਨਾਲੋਂ ਕਈ ਮਸਲਿਆਂ 'ਚ ਬਹੁਤ ਵਧੀਆ ਨੇ, ਪਰ ਹੁਣ ਜੇ ਉੱਥੇ ਵੀ ਇੱਕ ਪਾਰਟੀ ਦੇ ਲੀਡਰ ਸਾਹਿਬ ਨੇ ਮੁੱਦਾ ਚੱਕ ਲਿਆ ਕਿ ਨਜਾਇਜ਼ ਮਾਈਨਿੰਗ ਉੱਥੇ ਵੀ ਹੁੰਦੀ ਹੈ, ਖੱਟਰ ਸਾਹਿਬ ਹੁਣੇ ਕਾਬੂ ਪਾ ਲਓ, ਸਾਡੇ ਕੋਲੋਂ ਮੁੜ ਕੇ ਜ਼ਖਮ ਬੰਨਿਆ ਨਹੀਂ ਜਾਂਦਾ। ਨਹੀਂ ਇਹ ਤਾਂ ਗੱਲ ਆਪਾਂ ਅੱਗੇ ਵੀ ਜ਼ਿਕਰ ਕੀਤਾ ਵੀ ਬਹੁਤ ਸਾਰੇ ਮਸਲੇ ਜਿਹੜੇ ਪਹਿਲਾਂ ਪੰਜਾਬ 'ਚ ਸੀਗੇ ਉਹ ਹੁਣ ਹੌਲੀ ਹੌਲੀ ਜਿੱਦਾਂ ਉਹ ਮਤਲਬ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਕਿ ਨਹੀਂ, ਉਹ ਰੰਗ ਹੁਣ ਫੜਿਆ ਜਾਣ ਲੱਗ ਪਿਆ। ਪੂਰਾ ਰੌਲਾ ਰੱਪਾ ਪਿਆ ਕਹਿੰਦੇ ਉੱਥੋਂ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਵਾਲਾ ਪਾਇਆ ਜੀ। ਉਹ ਕਹਿੰਦੇ ਵੀ ਦੇਖੋ ਤੁਸੀਂ ਬੜੀ ਚਿਰ ਦਾ ਆਖੀ ਜਾਂਦੇ ਵੀ ਅਸੀਂ ਮਾਰਾ ਰੋਕਤੀ, ਨਜਾਇਜ਼ ਮਾਈਨਿੰਗ ਰੋਕਤੀ, ਕੋਈ ਕਹਿੰਦੇ ਨਜਾਇਜ਼ ਮਾਈਨਿੰਗ ਨਹੀਂ ਰੁਕੀ, ਨਾ ਤੁਸੀਂ ਕੋਈ ਕਾਰਵਾਈ ਕਰਦੇ ਹੋ। ਉਹ ਤੇ ਸਗੋਂ ਇਹ ਵੀ ਇਲਜ਼ਾਮ ਲਾਉਂਦੇ ਬੰਦੇ ਹੀ ਤੁਹਾਡੇ ਆ। ਹੁਣ ਸਵਾਲ ਇਹ ਆ ਵੀ ਜਦੋਂ ਬੰਦੇ ਹੀ ਤੁਹਾਡੇ ਹੋ ਜਾਂਦੇ ਤਾਂ ਮਤਲਬ ਵੀ ਜਿਹੜਾ ਬੰਦਾ ਕੁਰਸੀ ਤੇ ਬਹਿ ਜਾਂਦਾ ਉਹਨੂੰ ਅਗਲੇ ਬੰਦੇ ਆਪਣੇ ਆਪ ਹੀ ਚਾਟੇ ਲਾ ਲੈਂਦੇ। ਉਹ ਬਾਊ ਜੀ ਕਿਆ ਗੱਲ ਕਰਦੇ ਆ ਯਾਰ, ਆ ਦੇਖੋ ਤੁਸੀਂ ਚੱਕੋ ਸੌਦਾ ਮੌਜਾਂ ਕਰਦੇ ਆ, ਸਰਕਾਰ ਕੱਲ ਨੂੰ ਰਹਿਣੀ ਕਿ ਨਹੀਂ ਰਹਿਣੀ। ਅਗਲੇ ਦੇ ਮਨ 'ਚ ਵੀ ਤਾਂ ਲਾਲਚ ਆ ਹੀ ਜਾਂਦਾ ਵੀ ਮੈਂ ਕਿਹੜਾ ਵੀ ਇੱਥੇ ਕੁਝ ਕਰਨਾ ਹੈ, ਪੈਸੇ ਫੜਨ ਵਾਲਾ ਹੋਰ ਹੋਣਾ, ਚਲਾਉਣ ਵਾਲਾ ਹੋਰ ਹੋਣਾ, ਆਪਾਂ ਦੇ ਬਸ ਘੁੱਗੀ ਮਾਰਨੀ, ਕੋਈ ਗੱਲ ਨਹੀਂ, ਜਾਂ ਅੱਖਾਂ ਮੀਟਣੀਆਂ ਨੇ। ਸੰਧਾਲੀਆ ਸਾਹਿਬ ਮੈਨੂੰ ਹੋਰ ਲੱਗਦਾ ਕਾਂਗਰਸੀਆਂ ਨੇ ਰੌਲਾ ਪਾਇਆ, ਤੁਹਾਡੀ ਡਿਊਟੀ ਬਣਦੀ ਸੀ ਬਹੁਤ ਵਧੀਆ, ਪਰ ਤੁਸੀਂ ਖਿਆਲ ਰੱਖਿਓ, ਬਿਲਕੁਲ ਖਿਆਲ ਰੱਖਿਓ, ਕਿਤੇ ਤੁਹਾਡੇ 'ਚ ਕੋਈ ਬੰਦਾ ਇੱਦਾਂ ਨਾ ਕਹਿ ਦੇਵੇ ਉਹ ਯਾਰ ਜੇ ਕੋਈ ਕਾਰਵਾਈ ਨਹੀਂ ਕਰਨੀ, ਉਹ ਮੁੱਖ ਮੰਤਰੀ ਸਾਹਿਬ ਤੁਸੀਂ ਪਾਰਟੀ ਪ੍ਰਧਾਨ ਨੂੰ ਹੀ ਫੈਲਾਂ ਦੇ ਆਓ ਜਿੱਦਾਂ ਸਾਡੇ ਪੰਜਾਬ ਵਾਲੇ ਦੇ ਆਏ ਸੀ। ਮੈਨੂੰ ਲੱਗਦਾ ਅਗਲੇ ਨੇ ਕਹਿ ਦੇਣਗੇ ਵੀ ਯਾਰ ਤੁਸੀਂ ਤੇ ਨਾ ਹੀ ਬੋਲੋ, ਕਿਉਂਕਿ ਤੁਹਾਡੇ ਵਾਲੀਆਂ ਫਾਈਲਾਂ ਵੀ ਉਧਰ ਜੇ ਗਈਆਂ, ਕਿਉਂਕਿ ਉਹ ਬੰਦੇ ਤੇ ਹੁਣ ਉਹਨਾਂ ਦੇ ਨਾਲ ਹੀ ਕਹਿੰਦੇ ਫੋਟੋ ਕਾਪੀ ਸਾਡੇ ਕੋਲ ਵੀ ਦੇਖ ਲਓ ਵੀ ਕਿਹੜਾ ਕਿਹੜਾ ਸੀਗਾ। ਪਰ ਵੈਸੇ ਇੱਕ ਗੱਲ ਹੈ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਜਿਹੜਾ ਰੋਗ ਇੱਕ ਵਾਰਾਂ ਚੱਲ ਪੈਂਦਾ ਉਸ ਤੋਂ ਬਾਅਦ ਉਹ ਇਸ ਗੱਲ 'ਚ ਨਹੀਂ ਹੁੰਦਾ। ਹਾਂ ਲੜਾਈ ਵੇਲੇ ਰੌਲਾ ਪਾ ਲਏ SYL ਨਹਿਰ ਦਾ ਪਾਣੀ ਇੱਧਰ ਨਹੀਂ ਉੱਧਰ ਨਹੀਂ, ਪਰ ਤੁਸੀਂ ਦੇਖੋ ਵੀ ਜਿਹਨਾਂ ਨੇ ਪੁੱਠਾ ਸਿੱਧਾ ਕੰਮ ਕਰਨਾ ਉਹਨਾਂ ਲਈ ਤਾਂ ਬਾਰਡਰ ਕੋਈ ਵੀ ਨਹੀਂ ਜੀ। ਅਗਲਾ ਪੰਜਾਬ 'ਚ ਵੀ ਦੱਬੀ ਆਉਂਦਾ, ਹਰਿਆਣੇ 'ਚ ਵੀ ਦੱਬੀ ਆਉਂਦਾ, ਦਿੱਲੀ ਵੱਲ ਵੀ ਦੱਬੀ ਆਉਂਦਾ, ਬਾਕੀ ਸਟੇਟਾਂ 'ਚ ਆਪਾਂ ਕਈ ਤਰ੍ਹਾਂ ਦੀ ਗੱਲ ਸੁਣਦੇ ਹਾਂ। ਨਸ਼ੇ ਵਾਲਾ ਕੰਮ ਕਿੰਨਿਆਂ ਸਟੇਟਾਂ 'ਚ ਘੁੰਮਿਆ ਹੀ ਫਿਰਦਾ ਜੀ। ਇਹਦਾ ਮਤਲਬ ਉਹ ਪੁੱਠੇ ਸਿੱਧੇ ਕੰਮ ਕਰਨ ਵਾਲਿਆਂ ਦੀ ਤੇ ਸਾਂਝ ਆ, ਤੇ ਜਿਹੜਾ ਬੰਦਾ ਕੋਈ ਸਹੀ ਆ ਉਹਨੂੰ ਲੀਡਰ ਨਹੀਂ ਇਕੱਠਾ ਹੋਣ ਦੇ। ਨਾ 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 ਇਦਾਂ ਕਿੱਦਾਂ ਉਹਨਾਂ ਦੇ ਨਾਲ ਤੇ ਆਪਣਾ ਫਲਾਨਾ ਪੰਗਾ ਵੇਖੀ ਤੂੰ, ਬਸ ਸਾਡੀ ਪਾਰਟੀ ਨੂੰ ਵੋਟਾਂ ਬਾਅਦ ਉਹਦੇ ਨਾਲ ਲੈਣਾ ਦੇਣਾ ਹੀ ਕੋਈ ਨਹੀਂ। ਉੱਥੇ ਬੰਦਾ ਮੂਰਖ ਬਣਿਆ ਵੀ ਲੈ ਵੀ ਮੇਰੀ ਸਟੇਟ ਆ। ਉਹ ਜਿਹੜਾ ਮਤਲਬ ਸਿਆਣੇ ਤੇ ਫਿਰ ਉਹ ਬੰਦੇ ਰਹਿ ਗਏ ਨਾ, ਅਗਲਾ ਕਹਿੰਦਾ ਵੀਰ ਮੇਰਾ ਮਾਇਆ ਹੀ ਸਾਰਾ ਕੁਝ ਹੀ, ਉਹ ਸਟੇਟ ਸਟੂਟ 'ਚੋਂ ਤੂੰ ਕੀ ਲੈਣਾ ਦੇਣਾ, ਤੂੰ ਇਹ ਦੱਸ ਵੀ ਤੂੰ ਕਿੰਨੇ ਲੈਣੇ।
ਸੰਧਾਲੀਆ ਸਾਹਿਬ ਇੱਕ ਨਵੀਂ ਸਮੱਸਿਆ ਨੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਧੱਫੜ ਪਾਤੇ, ਕਿਉਂਕਿ ਉਹ ਚੰਪੀ ਰੋਗ ਹੈ, ਕੁਛ ਲੰਪੀ ਚੰਪੀ ਕੁਛ ਇਦਾਂ ਨਾ, ਜਿਹੜਾ ਚਮੜੀਦਾਰ ਧੱਫੜ ਰੋਗ ਉਹਨੂੰ ਕਹਿ ਦਿੰਦੇ ਆਪਣੇ ਪੰਜਾਬੀ ਦੇ ਵਿੱਚ। ਉਹ ਜਿਹੜਾ ਧੱਫੜ ਰੋਗ ਹੈ, ਹੁਣ ਕਈ ਪਾਸਿਓਂ ਕਈ ਸੱਜਣਾ ਦੇ ਸੁਨੇਹੇ ਆਏ ਕਿ ਸਾਡੇ ਕੋਲੇ ਜੀ 20 ਗਾਵਾਂ ਸੀ, ਵਿੱਚੋਂ 4 ਮਰ ਗਈਆਂ, ਇੱਕ ਟੱਬਰ ਦੀਆਂ 16 ਮਰ ਗਈਆਂ ਗਾਵਾਂ, ਜੇ ਉਹਨਾਂ ਕੋਲ 100 ਗਾਂ ਸੀ। ਬਹੁਤਾ ਕਰਕੇ ਜਿਹੜੀ ਗਊ ਨੂੰ ਇਹ ਸਮੱਸਿਆ ਆ ਰਹੀ ਹੈ, ਹੋਰ ਪਾਸੇ ਵੀ ਆ ਰਹੀ ਹੋਏਗੀ। ਹੁਣ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲੇ ਲੱਖਾਂ ਇੰਜੈਕਸ਼ਨ ਆ ਗਏ, ਅਸੀਂ ਇੰਜੈਕਸ਼ਨ ਲਾ ਰਹੇ ਹਾਂ। ਵਿਰੋਧੀ ਧਿਰਾਂ ਕਹਿੰਦੀਆਂ ਜੀ ਸਰਕਾਰ ਤੋਂ ਹੁੰਦਾ ਕੱਖ ਨਹੀਂ, ਲੋਕਾਂ ਦਾ ਨੁਕਸਾਨ ਹੋ ਗਿਆ। ਦੂਸਰੀ ਗੱਲ, ਇਹਦੇ ਨਾਲ ਹੀ ਇੱਕ ਅਫਵਾਹ ਫੈਲ ਗਈ ਜੀ ਕਿ ਇਹ ਦੁੱਧ ਪੀਣ ਦੇ ਨਾਲ ਕਿਤੇ ਮਨੁੱਖਾਂ ਦੇ ਵਿੱਚ ਸਮੱਸਿਆ ਨਾ ਆ ਜਾਏ। ਠੀਕ ਹੈ, ਦੁੱਧੀ ਜਿਹੜੇ ਨੇ ਉਹ ਦੁੱਧ ਖਰੀਦਦੇ ਆ, ਅੱਗੇ ਸ਼ਹਿਰਾਂ ਦੇ ਵਿੱਚ ਪਿੰਡਾਂ 'ਚ ਵੇਚਦੇ ਆ, ਉਹ ਕਹਿੰਦੇ ਜੀ ਲੋਕਾਂ ਨੇ ਦੁੱਧ ਲੈਣਾ ਘੱਟ ਕਰਤਾ, ਉਹਨੂੰ ਲੱਗਦਾ ਕਿਤੇ ਸਮੱਸਿਆ ਨਾ ਹੋਵੇ। ਜਦ ਕਿ ਡਾਕਟਰ ਕਹਿੰਦੇ ਆ ਕਿ ਇਦਾਂ ਦੀ ਸਮੱਸਿਆ ਨਹੀਂ, ਚੰਗੀ ਤਰ੍ਹਾਂ ਵਾਲ ਕੇ ਤੁਸੀਂ ਜਾਣੀ ਕਿ ਡਾਕਟਰ ਦੀ ਸਲਾਹ ਲੈ ਲਓ। ਇਹਦਾ ਮਤਲਬ ਹੈ ਕਿ ਜਿਹੜੇ ਬੰਦੇ ਨੇ ਪਸ਼ੂ ਰੱਖੇ ਉਹ ਵੀ ਨੁਕਸਾਨਿਆ ਗਿਆ, ਜਿਹੜਾ ਬੰਦਾ ਦੁੱਧ ਵੇਚਦਾ ਉਹ ਵੀ ਨੁਕਸਾਨਿਆ ਗਿਆ, ਜਿਨ੍ਹਾਂ ਨੇ ਦੁੱਧ ਦੀ ਵਰਤੋਂ ਕਰਨੀ ਹੈ ਉਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ, ਜਿਹੜੇ ਬੰਦੇ ਪਸ਼ੂ ਪਾਲਣ ਵਿਭਾਗ 'ਚ ਕੰਮ ਕਰਤੇ ਲੱਗੇ ਉਹਨਾਂ ਦੇ ਉੱਤੇ ਪ੍ਰੈਸ਼ਰ ਵੱਧ ਗਿਆ। ਤੇ ਵੈਟਰਨਰੀ ਜਿਹੜੇ ਫਾਰਮਾਸਿਸਟ ਨੇ ਉਹ ਕਹਿੰਦੇ ਜੀ ਅਸੀਂ ਹੜਤਾਲ ਤੇ ਆ, ਸਾਨੂੰ ਕੰਮ ਤੇ ਨਹੀਂ ਰੱਖਦੇ, ਸਾਨੂੰ ਤਨਖਾਹਾਂ ਨਹੀਂ ਦਿੰਦੇ, ਸਾਡੀ ਭਰਤੀ ਨਹੀਂ ਕਰਦੇ, ਕਈ ਕੁਛ ਚੱਲੀ ਜਾਂਦਾ ਕਿ ਸਾਨੂੰ ਨਿਗੁਣੀਆਂ ਤਨਖਾਹਾਂ ਤੇ ਰੱਖਿਆ। ਜਦੋਂ ਹੁਣ ਦੇਖੋ ਆਮ ਲੋਕਾਂ ਨੂੰ ਤਾਂ ਸਮੱਸਿਆ ਚੋਂ ਕੱਢਣਾ ਹੈ। ਸੰਧਾਲੀਆ ਸਾਹਿਬ, ਹੋ ਸਕਦਾ ਕੋਈ ਨਾ ਕੋਈ ਹੀਲਾ ਬੁੱਤਾ ਕਰਕੇ ਸਰਕਾਰ ਇਸ ਬਿਮਾਰੀ ਨੂੰ ਕੰਟਰੋਲ ਕਰ ਲੈ, ਪਰ ਜਿਨ੍ਹਾਂ ਦਾ ਨੁਕਸਾਨ ਹੋ ਗਿਆ, ਇੰਸ਼ੋਰੈਂਸ ਤਾਂ ਬਹੁਤਿਆਂ ਕੋਲ ਹੋਣੀ ਨਹੀਂ, ਉਹਨਾਂ ਦੇ ਨੁਕਸਾਨ ਦੀ ਪੂਰਤੀ ਕਰੋ, ਕਿਉਂਕਿ ਉਹਨਾਂ ਦਾ ਕੰਮ ਧੰਦਾ ਇਹ ਤੋਂ ਹੀ ਚੱਲਦਾ। ਦੂਸਰਾ, ਇਸ ਸਮੱਸਿਆ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੇ ਵਿੱਚ ਕਿਹੜੀਆਂ-ਕਿਹੜੀਆਂ ਭਰਤੀਆਂ ਫੌਰੀ ਤੌਰ ਤੇ ਕਰਨ ਦੀ ਲੋੜ ਹੈ, ਕਿਉਂਕਿ ਕਈ ਤਾਂ ਇਹ ਵੀ ਕਹਿੰਦੇ ਜੀ ਪਹਿਲਾਂ ਵੀ ਜਿਹੜੇ ਐਨੂਅਲ ਟੀਕੇ ਲੱਗਦੇ ਉਹ ਵੀ 2 ਮਹੀਨੇ ਪਹਿਲਾਂ ਦੇ ਆਏ ਸੀ, ਪਰ ਮੈਨ ਪਾਵਰ ਦੀ ਘਾਟ ਕਰਕੇ ਅਜੇ ਉਹ ਵੀ ਨਹੀਂ ਲੱਗ ਸਕੇ। ਉਹ ਸਾਰੀਆਂ ਚੀਜ਼ਾਂ ਖੰਗਾਲੋ ਚੰਗੇ ਤਰੀਕੇ, ਇਹ ਨਾ ਸੋਚਿਓ ਕਿ ਇੱਕ ਵਾਰੀ ਬਿਮਾਰੀ ਦੇ ਉੱਤੇ ਆਪਾਂ ਕਾਬੂ ਪਾ ਲਿਆ ਤੇ ਮੁੜ ਕੇ ਫਿਰ ਹੱਥ ਧਰ ਕੇ ਬਹਿ ਜਾਈਏ। ਨਹੀਂ, ਇਹ ਤਾਂ ਗੱਲ ਹੈਗੀ ਆ। ਬਾਕੀ ਚਲੋ ਕਾਰਨ ਹੈ ਵੀ ਮਸਲੇ ਤੇ ਨਿੱਕੇ ਕਈ ਨੇ, ਪਰ ਉਹਦੇ ਵਿੱਚ ਹੀ ਅਫਵਾਹਾਂ ਦਾ ਰੋਗ ਜ਼ਿਆਦਾ। ਹੁਣ ਇਸ ਕੇਸ ਦੇ ਵਿੱਚ ਜਿਹੜਾ ਦੁੱਧ ਵਾਲੀ ਅਫਵਾਹ ਇਹ ਵੀ ਹੈਗੀ ਆ। ਹੁਣ ਕਾਰਨ ਇਹ ਵੀ ਹਰੇਕ ਬੰਦਾ ਅਫਵਾਹ ਦੇ ਚੱਕਰ 'ਚ ਨਾ ਤੁਰਿਆ ਫਿਰੇ। ਕਿਸੇ ਵੇਲੇ ਹੁੰਦਾ ਨਾ ਵੀ ਇਹ ਤਾਂ ਜੀ ਇਹ ਗਾਵਾਂ ਨੂੰ ਨੁਕਸਿਆ ਵੀਰ, ਮੈਂ ਤੇ ਮੱਝ ਦਾ ਦੁੱਧ ਲਿਆ, ਪਰ ਇਹ ਨਹੀਂ ਮਹਿੰਗਾ ਹੋ ਗਿਆ, ਹੁਣ ਅੱਜ ਕੱਲ੍ਹ 70 ਰੁਪਏ ਕਿਲੋ ਮਿਲਣਾ ਜੀ, ਉਦੋਂ ਥੱਲੇ ਮਿਲਣੇ ਨਹੀਂ, ਅਗਲੇ ਨੇ ਤਾਂ ਮਾਰੀ ਦੇ ਨੇ ਲੈਣਾ ਹੀ। ਉਹ ਕਾਰਨ ਇਹ ਵੀ ਇਹੋ ਜਿਹਾ ਕੰਮ ਹੀ ਨਹੀਂ ਕਰਨਾ ਚਾਹੀਦਾ, ਕਿਉਂਕਿ ਹੈ ਤੇ ਬੰਦੇ ਆਪਣੇ ਹੀ ਜੀ। ਹੋ ਸਕਦਾ ਅੱਜ ਆਪਾਂ 10-20 ਕਮਾ ਲਈਏ, ਕੱਲ ਮੁੜ ਕੇ ਉਹ 10-20 ਕਿਹੋ ਜਿਹੀ ਥਾਂ ਦੇ ਉੱਪਰ ਲੱਗ ਵੀ ਜਾਂਦੇ ਹੁੰਦੇ ਆ। ਨਹੀਂ, ਲਾਲਚ ਮਾੜਾ। ਤੇ ਬਾਕੀ ਸੰਧਾਲੀਆ ਸਾਹਿਬ, ਕਿਸਾਨ ਅੰਦੋਲਨ ਜਦੋਂ ਚੱਲਦਾ ਸੀ ਪੰਜਾਬ ਤੋਂ ਸ਼ੁਰੂ ਹੋ ਕੇ ਦਿੱਲੀ ਚੱਲਿਆ, ਕਿਸਾਨ ਅੰਦੋਲਨ ਮੁੱਕਿਆ ਤੇ ਇੱਕ ਸਹਿਮਤੀ ਬਣੀ ਸੀ ਕਿ ਪਰਚੇ ਵਾਪਸ ਹੋਣਗੇ, ਸੂਬਾ ਸਰਕਾਰਾਂ ਵਾਪਸ ਲੈਣਗੀਆਂ, ਜਿਹੜੇ ਕੇਂਦਰ ਸਰਕਾਰ ਦੇ ਵਿਭਾਗ ਨੇ ਉਹ ਵੀ ਪਰਚੇ ਵਾਪਸ ਹੋਣਗੇ। ਪਰ ਕਈ ਪਰਚੇ ਮੁਕੱਦਮੇ ਅਜੇ ਤੱਕ ਵੀ ਵਾਪਸ ਨਹੀਂ ਸੀ ਹੋਏ। ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰੀ ਦਿੱਲੀ ਗਏ ਸੀ, ਉਹਨਾਂ ਨੇ ਕਿਹਾ ਜੀ ਗ੍ਰਹਿ ਮੰਤਰੀ ਸਾਹਿਬ ਜਿਹੜੇ ਉਹਨਾਂ ਨਾਲ ਵੀ, ਰੇਲਵੇ ਮੰਤਰੀ ਵੈਸ਼ਨਵ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ, ਤੇ ਰੇਲਵੇ ਪੁਲਿਸ ਨੇ ਜਿਹੜੇ ਪਰਚੇ ਦਰਜ ਕਰਾਏ ਸੀ ਉਹਨਾਂ ਨੇ ਕਹਿੰਦੇ ਜੀ ਮੈਂ ਬੇਨਤੀ ਕੀਤੀ ਕਿ ਕਿਸਾਨ ਅੰਦੋਲਨ ਮੁੱਕ ਗਿਆ, ਹੁਣ ਆਪਾਂ ਉਹ ਸਾਰਾ ਕੰਮ ਮੁਕਾ ਦਈਏ, ਮੁਕੱਦਮੇ ਵਾਪਸ ਹੋ ਜਾਣ। ਉਹ ਕਹਿੰਦੇ ਜੀ ਉਸ ਲਈ ਉਹਨਾਂ ਨੇ ਹੁਕਮ ਦੇ ਦਿੱਤੇ ਤੇ ਸਾਨੂੰ ਪੂਰੀ ਆਸ ਹੈ, ਉਹ ਕਹਿੰਦੇ ਜੀ ਹੁਣ ਸਾਰੇ ਮੁਕੱਦਮੇ ਵਾਪਸ ਹੋ ਜਾਣਗੇ। ਚੰਗੀ ਗੱਲ ਹੈ, ਇਹ ਆਪਸ 'ਚ ਟਕਰਾ ਨਹੀਂ ਚਾਹੀਦਾ, ਸਗੋਂ ਸਹਿਮਤੀ ਨਾਲ ਤੁਰਨਾ ਚਾਹੀਦਾ ਕੰਮ। ਇਹ ਵਧੀਆ ਗੱਲ ਆ। ਆਪਾਂ ਤਾਂ ਇਹੋ ਬੇਨਤੀ ਕਰਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਤੁਸੀਂ ਗੇੜੇ ਤੇ ਗੇੜਾ ਰੱਖੋ। ਵੈਸੇ ਵੀ ਦਿੱਲੀ ਤੇ ਜਾਂਦੇ ਹੀ ਰਹਿੰਦੇ ਆ ਜੀ, ਉੱਧਰ ਵੀ ਜਾਓ ਤੇ ਸਰਕਾਰ ਦਰਬਾਰ ਵੱਲ ਵੀ ਜਾਇਆ ਕਰੋ, ਕਿਉਂਕਿ ਕਾਰਨ ਹੈ ਵੀ ਜੇ ਕੇਂਦਰ ਦੀ ਨਜ਼ਰ ਸਵੱਲੀ ਰਹੂਗੀ ਤੇ ਬਹੁਤ ਸਾਰਾ ਕੁਝ ਤੁਸੀਂ ਉਸ ਤੋਂ ਲੈ ਆਓਗੇ। ਤੇ ਉਹਦੇ 'ਚ ਬੀਜੇਪੀ ਵਾਲੇ ਨਾਮ ਨਹੀਂ ਕਰ ਸਕਦੇ, ਕਿਉਂਕਿ ਹੁਣ ਮੈਨੂੰ ਲੱਗਦਾ ਵੀ ਆਪਾਂ ਅੱਗੇ ਵੀ ਕਈ ਵਾਰਾਂ ਬੇਨਤੀਆਂ ਕੀਤੀਆਂ ਸੀ ਬੀਜੇਪੀ ਪੰਜਾਬ ਦੇ ਲੀਡਰਸ਼ਿਪ ਵਾਲਿਆਂ ਨੂੰ ਵੀ ਜ਼ਰੂਰ ਉੱਥੇ ਜਾ ਕੇ ਪਹੁੰਚਾਇਆ ਕਰੋ ਸੁਨੇਹਾ ਵੀ ਜੇ ਤੁਸੀਂ ਉੱਥੇ ਲੋਕਾਂ ਤੱਕ ਕੋਈ ਗੱਲ ਪਹੁੰਚਦੀ ਕਰਦੇ ਹੋ ਤੇ ਕੱਲ੍ਹ ਨੂੰ ਅਸੀਂ ਵੀ ਟੌਰ ਨਾ ਕਹਿ ਸਕਦੇ ਇਹ ਤਾਂ ਫਿਰ ਅਸੀਂ ਕਰਾਇਆ ਨਾ ਉੱਤੋਂ। ਤੇ ਜੇ ਅਸੀਂ ਕਰਾਇਆ, ਆਪਾਂ 1 2 4 5 10 ਮਸਲੇ ਕਰਾਂਗੇ, ਕੱਲ੍ਹ ਨੂੰ ਇਲੈਕਸ਼ਨ ਦੇ ਵਿੱਚ ਕਹਿਣ ਵਾਲੇ ਬਣਾਂਗੇ। ਨਹੀਂ ਤੇ ਜੇ ਆਪਾਂ ਜਿੰਨੀਆਂ ਨਾ ਨੁਕਰਾਂ ਹੋਣਗੀਆਂ ਉਹ ਫਿਰ ਵਿਰੋਧੀ ਚੁੱਕ ਲੈਂਦੇ ਢੋਲ, ਉਹ ਕਹਿੰਦੇ ਵੀ ਇੱਥੇ ਤੁਸੀਂ ਨਾ ਕੀਤੀ ਕਿ ਨਹੀਂ ਕੀਤੀ, ਉਹ ਫਿਰ ਕਹਿੰਦੇ ਬਾਊ ਜੀ ਸਾਨੂੰ ਗੱਲ ਨਹੀਂ ਆਉਂਦੀ, ਅਸੀਂ ਫਿਰ ਕਰੀਏ ਕੀ, ਇੱਦਾਂ ਨਾ ਕਰਿਆ ਕਰੋ। ਨਹੀਂ, ਚੰਗੀ ਗੱਲ ਹੈ ਸੰਧਾਲੀਆ ਸਾਹਿਬ। ਮੈਨੂੰ ਬਾਕੀ ਮੁੱਖ ਦੀ ਗੱਲ ਹੈ ਕਿ ਜੇ ਬੀਜੇਪੀ ਵਾਲੇ ਸਮਝ ਲੈਣ ਤਾਂ ਵਧੀਆ। ਬਾਕੀ ਅੱਜ ਆਪਾਂ ਚੱਲਦੇ ਹਾਂ, ਛੇਤੀ ਚੱਲਦੇ ਹਾਂ, ਕਿਉਂਕਿ ਮੈਨੂੰ ਪਤਾ ਤੁਸੀਂ ਸਹੁੰ ਚੁੱਕ ਸਮਾਗਮ 'ਚ ਵੀ ਜਾਣਾ ਹੋਣਾ, ਜੇ ਹੋਰ ਨਹੀਂ ਕੁਛ ਤਾਂ ਆਨਲਾਈਨ ਹਾਜ਼ਰੀ ਲਾਉਣੀ ਹੋਣੀ ਆ, ਅਚਕਨ ਉਚਕਨ ਤੁਸੀਂ ਪਾਉਣੀ ਆ ਵਧੀਆ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਬਾਹਰਲੇ ਬੰਦੇ ਨੂੰ ਵੀ ਮੰਤਰੀ ਬਣਾਉਣਾ, ਤਿਆਰੀ ਪੂਰੀ ਕਰਕੇ ਜਾਓ। ਹਾਂ ਲਓ ਜੀ, ਹੁਣ ਮਤਲਬ ਹੁਣ ਮੈਨੂੰ ਬਿਹਾਰ ਦੀ ਸਰਕਾਰ 'ਚ ਭੇਜਣ ਲੱਗੇ। ਲੈ ਮਹਾਰਾਜ, ਜੇ ਰਾਮੂ ਵਾਲੀਆ ਸਾਹਿਬ ਯੂਪੀ ਜਾ ਕੇ ਮੰਤਰੀ ਬਣ ਸਕਦੇ ਆ ਤਾਂ ਤੁਸੀਂ ਬਿਹਾਰ 'ਚ ਨਹੀਂ ਬਣ ਸਕਦੇ। ਉਹ ਜੀ ਫਿਰ ਆਸ ਕਰਦੇ ਹਾਂ ਵੀ ਕੁਛ ਪਤਾ ਨਹੀਂ ਹੁੰਦਾ ਕਿਸੇ ਵੇਲੇ ਦਾ ਲੱਗ ਜਾਵੇ, ਹੈ ਨਾ। ਚਲੋ ਬਾਕੀ ਚਲੀਏ ਜੀ, ਆਪਾਂ ਮਿਹਰਬਾਨੀ ਜੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।